बोले सोने हाल सासरी अकाल। सत श्री अकाल, मैं जसपाल जाली। हमेशा की तरह एवरी ट्यूसडे 11 ਤੋਂ 12 डॉक्टर राज बैंस के नाल ਅਸੀਂ शो लेके आने बड़ा इंटरस्टिंग मैं हमेशा कहना ना लोगों ने ਅਸੀਂ बैठ के ना एक दूजे नाल आर्गूमेंट करी जाने कि गवर्नमेंट दवाइयां बनाती है वो पागल थोड़ा खानी चाहिए है। ये बड़ा डूंगा सबजैक्ट है, ये कभी बात करेंगे, इस गल करेंगे। ਅਸੀਂ ਕਿਸੇ ਨੂੰ ਇਹਦੇ ਤੇ ਬਲੇਮ ਨਹੀਂ ਕਰਨਾ, ਲੇਕਿਨ ਤੁਹਾਨੂੰ ਅਵੇਅਰ ਹੋਣਾ ਚਾਹੀਦਾ ਜਿਹੜੀਆਂ ਦਵਾਈਆਂ ਨਿਕਲਦੀਆਂ ਸਾਰੀਆਂ ਫਾਇਦੇਮੰਦ ਹੈਗੀਆਂ ਕਿ ਨਹੀਂ ਹੈਗੀਆਂ। ਅੱਜ ਮੈਂ ਡਾਕਟਰ ਸਾਹਿਬ ਨਾਲ ਇੱਕ ਮੁੱਦਾ ਹੈਗਾ ਜਿਹੜਾ ਬੜੀ ਲੇਟੈਸਟ ਹੁਣ ਔਨਗੋਇੰਗ ਇਸ਼ੂ ਹੈਗਾ, ਉਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਤੁਹਾਡੀ ਤੁਸੀਂ ਆਣ ਕੇ ਨਾ ਜਿਹੜੀ ਅਸੀਂ ਬੈਠ ਕੇ ਬੰਦੇ ਚਾਹੁੰਦੇ ਆਰਗੂਮੈਂਟ ਕਰਦੇ ਆ ਤੇ ਬੜੇ ਬੰਦੇ ਕਹਿੰਦੇ ਨੇ ਕਿਉਂਕਿ ਗਵਰਨਮੈਂਟ ਹੈ, ਵਿਸ਼ਵਾਸ ਹੋ ਜਾਂਦਾ ਜੋ ਉਹਨਾਂ ਨੇ ਚੀਜ਼ ਕੱਢੀ ਹੈ ਸਹੀ ਹੈਗੀ ਹੈ, ਪਰ ਉਹਦੇ ਪਿੱਛੇ ਬੜਾ ਕੁਝ ਹੁੰਦਾ। ਕਿੱਥੇ ਬਣਦੀਆਂ ਨੇ, ਕੌਣ ਉਹਨਾਂ ਨੂੰ ਫੰਡਿੰਗ ਕਰਦਾ ਹੈ, ਸਿਰਫ ਉਹਨੂੰ ਮਾਰਕੀਟ 'ਚ ਲੈ ਕੇ ਆਉਣੀ ਹੈ, ਕੋਈ ਫਾਇਦਾ ਹੋਵੇ ਜਾਂ ਨਾ ਹੋਵੇ, ਥੋੜ੍ਹਾ ਬਹੁਤਾ ਤਾਂ ਹੁੰਦਾ ਹੋਏਗਾ, ਲੇਕਿਨ ਉਹਦਾ ਨੁਕਸਾਨ ਵੀ ਕੁਝ ਹੁੰਦਾ ਕਾਫੀ। ਮੈਨੂੰ ਜਿਹੜਾ ਮੇਰੀ ਮਕਸਦ ਹੈਗਾ, ਹੁਣ ਤੁਹਾਨੂੰ ਪਤਾ ਹੁਣ ਵਿੰਟਰ ਸ਼ੁਰੂ ਹੋਣੀ ਆ, ਸਾਡਾ ਸ਼ਾਇਦ ਮੁੱਦਾ ਵੀ ਅਸੀਂ ਉਹਦੇ ਤੇ ਗੱਲ ਕਰਨੀ ਨਾ ਜ਼ਿਆਦਾ। ਹਾਂਜੀ ਹਾਂਜੀ, ਬਹੁਤ ਅੱਛੇ, ਵੈਰੀ ਨਾਈਸ। ਲੱਕੀਲੀ ਜਿਹੜਾ ਮੇਰਾ ਸਵਾਲ ਹੈ ਤੇ ਮੁੱਦੇ ਦੇ ਨਾਲ ਹੀ ਬੀਟ ਕਰਦਾ, ਉਹਦੇ ਨਾਲ ਮੈਚ ਹੁੰਦਾ। ਡਾਕਟਰ ਸਾਰਿਆਂ ਨੂੰ ਮੈਸੇਜ ਆਉਂਦੇ ਨੇ ਕਿ ਫਲੂ ਜੈਬ ਲਗਾਓ। ਹੁਣ ਲੋਕਾਂ ਨੂੰ ਆਪਣੇ ਸਰਜਰੀ ਤੋਂ ਮੈਸੇਜ ਆ ਰਹੇ ਨੇ ਫਲੂ ਜੈਬ ਲਗਾਓ, ਤਾਂ ਲੋਕ ਬਗੈਰ ਸੋਚੇ ਇਹ ਅਸੀਂ ਤੁਹਾਨੂੰ ਪਲੀਜ਼ ਮੈਂ ਪਹਿਲਾਂ ਕਹਿ ਦਵਾਂ, ਤੁਹਾਨੂੰ ਐਡਵਾਈਸ ਦੇ ਦਿਓ, ਅਸੀਂ ਤੁਹਾਨੂੰ ਕਹਿ ਰਹੇ ਨਹੀਂ ਲਗਾਓ ਕਿ ਨਾ ਲਗਾਓ, ਤੁਹਾਨੂੰ ਉਹਦੇ ਨੁਕਸਾਨ ਤੇ ਫਾਇਦੇ ਦੱਸਦੇ ਆ, ਉਹ ਡਾਕਟਰ ਸਾਹਿਬ ਨੂੰ ਮੈਂ ਪੁੱਛਦਾ ਹਾਂ। ਹਾਂਜੀ, ਸੋ ਅੱਜ ਦਾ ਮੁੱਦਾ ਮੈਂ ਡਿਸਾਈਡ ਕੀਤਾ ਸੀ ਵੀ ਫਿਲਾਸਫੀ ਆਫ ਹੈਲਥ ਐਂਡ ਡਿਜ਼ੀਜ਼ ਕਰਾਂਗੇ। ਬਿਲਕੁਲ। ਤੇ ਤੁਸੀਂ ਜਿਹੜਾ ਇਹ ਸਵਾਲ ਪਾਇਆ ਵੀ ਫਲੂ ਵਾਲਾ, ਇਹ ਬਿਲਕੁਲ ਮਿਲਦਾ ਆ ਵੀ ਆਪਣੇ ਆਪ ਨੂੰ ਸਾਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਆਪਣੀ ਹੈਲਥ ਲਈ। ਬਿਲਕੁਲ। ਹਾਂਜੀ, ਸੋ ਅੰਧ ਵਿਸ਼ਵਾਸ ਨਾ ਕਰੋ, ਡੋਂਟ ਹੈਵ ਬਲਾਈਂਡ ਫੇਥ ਔਨ ਐਨੀਥਿੰਗ ਔਰ ਐਨੀਬੋਡੀ। ਠੀਕ ਹੈ ਭਾਜੀ। ਤੁਸੀਂ ਆਪਣੇ ਆਪ ਯਕੀਨ ਕਰੋ ਵੀ ਮੇਰੇ ਲਈ ਇਹ ਚੀਜ਼ ਸਹੀ ਆ ਜਾਂ ਕਿ ਨਹੀਂ ਸਹੀ ਹੈਗੀ। ਠੀਕ ਹੈ। ਹਾਂਜੀ, ਸੋ ਜਿੱਦਾਂ ਅਸੀਂ ਅਰਦਾਸ ਵੀ ਕਰੀਦਾ, ਅਸੀਂ ਵਿਵੇਕ ਦਾਨ ਮੰਗੀਦਾ ਆ। ਵਿਵੇਕ ਦਾ ਮਤਲਬ ਹੁੰਦਾ ਆ ਇਹ ਵੀ ਤੁਸੀਂ ਆਪ ਖੁਦ ਵੇ ਅਪ ਦਾ ਸਿਚੁਏਸ਼ਨ ਕਰਕੇ ਹੈ ਨਾ ਡਿਸਾਈਡ ਕਰਨਾ ਹੈ, ਤੁਸੀਂ ਅੰਧ ਵਿਸ਼ਵਾਸ ਨਹੀਂ ਕਰਨਾ ਹੈਗਾ। ਤੇ ਹੁਣ ਇਹ ਜਿਹੜਾ ਇਸ਼ੂ ਹੈਗਾ ਫਲੂ ਦਾ ਬੜਾ ਕੰਟਰੋਵਰਸ਼ੀਅਲ ਆ, ਤੇ ਸੋ ਆਪਾਂ ਲਾਈਵ ਸ਼ੋਅ ਤੇ ਇਦਾਂ ਨਹੀਂ ਕਹਿ ਸਕਦੇ ਹੈਗੇ ਵੀ ਤੁਸੀਂ ਲਵਾਓ ਜਾਂ ਨਹੀਂ ਲਵਾਓ। ਸਿਰਫ ਅਸੀਂ ਤੁਹਾਨੂੰ ਆਪਣਾ ਜਿਹੜਾ ਐਕਸਪੀਰੀਅੰਸ ਤੋਂ ਤੇ ਦੱਸ ਸਕਦੇ ਹਾਂ ਵੀ ਕੀ ਕੀ ਹੁੰਦਾ ਜਦੋਂ ਤੁਸੀਂ ਫਲੂ ਦਾ ਇੰਜੈਕਸ਼ਨ ਲਵਾਉਂਦੇ ਆ। ਬਿਲਕੁਲ ਠੀਕ ਹੈ। ਠੀਕ ਹੈ ਜੀ। ਸੋ ਗੱਲ ਸਾਰੀ ਪਹਿਲਾਂ ਇੱਦਾਂ ਜੇ ਆਪਾਂ ਸੋਚੀਏ ਵੀ ਆਪਾਂ ਕੀ ਕਰ ਰਹੇ ਹਾਂ ਆਪਣੀ ਸਿਹਤ ਲਈ, ਤੇ ਬੇਸਲਾਈਨ ਇੱਥੇ ਆਉਂਦੀ ਪਈ ਜਿਹੜੀ ਤੁਹਾਡੀ ਸਿਹਤ ਆ ਇਸ ਡਿਟਰਮਿਨਡ ਬਾਈ ਯੋਰ ਵਾਈਟੈਲਿਟੀ। ਹਾਂਜੀ, ਵਾਈਟੈਲਿਟੀ ਕੀ ਚੀਜ਼ ਆ? ਇਹ ਤੁਹਾਡੀ ਐਨਰਜੀ ਆ। ਤੇ ਐਨਰਜੀ ਇਹ ਕਿੱਥੋਂ ਆਉਂਦੀ ਹੈ? ਐਨਰਜੀ ਬਾਡੀ ਤੋਂ ਆਉਂਦੀ ਹੈ, ਜਿਹਦੇ ਵਿੱਚ ਆਪਾਂ ਸਿੱਖੀ ਵਿੱਚ ਸੂਖਮ ਸਰੀਰ ਕਹਿੰਦੇ ਆ। ਇਹ ਬੜੀ ਇੰਪੋਰਟੈਂਟ ਗੱਲ ਸਮਝਣ ਲਈ ਜ਼ਰੂਰੀ ਆ ਇਹ। ਹਾਂਜੀ, ਵੀ ਸੂਖਮ ਸਰੀਰ ਇੱਕ ਆ, ਫਿਜ਼ੀਕਲ ਬਾਡੀ ਇੱਕ ਆ। ਹਾਂਜੀ, ਤੇ ਉਹਨਾਂ ਦਾ ਇੰਟਰਲਿੰਕਡ ਹੈਗਾ, ਕਨੈਕਸ਼ਨ ਹੈਗਾ। ਜੋ ਕੁਛ ਇੱਕ ਤੇ ਹੋਣਾ ਉਹ ਦੂਸਰੇ ਤੇ ਹੋਣਾ। ਕਿ ਜਿਹੜਾ ਪ੍ਰੋਬਲਮ ਕੋਈ ਹੈਲਥ ਦਾ ਸ਼ੁਰੂ ਹੁੰਦਾ ਉਹ ਤੁਹਾਡੇ ਐਨਰਜੀ ਬਾਡੀ ਤੇ ਹੀ ਸ਼ੁਰੂ ਹੁੰਦਾ ਹੈ। ਹਾਂਜੀ, ਸੋ ਜਿਹੜੀਆਂ ਐਲੋਪੈਥਿਕ ਦਵਾਈਆਂ ਬਣਦੀਆਂ ਆ ਇਹ ਫਿਜ਼ੀਕਲ ਦਵਾਈਆਂ ਆ। ਹਾਂਜੀ, ਇਹ 'ਚ 500 ਮਿਲੀਗ੍ਰਾਮ ਹੁੰਦਾ ਜਾਂ 250 ਮਿਲੀਗ੍ਰਾਮ ਹੁੰਦਾ ਆ ਕਿਸੇ ਕੈਮੀਕਲ ਦਾ, ਤੇ ਇਹ ਸਿਰਫ ਤੁਹਾਡੇ ਫਿਜ਼ੀਕਲ ਬਾਡੀ ਤੇ ਕੰਮ ਕਰਦੀਆਂ ਆ। ਐਨਰਜੀ ਬਾਡੀ ਨੂੰ ਇਹ ਡਰੇਨ ਕਰਦੀਆਂ, ਐਨਰਜੀ ਬਾਡੀ ਨੂੰ ਇਹ ਡਾਊਨ ਕਰਦੀਆਂ, ਤੁਹਾਡੀ ਵਾਈਟੈਲਿਟੀ ਡਾਊਨ ਹੁੰਦੀ ਹੈ। ਵਾਈਟੈਲਿਟੀ ਡਾਊਨ ਹੁੰਦੀ ਹੈ। ਡਾਊਨ ਹੁੰਦੀ ਹੈ। ਹਾਂਜੀ, ਖਾਸ ਕਰਕੇ ਜਿਹੜੀਆਂ ਕੋਲੈਸਟਰੋਲ ਦੀਆਂ ਗੋਲੀਆਂ ਉਹ ਤੁਹਾਡੀ ਬਿਲਕੁਲ ਐਨਰਜੀ ਮਾਰ ਦਿੰਦੀਆਂ। ਉਹਦਾ ਰੀਜ਼ਨ ਹੁੰਦਾ ਹੈ ਵੀ ਇੱਕ ਤਾਂ ਜਿੱਥੇ ਸੈੱਲ ਵਿੱਚ ਐਨਰਜੀ ਬਣਦੀ ਆ ਉੱਥੇ CoQ10 ਹੁੰਦਾ ਇੱਕ ਸਬਸਟੈਂਸ, ਤੇ ਇਹ ਜਿਹੜੇ ਸਟੈਟਿਨਸ ਆ ਉਹਨੂੰ ਖਤਮ ਕਰ ਦਿੰਦੀਆਂ ਕੋਲੈਸਟਰੋਲ ਦੀ ਗੋਲੀਆਂ। ਤੇ ਐਕਚੁਅਲੀ ਇਹ ਚਾਹੀਦਾ ਵੀ ਲੋਕਾਂ ਨੂੰ ਉਹ ਸਪਲੀਮੈਂਟ ਲੈਣਾ ਚਾਹੀਦਾ ਜੇ ਉਹ ਸਟੈਟਿਨ ਲੈਂਦੇ ਆ। ਪਰ ਸੋ ਜਿਹੜੀ ਹੋਮਿਓਪੈਥਿਕ ਦਵਾਈ ਆ ਉਹ ਤੁਹਾਡੀ ਐਨਰਜੀ ਨੂੰ ਹਮੇਸ਼ਾ ਅਪ ਕਰਦੀ ਆ। ਉਹ ਸਿਰਫ ਐਨਰਜੀ ਬਾਡੀ ਤੇ ਕੰਮ ਕਰਦੀ ਹੈ, ਫਿਜ਼ੀਕਲ ਬਾਡੀ ਤੇ ਉਹਦਾ ਘੱਟ ਅਸਰ ਹੁੰਦਾ ਹੈ। ਜਦੋਂ ਐਨਰਜੀ ਤੁਹਾਡੀ ਅਪ ਹੋ ਜਾਂਦੀ ਹੈ, ਖੁਦ ਤੁਹਾਡੀ ਬਾਡੀ ਆਪਣੇ ਆਪ ਨੂੰ ਹੀਲ ਕਰਨ ਲੱਗ ਪੈਂਦੀ ਹੈ। ਸੋ ਇਸ ਤਰ੍ਹਾਂ ਇਹ ਬਿਮਾਰੀ ਦਾ ਇਲਾਜ ਸਹੀ ਇਸ ਤਰ੍ਹਾਂ ਹੁੰਦਾ ਆ ਵੀ ਬਾਡੀ ਨੂੰ ਤੁਸੀਂ ਸਟਿਮੂਲੇਟ ਕਰੋ, ਆਪਣੀ ਐਨਰਜੀ ਨੂੰ, ਵੀ ਆਪਣੇ ਆਪ ਨੂੰ ਹੀਲ ਕਰੇ। ਸੋ ਜੇ ਆਪਾਂ ਇੰਜੈਕਸ਼ਨ ਤੇ ਆ ਜਾਈਏ ਹੁਣ, ਫਲੂ ਇੰਜੈਕਸ਼ਨ ਤੇ ਕੀ ਹੁੰਦਾ? ਉਹਦੇ ਵਿੱਚ ਕਈ ਕੈਮੀਕਲ ਪਾਏ ਹੁੰਦੇ ਆ। ਹਾਂਜੀ, ਤੇ ਇੱਕ ਵਾਇਰਸ ਵੀ ਹੁੰਦੀ ਆ।
ਤੇ ਹੁਣ ਨਾਰਮਲੀ ਜੇ ਸਾਨੂੰ ਕੋਈ ਇਨਫੈਕਸ਼ਨ ਹੁੰਦਾ ਆ ਤੇ ਉਹ ਹੁੰਦਾ ਸਾਹ ਰਾਹ ਹੁੰਦਾ ਆ, ਹਾਂਜੀ, ਜਾਂ ਨੱਕ ਰਾਹ ਹੁੰਦਾ ਜਾਂ ਮੂੰਹ ਰਾਹ ਹੁੰਦਾ ਆ। ਤੇ ਸਾਡੀ ਬਾਡੀ ਇਦਾਂ ਡਿਜ਼ਾਈਨਡ ਹੈਗੀ ਆ ਵੀ ਸਾਡੇ ਵਿੱਚ ਜਿਹੜੇ ਇਮਿਊਨ ਸਿਸਟਮ ਆ ਉਹ ਪਹਿਲਾਂ ਇਸ ਥਾਂ ਤੇ ਫੜਦਾ ਉਹਨਾਂ ਨੂੰ, ਹਾਂਜੀ। ਲਿੰਫ ਗਲੈਂਡਸ ਬਣੇ ਆ ਤੇ ਟੌਨਸਿਲਸ, ਐਡਨੋਇਡਸ, ਤੇ ਇਹ ਪਹਿਲਾਂ ਉਹ ਇਨਫੈਕਸ਼ਨ ਨੂੰ ਕੈਚ ਕਰਦੇ ਆ ਤੇ ਉਹ ਫਿਰ ਤੁਹਾਡੀ ਬਾਡੀ ਫਾਈਟ ਕਰਦੀ ਇਨਫੈਕਸ਼ਨ ਨਾਲ। ਪਰ ਜੇ ਤੁਸੀਂ ਵਾਇਰਸ ਸਿੱਧਾ ਤੁਹਾਡੇ ਬਲੱਡ ਸਟਰੀਮ ਚਲ ਜਾਂਦਾ ਥਰੂ ਦੀ ਇੰਜੈਕਸ਼ਨ, ਹਾਂਜੀ, ਉਹ ਤੁਹਾਡੇ ਇਮਿਊਨ ਸਿਸਟਮ ਐਕਚੁਅਲੀ ਉਹ ਫਾਈਟ ਕਰਨ ਦਾ ਚਾਂਸ ਨਹੀਂ ਮਿਲਦਾ। ਓਕੇ। ਹਾਂਜੀ, ਐਕਚੁਅਲੀ ਕੀ ਹੋ ਰਿਹਾ, ਉਹ ਤੁਹਾਡੇ ਐਕਚੁਅਲੀ ਆਰਟੀਫੀਸ਼ੀਅਲ ਡਿਜ਼ੀਜ਼ ਜਿਹੜੀ ਆ ਤੁਹਾਡੇ ਉੱਤੇ ਇੰਪਲਾਂਟ ਕਰ ਰਹੇ ਆ ਉਹ, ਹਾਂਜੀ। ਤੇ ਸਾਡੀ ਫਿਲਾਸਫੀ ਇਹ ਕਹਿੰਦੀ ਹੈ ਹੋਮਿਓਪੈਥੀ 'ਚ ਵੀ ਜਿਹੜਾ ਸਟਰੋਂਗਰ ਡਿਜ਼ੀਜ਼ ਆ ਉਹ ਹਮੇਸ਼ਾ ਵੀਕਰ ਡਿਜ਼ੀਜ਼ ਨੂੰ ਡਿਸਟਰੋਏ ਕਰਦਾ ਹੈ, ਰਾਈਟ। ਸੋ ਇਹ ਪ੍ਰੋਟੈਕਸ਼ਨ ਇਸ ਤਰੀਕੇ ਨਾਲ ਲੈਂਦੇ ਆ ਵੀ ਤੁਹਾਡੀ ਬਾਡੀ ਤੇ ਪਹਿਲੇ ਸਟਰੋਂਗਰ ਡਿਜ਼ੀਜ਼ ਪਾਉਂਦੇ ਆ। ਠੀਕ ਹੈ ਜੀ। ਠੀਕ ਹੈ। ਫਿਰ ਜੇ ਕੋਈ ਵਾਇਰਸ ਆਉਂਦਾ ਆ ਤਾਂ ਥੋੜੀ ਜੇ ਤੁਹਾਨੂੰ ਇਮਿਊਨਿਟੀ ਮਿਲਦੀ ਆ, ਰਾਈਟ, ਕਿਉਂਕਿ ਤੁਹਾਡੇ ਆਲਰੇਡੀ ਸਟਰੋਂਗਰ ਡਿਜ਼ੀਜ਼ ਬਾਡੀ 'ਚ ਹੈਗਾ ਆ, ਸਿਮਿਲਰ ਡਿਜ਼ੀਜ਼ ਹੈ ਨਾ। ਤੇ ਪਰ ਉਹਦੇ ਵਿੱਚ ਪਾਇਆ ਕੀ ਹੁੰਦਾ ਹੈ, ਹਾਂਜੀ। ਪਹਿਲੀ ਗੱਲ ਤਾਂ ਉਹ ਜਿਹੜਾ ਇਹ ਫਲੂ ਦਾ ਟੀਕਾ ਬਣਦਾ ਉਹ ਅੰਡੇ ਵਿੱਚ ਬਣਾਉਂਦੇ ਆ। ਸੋ ਜੇ ਤੁਸੀਂ ਅੰਡੇ ਤੋਂ ਐਲਰਜਿਕ ਆ, ਤੁਹਾਨੂੰ ਬੜਾ ਸਟਰੋਂਗ ਐਲਰਜਿਕ ਰਿਐਕਸ਼ਨ ਹੋ ਸਕਦਾ ਜਿਹਦੇ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਹੈ। ਰੀਅਲੀ? ਐਨਾਫਿਲੈਕਟਿਕ ਸ਼ੌਕ ਹੋ ਜਾਂਦੀ ਹੈ, ਹਾਂਜੀ। ਸੋ 1 in a million ਇਹ ਆਪ ਜਿਹੜੀ ਲੀਫਲੇਟ ਵਿੱਚ ਪਾਈ ਦੀ ਹੁੰਦੀ ਹੈ ਨਾ ਇੰਜੈਕਸ਼ਨ ਦੇ, ਉਹਦੇ ਵਿੱਚ ਖੁਦ ਲਿਖਿਆ ਹੁੰਦਾ ਵੀ 1 in a million ਕੇਸਿਸ ਹੁੰਦੇ ਆ ਜਿੱਥੇ ਐਨਾਫਿਲੈਕਟਿਕ ਸ਼ੌਕ ਹੋ ਜਾਂਦੀ ਹੈ ਟੀਕੇ ਦੇ ਨਾਲ, ਤੇ ਬਹੁਤ ਸਵੇਅਰ ਰਿਐਕਸ਼ਨ ਹੋ ਸਕਦਾ ਕਿਸੇ ਨੂੰ। ਸੋ ਇਟਸ ਵੈਰੀ ਡੇਂਜਰਸ ਫॉर ਸਮ ਪੀਪਲ, ਹਾਂਜੀ। ਤੇ ਬਾਕੀ ਉਹਦੇ ਵਿੱਚ ਤੁਸੀਂ ਦੇਖੋ ਜਿਹੜੇ ਕੈਮੀਕਲਸ ਹੋਰ ਪਾਏ ਹੁੰਦੇ ਆ, ਉਹ ਕੈਮੀਕਲਸ ਜਿਹੜੇ ਤੁਹਾਡੇ ਸਿੱਧੀ ਬਲੱਡ ਸਟਰੀਮ 'ਚ ਜਾਂਦੇ ਆ, ਉਹ ਕਿਸੇ ਵੀ ਆਰਗਨ ਵਿੱਚ ਜਾ ਕੇ ਬੈਠ ਸਕਦੇ ਆ, ਹਾਂਜੀ। ਹੁਣ ਤੁਸੀਂ ਸੋਚਿਓ ਪਏ ਉਹ ਜੇ ਤੁਸੀਂ ਅਨਲੱਕੀ ਹੋ ਗਏ ਤੇ ਉਹ ਕੈਮੀਕਲ ਤੁਹਾਡੇ ਬ੍ਰੇਨ ਵਿੱਚ ਚਲ ਗਏ, ਕੁਝ ਤੁਹਾਡੇ ਬ੍ਰੇਨ ਸੈਲਸ ਡਿਸਟਰੋਏ ਹੋ ਸਕਦੇ ਆ, ਹਾਂਜੀ। ਜੇ ਉਹ ਕੈਮੀਕਲਸ ਤੁਹਾਡੇ ਅੰਦਰਾਂ ਵਿੱਚ ਚਲੇ ਗਏ, ਉੱਥੇ ਕੋਈ ਨੁਕਸ ਪੈ ਸਕਦਾ ਹੈ। ਸੋ whichever organ it ends up in could end up getting damaged, ਤੇ ਇਹ ਹੁਣ ਸਾਡੀ 40 ਸਾਲ ਦੀ ਐਕਸਪੀਰੀਅੰਸ ਹੈ, ਅਸੀਂ ਦੇਖਦੇ ਹਾਂ ਫਾਰਮੇਸੀ ਵਿੱਚ ਵੀ, ਆਪਣੇ ਕਲੀਨਿਕ ਵਿੱਚ ਵੀ, ਤੇ ਕਈ ਸਾਡੇ ਕੋਲ ਕੇਸ ਆਉਂਦੇ ਆ ਜਿਹੜੇ ਦੇ ਨੈਵਰ ਬੀਨ ਵੈਲ ਸਿੰਸ। ਜਦੋਂ ਦਾ ਉਹਨਾਂ ਦੇ ਕੋਈ ਟੀਕਾ ਲੱਗਾ ਸੀ ਉਦੋਂ ਦੀ ਉਹਨਾਂ ਦੀ ਸਿਹਤ ਖਰਾਬ ਹੋਈ ਆ। ਕਈ ਲੋਕੀ ਸਾਨੂੰ ਇੱਦਾਂ ਦੱਸਦੇ ਆ। ਤੇ ਹੋਮਿਓਪੈਥੀ ਵਿੱਚ ਖਾਸ ਦਵਾਈਆਂ ਹੈਗੀਆਂ ਜਿਹੜੀਆਂ ਅਸੀਂ ਵਰਤੀ ਦੀਆਂ ਵੀ ਉਹ ਐਂਟੀਡੋਟ ਕਰਨ ਲਈ, ਤੇ ਲੋਕੀ ਰਿਕਵਰ ਹੋ ਜਾਂਦੇ ਆ। ਤੇ ਹੈਗਾ ਕੰਪਲਿਕੇਟਡ ਜਿਹਾ ਸਿਚੁਏਸ਼ਨ ਆ। ਤੇ ਇਹ ਜਿਹੜਾ MMR ਵੈਕਸੀਨ ਨਿਕਲਿਆ ਸੀ ਉਹ ਵੀ ਬੜਾ ਕੰਟਰੋਵਰਸ਼ੀਅਲ ਚੀਜ਼ ਸੀਗੀ ਉਸ ਵੇਲੇ, ਤੇ ਬਹੁਤ ਹੀ ਉਹਦੇ ਪਬਲਿਸਿਟੀ ਹੋਈ ਸੀਗੀ ਵੀ ਬੱਚਿਆਂ ਨੂੰ ਔਟਿਜ਼ਮ ਹੋ ਜਾਂਦੀ ਆ ਉਹਦੇ ਨਾਲ, ਹਾਂਜੀ। ਤੇ ਫਿਰ ਇਹਨੇ ਕੀ ਕੀਤਾ ਸੀਗਾ, ਉਹਦੇ ਵਿੱਚ ਐਕਚੁਅਲੀ ਮਰਕਰੀ ਸੀਗੀ, ਪਾਰਾ ਜਿਹਨੂੰ ਕਹਿੰਦੇ ਆਪਾਂ, which is a very poisonous substance, ਹਾਂਜੀ। it's the second most poisonous substance in the world, ਹਾਂਜੀ। ਤੇ ਉਹ ਟੀਕੇ ਵਿੱਚ ਲਾ ਕੇ ਤੁਹਾਡੀ ਸਿੱਧੀ ਬੱਚਿਆਂ ਦੀ ਬਲੱਡ ਸਟਰੀਮ 'ਚ ਪਾ ਰਹੇ ਸੀ, ਰਾਈਟ। ਫਿਰ ਜਦੋਂ ਇਹਦਾ ਰੌਲਾ ਪਿਆ ਫਿਰ ਉਹਨੇ ਐਕਚੁਅਲੀ ਫਾਰਮੂਲੇਸ਼ਨ ਬਾਅਦ 'ਚ ਚੇਂਜ ਕਰ ਦਿੱਤਾ, ਮਰਕਰੀ ਵਿੱਚੋਂ ਕੱਢ ਲਈ। ਅੱਛਾ, ਹਾਂ, ਦੈਟਸ ਰਾਈਟ। ਪਰ ਉਹਨੇ ਕਦੇ ਐਡਮਿਟ ਨਹੀਂ ਕੀਤਾ ਵੀ ਇਹ ਪ੍ਰੋਬਲਮ ਸੀਗਾ। ਪਰ ਜਿਨ੍ਹਾਂ ਫੈਮਲੀਆਂ ਵਿੱਚ ਉਹ ਪ੍ਰੋਬਲਮ ਪਿਆ ਉਹਨਾਂ ਨੂੰ ਪਤਾ ਸੀ, ਉਹ ਖੁਦ ਦੱਸਦੇ ਸੀ ਮਾਪੇ ਵੀ ਜਿੱਦਣ ਇਹਦੇ ਟੀਕਾ ਲੱਗਾ ਬੱਚੇ ਦੇ, ਦੂਸਰੇ ਦਿਨ ਇਹ ਵਿਚਾਰਾ ਬਿਮਾਰ ਹੋ ਗਿਆ, ਹੈ ਨਾ। ਤੇ ਇੱਕ ਐਂਡਰੂ ਵੇਕਫੀਲਡ ਸੀ, ਡਾਕਟਰ ਐਂਡਰੂ ਵੇਕਫੀਲਡ, ਉਹ ਕੰਸਲਟੈਂਟ ਸੀਗਾ, ਗੈਸਟਰੋਐਂਟਰੋਲੋਜਿਸਟ। ਤੇ ਉਹ ਖੁਦ ਉਹ ਜਿਹੜਾ ਮੀਜ਼ਲਸ ਦਾ ਵਾਇਰਸ ਹੈਗਾ ਵੈਕਸੀਨ ਵਿੱਚ, ਉਹ ਅੰਦਰਾਂ ਵਿੱਚੋਂ ਬੱਚਿਆਂ ਦੇ ਉਹ ਆਈਸੋਲੇਟ ਕਰਕੇ ਦਿਖਾਤਾ ਵੀ ਉਹੀ ਸਪੀਸ਼ੀਜ਼ ਹੈਗਾ ਐਗਜ਼ੈਕਟਲੀ, ਹਾਂਜੀ। ਪਰ ਉਹ ਤੇ ਇੰਨੀ ਬੈਡ ਰਿਐਕਸ਼ਨ ਕੀਤਾ ਮੈਡੀਕਲ ਪ੍ਰੋਫੈਸ਼ਨ ਨੇ ਤੇ ਗਵਰਨਮੈਂਟ ਨੇ, ਤੇ ਉਹਨੂੰ ਵਿਚਾਰੇ ਨੂੰ ਇੱਥੋਂ ਕੱਢੇ ਦਿੱਤਾ, ਉਹਨੂੰ ਅਮਰੀਕਾ ਜਾਣਾ ਪਿਆ। ਰੀਅਲੀ? ਹਾਂਜੀ। ਮੈਂ ਦੱਸਦਾ ਬਾਅਦ ਜਿਹੜੇ ਡਾਕਟਰ ਸਾਹਿਬ ਦੱਸਦੇ ਨੇ ਇਸੇ ਐਡਵਾਈਸ ਦੇ ਰਹੇ ਨੇ, ਉਹ ਨਹੀਂ ਕਹਿ ਰਹੇ ਕਿ ਤੁਸੀਂ ਲਗਾਓ ਕਿ ਨਾ ਲਗਾਓ, ਬਿਕੋਜ਼ ਤੁਸੀਂ ਆਪਣੇ GP ਨਾਲ ਕੰਸਲਟ ਕਰੋ, ਕਿਉਂਕਿ ਬਾਰੇ ਬਹੁਤ ਘੱਟ ਦੇਖਿਆ ਜਾਂਦਾ ਕਿ ਤੁਹਾਨੂੰ GP ਇੱਦਾਂ ਦੀ ਐਡਵਾਈਸ ਕਰਦੇ ਨਾ, ਅਸੀਂ ਪੁੱਛਦੇ ਹਾਂ। ਆਮ ਦੇਖਿਆ ਜਾਂਦਾ ਮੈਜੋਰਿਟੀ ਤੁਹਾਨੂੰ ਟੈਕਸ ਆ ਜਾਂਦਾ ਹੈ ਫॉर ਸਰਜਰੀ ਤੋਂ ਕਿ ਤੁਹਾਡੇ ਫਲੂ ਜੈਬ ਦੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਤੇ ਲਗਾ ਲਓ, ਅਸੀਂ ਆਰਾਮ ਨਾਲ ਲਗਾ ਲੈਂਦੇ ਹਾਂ, ਮੁਫਤ ਮਿਲਦਾ ਹੈ, ਬਜ਼ੁਰਗਾਂ ਨੂੰ ਲਗਾ ਦਿੰਦੇ ਨੇ, ਤੇ ਉਹਦਾ ਸਾਈਡ ਇਫੈਕਟ ਤੁਹਾਨੂੰ ਦੱਸਿਆ ਜਾ ਰਿਹਾ। ਤੇ ਮੈਂ ਤਾਂ ਹੁਣ ਬਹੁਤ ਹੈਰਾਨ ਹਾਂ, ਡਾਕਟਰ ਸਾਹਿਬ ਨੇ ਕਲਸਟਰ ਗੋਲੀ ਦਾ ਦੱਸਿਆ, ਲੋਕ ਬੜੇ ਆਰਾਮ ਨਾਲ ਖਾਈ ਜਾ ਰਹੇ ਨੇ ਕਿ ਕਲਸਟਰ ਮੇਰਾ ਕੰਟਰੋਲ 'ਚ ਰਹਿੰਦਾ ਹੈ, ਲੇਕਿਨ ਉਹਦਾ ਸਾਈਡ ਇਫੈਕਟ ਤੁਸੀਂ ਅੱਜ ਦੱਸਿਆ, ਆਮ ਸ਼ੌਕਡ ਅਬਾਊਟ ਇਟ। ਹਾਂਜੀ, ਹਾਂਜੀ, ਬੜਾ ਸਵੇਰ ਸਾਈਡ ਇਫੈਕਟ ਆ ਇਹ। ਤੇ ਉਹਨਾਂ ਦੇ ਜਿਹੜੇ ਮਸਲਸ ਡੈਮੇਜ ਹੋ ਜਾਂਦੇ ਆ, ਲੱਤਾਂ ਵਿੱਚ ਜਾਨ ਹੀ ਨਹੀਂ ਰਹਿੰਦੀ, ਹਾਂਜੀ। ਸੋ ਨਾਟ ਓਨਲੀ ਦੈਟ, ਤੇ ਉਹ ਜਿਹੜੀਆਂ ਨਾੜੀਆਂ ਆ ਉਹ ਵੀ ਡੈਮੇਜ ਹੋ ਜਾਂਦੀਆਂ, ਫਿਰ
ਕਈਆਂ ਦੇ ਪਰ ਜੀ ਲੋਕਾਂ ਨੂੰ ਬਿਮਾਰੀਆਂ ਹੈ ਮੈਨੂੰ ਕੋਈ ਲੋਕ ਡਿਸਕਸ ਕਰਦੇ ਨੇ ਹਾਂਜੀ। ਹੁਣ ਤੁਸੀਂ ਕਹਿ ਰਹੇ ਤੇ ਮੇਰੀ ਅੱਖਾਂ ਖੁੱਲ ਗਈਆਂ ਕਿ ਬੰਦਾ ਕਦੀ ਉਹਨੂੰ ਕਨੈਕਟ ਨਹੀਂ ਕਰ ਸਕਦਾ ਕਿ ਮੇਰੀ ਉਸ ਗੋਲੀ ਨਾਲ ਇਹ ਮੁਸੀਬਤ ਸ਼ੁਰੂ ਹੋਈ ਹੈ। ਹਾਂਜੀ ਹਾਂਜੀ, ਉਹੀ ਅੰਧ ਵਿਸ਼ਵਾਸ ਹੋ ਜਾਂਦਾ ਨਾ। ਹਾਂਜੀ ਬਿਲਕੁਲ। ਤੇ ਪਹਿਲਾਂ ਗੋਰੇ ਵੀ ਇਦਾਂ ਹੀ ਸੋਚਦੇ ਹੁੰਦੇ ਸੀ ਵੀ ਜਿਹੜਾ ਜੀਪੀ ਉਹ ਇੱਕ ਗੋਡ ਆ, ਜੋ ਕੁਛ ਉਹਨੇ ਕਹਿਤਾ ਬਸ ਠੀਕ ਹੀ ਆ। ਹਾਲੇ ਵੀ ਉਹ ਹੈਗਾ, ਹਲੇ ਵੀ ਕੁਛ ਹੈਗਾ, ਪਰ ਗੋਰਿਆਂ ਵਿੱਚ ਥੋੜਾ ਬਹੁਤ ਤਾਂ ਚੇਂਜ ਆਇਆ, ਹੁਣ ਕੁਐਸਚਨ ਕਰਦੇ ਆ। ਹਾਂਜੀ, ਤੇ ਲੀਫਲੇਟ ਵਿੱਚ ਪਾਏ ਹੁੰਦੇ, ਲੀਫਲੇਟ ਵੀ ਪੜ੍ਹਦੇ ਆ। ਪਰ ਸਾਡੀ ਕਮਿਊਨਿਟੀ 'ਚ ਹਲੇ ਵੀ ਇਹੀ ਆ ਵੀ ਡਾਕਟਰ ਜਿਹੜੇ ਉਹ ਗੋਡ ਆ, ਉਹਨਾਂ ਨੂੰ ਸਭ ਕੁਝ ਪਤਾ ਹੈ, ਜੋ ਕੁਝ ਉਹ ਕਹਿੰਦੇ ਸਾਨੂੰ ਉਹੀ ਕੁਝ ਕਰਨਾ ਚਾਹੀਦਾ। ਜਿੰਨੇ ਵੀ ਤੁਸੀਂ ਘਰ ਬੈਠੇ ਹੋ ਓਨੈਸਟਲੀ ਪੁੱਟ ਯੂਰ ਹੈਂਡ ਔਨ ਯੂਰ ਹਾਰਟ, ਕਿੰਨੇ ਲੋਕ ਹੋ ਤੁਸੀਂ ਜਦੋਂ ਤੁਹਾਨੂੰ ਡਾਕਟਰ ਤੁਹਾਡਾ ਜੀਪੀ ਮੈਡੀਸਨ ਦਿੰਦਾ ਹੈ ਤੁਸੀਂ ਖਾਣੀ ਸ਼ੁਰੂ ਕਰ ਦਿੰਦੇ, ਕਦੇ ਲੀਫਲੇਟ ਪੜ੍ਹਿਆ? ਆਮ ਸ਼ੋਰ ਕੋਈ ਨਹੀਂ ਪੜ੍ਹਦਾ ਭਾਜੀ। ਹਾਂ, ਬਹੁਤ ਘੱਟ ਲੋਕੀ ਪੜ੍ਹਦੇ। ਹਾਂਜੀ, ਬਹੁਤ ਲੋਕ ਘੱਟ ਪੜ੍ਹਦੇ ਨੇ, ਬਹੁਤ ਲੱਗ। ਉਹ ਵੱਡੀ ਗੱਲ ਹੈਗੀ ਆ। ਪਤਾ ਇੱਕ ਜਿਹੜੀ ਸੋਚ ਹੈ ਪਲੀਜ਼ ਇਹਨੂੰ ਥੋੜਾ ਬਦਲੋ। ਇਸ ਕਰਕੇ ਅਸੀਂ ਸ਼ੋਅ ਲੈ ਕੇ ਆਉਂਦੇ ਆ, ਤੁਹਾਨੂੰ ਬਿਲਕੁਲ ਨਹੀਂ ਕਹਿੰਦੇ ਖਾਣਾ ਕਿ ਨਾ ਖਾਣਾ। ਐਂਡ ਆਫ ਦਾ ਡੇ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਆ ਆਪਣੀ ਸਿਹਤ ਦੇ ਨਾਲ, ਆਪਣੇ ਜਿਸਮ ਦੇ ਨਾਲ। ਪੜ੍ਹੋ, ਉਹਦੇ ਤੇ ਗੌਰ ਕਰੋ ਕਿ ਇੱਕ ਪਾਸੇ ਇਲਾਜ ਹੁੰਦਾ, ਇੱਕ ਪਾਸੇ ਨੁਕਸਾਨ ਹੁੰਦਾ। ਜੇ ਇਲਾਜ ਨਾਲ ਨੁਕਸਾਨ ਜ਼ਿਆਦਾ ਹੈ ਫਿਰ ਤਾਂ ਡਿਸਾਈਡ ਕਰਨਾ ਔਖਾ ਨਹੀਂ ਭਾਜੀ। ਤੁਹਾਨੂੰ ਪਤਾ ਕਿ ਮੈਨੂੰ ਨਹੀਂ ਖਾਣੀ ਚਾਹੀਦੀ ਹੋ। ਹਾਂਜੀ ਹਾਂਜੀ, ਖੁਦ ਤੁਸੀਂ ਆਪਣੇ ਆਪਾਂ ਇੱਕ ਜ਼ਰਾ ਕਾਲ ਲੈ ਲਈ ਫਿਰ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਹਾਂਜੀ, ਕੁਐਂਟਰੀ ਤੋਂ ਬੋਲਦੇ ਆ। ਹਾਂਜੀ ਭਾਜੀ, ਕੀ ਕਹਿਣਾ ਚਾਹੁੰਦੇ? ਡਾਕਟਰ ਸਾਹਿਬ ਸੁਣ ਰਹੇ ਨੇ ਤੁਹਾਨੂੰ। ਹਾਂਜੀ, ਡਾਕਟਰ ਸਾਹਿਬ ਨਾਲ ਗੱਲ ਕਰਨੀ ਆ। ਮੈਂ ਕਿਹਾ ਨਾ ਸੁਣ ਰਹੇ ਨੇ, ਬੋਲੋ, ਤੁਸੀਂ ਆਪਣਾ ਸਵਾਲ ਪੁੱਛੋ। ਹਾਂਜੀ ਹਾਂਜੀ ਭਾਜੀ ਇੱਧਰ ਧਿਆਨ ਦਿਵੋ, ਤੁਸੀਂ ਸ਼ਾਇਦ ਟੀਵੀ ਦੇਖਦੇ ਹੋ। ਡਾਕਟਰ ਸਾਹਿਬ ਨਾਲ ਗੱਲ ਕਰੋ, ਤੁਹਾਡੀ ਆਵਾਜ਼ ਕਲੀਅਰ ਆ ਰਹੀ ਹੈ, ਬੋਲੋ ਕੀ ਪੁੱਛਣਾ ਚਾਹੁੰਦੇ ਹੋ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਭੈਣ ਜੀ। ਹੈਲੋ, ਹਾਂਜੀ ਦੱਸੋ ਭੈਣ ਜੀ। ਮੈਂ ਡਾਕਟਰ ਹੁਣਾਂ ਨਾਲ ਗੱਲ ਕਰਨੀ ਆ। ਭੈਣ ਜੀ ਤੁਸੀਂ ਨਾ ਟੀਵੀ ਵੱਲ ਧਿਆਨ ਦਿੰਦੇ ਹੋ, ਤੁਹਾਡਾ ਬਿਲਕੁਲ ਟੈਲੀਫੋਨ ਤੇ ਧਿਆਨ ਨਹੀਂ। ਮਾਫੀ ਚਾਹਾਂਗਾ, ਟਾਈਮ ਬੜਾ ਜ਼ਾਇਆ ਹੋ ਰਿਹਾ। ਤੁਸੀਂ ਜ਼ਰਾ ਉੱਚੀ ਬੋਲੋ ਤੇ ਡਾਕਟਰ ਨੂੰ ਆਵਾਜ਼ ਆ ਰਹੀ ਹੈ। ਤੁਸੀਂ ਆਪਣਾ ਸਵਾਲ ਪੁੱਛੋ ਹੁਣ। ਅਸੀਂ ਸਾਡੇ ਮੁੰਡੇ ਨੂੰ ਸਕਿਨ ਦੀ ਪ੍ਰੋਬਲਮ ਹੋਈ 3-4 ਸਾਲ ਹੋ ਗਏ ਆ। ਹਾਂ, ਉਹ ਠੀਕ ਨਹੀਂ ਹੁੰਦੀ, ਕਲੀਅਰ ਹੋ ਜਾਂਦੀ ਆ ਫੇਰ ਹੋ ਜਾਂਦੀ ਆ। ਹਾਂਜੀ ਤਾਂ ਹਾਂਜੀ, ਕਹਿੰਦੇ ਕਿ ਮੈਂ ਪ੍ਰੋਪਰ ਨਾਂ ਤਾਂ ਨਹੀਂ ਜਾਣਦੀ, ਸੈਸਕੋਸੇਨਾ ਦੀ ਪ੍ਰੋਬਲਮ ਆ। ਸੋਰਾਇਸਿਸ। ਕੋਈ ਇਹਦਾ ਇਲਾਜ ਹੈਗਾ? ਹਾਂਜੀ, ਇਲਾਜ ਹੈਗਾ ਭੈਣ ਜੀ। ਕਿ ਕਿੰਨੀ ਉਮਰ ਹੈ ਬੱਚੇ ਦੀ? ਹੈਗੀ 24-25 ਸਾਲ ਦਾ ਆ। ਹਾਂਜੀ, ਇਹ ਕੋਈ ਸਟ੍ਰੈਸ ਸੀਗੀ ਜਦੋਂ ਸ਼ੁਰੂ ਹੋਇਆ ਜੀ? 3 ਸਾਲ ਹੋ ਗਏ ਆ। ਹਾਂਜੀ, ਯੂਨੀਵਰਸਿਟੀ ਪੜ੍ਹਦਾ ਸੀ ਉਸ ਵੇਲੇ? ਸੁਣਦਾ ਨਹੀਂ। ਹਾਂਜੀ, ਭੈਣ ਜੀ ਜਦੋਂ ਸ਼ੁਰੂ ਹੋਇਆ ਸੀਗਾ ਉਹਨੂੰ ਕੋਈ ਏਦਾਂ ਕੋਈ ਸਟ੍ਰੈਸ ਸੀਗੀ ਕਿ ਯੂਨੀਵਰਸਿਟੀ ਜਾਂਦਾ ਸੀ ਬੱਚਾ ਤੁਹਾਡਾ ਉਸ ਟਾਈਮ ਦੇ ਉੱਪਰ? ਹਾਂਜੀ ਹਾਂਜੀ, ਯੂਨੀਵਰਸਿਟੀ ਜਾਂਦਾ ਸੀ, ਉੱਥੋਂ ਹੋਈ। ਹਾਂਜੀ, ਬਸ ਠੀਕ ਹੈ। ਹਾਂ, ਬਸ ਫਿਰ ਉਹਨਾਂ ਨੂੰ, ਕਈ ਬੱਚਿਆਂ ਨੂੰ ਇਦਾਂ ਹੁੰਦਾ ਜਦੋਂ ਯੂਨੀਵਰਸਿਟੀ 'ਚ ਹੁੰਦੇ ਨਾ, ਉਹਨਾਂ ਨੂੰ ਸਟ੍ਰੈਸ ਬਹੁਤ ਹੁੰਦੀ ਪੜ੍ਹਾਈ ਦੀ, ਤੇ ਉਹ ਸਟ੍ਰੈਸ ਦੇ ਨਾਲ ਸ਼ੁਰੂ ਹੋ ਜਾਂਦਾ ਹੈ। ਤੇ ਭੈਣ ਜੀ ਅਸੀਂ ਫਿਰ ਤੁਹਾਨੂੰ ਕੰਟੈਕਟ ਕਰਾਂਗੇ, ਸਾਰਾ ਫਿਰ ਇਨਫੋਰਮੇਸ਼ਨ ਲੈ ਕੇ ਫਿਰ ਹੋਮਿਓਪੈਥਿਕ ਦਵਾਈ ਦੇਵਾਂਗੇ। ਠੀਕ ਹੈ ਜੀ? ਹਾਂਜੀ ਹਾਂਜੀ, ਓਕੇ। ਭੈਣ ਜੀ ਥੈਂਕ ਯੂ ਕਾਲ ਕਰਨ ਦਾ। ਪ੍ਰੋਗਰਾਮ ਦੇਖਦੇ ਰਹੋ, ਹੋਰ ਵੀ ਬੜੀਆਂ ਗੱਲਾਂ ਇੰਟਰਸਟਿੰਗ ਹੁੰਦੀਆਂ ਨੇ। ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਤੁਹਾਨੂੰ ਬਾਅਦ ਦੇ ਵਿੱਚ ਤੁਹਾਨੂੰ ਕਾਲ ਕਰਾਂਗੇ ਜਾਂ ਅੱਜ ਜਾਂ ਕੱਲ੍ਹ ਜਦੋਂ ਵੀ ਮੌਕਾ ਲੱਗਿਆ। ਡਾਕਟਰ ਸਾਹਿਬ ਬਹੁਤ ਬਿਜ਼ੀ, ਮੈਂ ਹਮੇਸ਼ਾ ਰਿਪੀਟ ਕਰਦਾ ਕਿ ਪਹਿਲਾਂ 2 ਦਿਨਾਂ 'ਚ ਡਾਕਟਰ ਜੀ ਕਾਲ ਕਰ ਸਕਦੇ ਸੀਗੇ। ਹੁਣ ਬੜੇ ਲੋਕ ਜੁੜੇ ਨੇ ਕਿਉਂਕਿ ਬਿਮਾਰੀਆਂ ਬਹੁਤ ਵਧੀਆਂ ਹੋਈਆਂ ਨੇ। ਕਈ ਦਫਾ ਹਫਤਾ, 1.5 ਹਫਤਾ, 2 ਹਫਤੇ ਵੀ ਲੱਗ ਜਾਂਦੇ। ਵੇਟ ਕਰਿਓ, ਉਹ ਕਾਲ ਤੁਹਾਨੂੰ ਜ਼ਰੂਰ ਕਰਨਗੇ। ਔਰ ਮੈਂ ਇੱਕ ਚੀਜ਼ ਰਿਕੁਐਸਟ ਕਰਦਾ, ਪਲੀਜ਼ ਜਦੋਂ ਤੁਸੀਂ ਹੁਣ ਟੀਵੀ ਦੇਖਦੇ ਹੋ, ਜਦੋਂ ਤੁਸੀਂ ਟੈਲੀਫੋਨ ਤੇ ਆਉਂਦੇ ਨਾ ਤੇ ਉਹ ਰੂਮ ਚੋਂ ਬਾਹਰ ਚਲੇ ਜਾਓ ਜਾਂ ਟੀਵੀ ਨੂੰ ਬਿਲਕੁਲ ਲੋ ਕਰ ਦੇਵੋ, ਕਿਉਂਕਿ ਡਿਸਟਰਬੈਂਸ ਬੜੀ ਹੁੰਦੀ ਹੈ ਤੇ ਫਿਰ ਟਾਈਮ ਕਾਫੀ ਜ਼ਾਇਆ ਹੋ ਜਾਂਦਾ। ਜੀ ਡਾਕਟਰ ਸਾਹਿਬ। ਹਾਂਜੀ, ਸੋ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਅਜੀਬ ਜਿਹੀ ਗੱਲ ਆ, ਫਨੀ ਵੀ ਹੈਗੀ ਆ। ਵੀ ਹੁਣ ਦੇਖੋ ਸਾਰੇ ਜਦ ਦਾ ਇਹ ਕਰੋਨਾ ਵਾਇਰਸ ਸ਼ੁਰੂ ਹੋਇਆ, ਸਾਰੇ ਡਾਕਟਰ ਆਪਣੇ ਘਰੇ ਬੈਠੇ ਆ, ਟੈਲੀਫੋਨ ਤੇ ਕੰਸਲਟੇਸ਼ਨ ਕਰ ਰਹੇ ਆ। ਬਿਲਕੁਲ ਹਾਂਜੀ, ਕੋਈ ਮਰੀਜ਼ ਨਹੀਂ ਦੇਖਦਾ। ਬਿਲਕੁਲ ਸਹੀ ਗੱਲ ਹੈ। ਤੇ ਹੁਣ ਜਦੋਂ ਫਲੂ ਲਾਉਣ ਦੇ ਟੀਕੇ ਦਾ ਟਾਈਮ ਹੋ ਗਿਆ ਨਾ, ਹੁਣ ਸਾਰੇ ਡਾਕਟਰ ਰੈਡੀ ਆ ਪੇਸ਼ੈਂਟਾਂ ਦੇ ਇੰਜੈਕਸ਼ਨ ਲਾਉਣ ਇਹ ਲਈ। ਸੋਚਣ ਵਾਲੀ ਗੱਲ ਹੈ, ਪੱਕੀ ਗੱਲ ਹੈ ਤੁਹਾਡੀ। ਸੋ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਕਿਉਂ ਹੁਣ ਉਹ ਲਾ ਰਹੇ ਟੀਕੇ, ਪੇ ਕਿਉਂ ਹੁਣ ਆਪਣੀ ਘਰੋਂ ਨਿਕਲ ਜੀ ਰਹੇ ਬੜੀ ਬਾਹਰ। ਕਲੈਵਰ ਗੱਲ ਹੈ, ਬਹੁਤ ਹਾਂਜੀ। ਕਲੈਵਰ ਗੱਲ ਹੈ, ਵੈਰੀ ਨਾਈਸ। ਹਾਂਜੀ, ਸੋ ਇਹਦਾ ਰੀਜ਼ਨ ਸਿਰਫ ਇਹੀ ਆ, ਇਟਸ ਕਮਰਸ਼ੀਅਲ। ਕਿਉਂਕਿ ਜਦੋਂ ਵੀ ਤੁਹਾਡੇ ਟੀਕਾ, ਕੋਈ ਵੀ ਟੀਕਾ ਲਾਉਂਦਾ ਹੈ ਨਾ, ਨਾਟ ਓਨਲੀ ਫਲੂ ਵੈਕਸੀਨੇਸ਼ਨ, ਹੋਰ ਵੀ ਟੀਕਾ ਜਦੋਂ ਵੀ ਤੁਹਾਡਾ ਜੀਪੀ ਤੁਹਾਡੇ ਲਾਉਂਦਾ, ਉਹਨੂੰ ਫੀਸ ਮਿਲਦੀ ਹੈ। ਭਾਜੀ ਬਹੁਤ ਇੰਟਰਸਟਿੰਗ, ਆਪਾਂ ਗੱਲ ਜਾਰੀ ਰੱਖਦੇ ਹਾਂ। ਆਪਾਂ ਕਾਲ ਲੈ ਲਈਏ ਪਹਿਲਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭਾਜੀ, ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ ਜੀ? ਹੈਲੋ
ਮੈਨੂੰ ਲੱਗਦਾ ਕਾਲ ਡ੍ਰੌਪ ਹੋ ਗਈ। ਮੈਂ ਫਿਰ ਰਿਪੀਟ ਕਰਾਂਗਾ, ਪਲੀਜ਼ 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 ਜਦੋਂ ਤੁਸੀਂ ਕਾਲ ਕਰਦੇ ਹੋ ਟੈਲੀਵਿਜ਼ਨ ਤੋਂ ਬਾਹਰ ਆ ਜਾਓ ਰੂਮ ਦੇ ਵਿੱਚੋਂ, ਜਾਂ ਉਹਨੂੰ ਬਿਲਕੁਲ ਬੰਦ ਕਰ ਦਿਓ ਤੇ ਫਿਰ ਗੱਲ ਕਰੋ, ਬਿਕੋਜ਼ ਕਾਫੀ ਲਾਈਨਾਂ ਤੇ ਬਿਜ਼ੀ ਹੋ ਜਾਂਦੇ, ਫਿਰ ਅਸੀਂ ਗੱਲ ਟਾਈਮ ਵੇਸਟ ਹੋ ਜਾਂਦਾ ਹੈ। ਹਾਂਜੀ ਡਾਕਟਰ ਸਾਹਿਬ। ਹਾਂਜੀ, ਸੋ ਜੀਪੀ ਸੇ 1 ਸਾਲ ਪਹਿਲੇ ਹੀ ਫਲੂ ਵੈਕਸੀਨ ਜਿਹੜੇ ਆਰਡਰ ਕਰ ਲੈਂਦੇ ਆ ਤੇ ਇਹ ਬਲਕ ਆਰਡਰ ਕਰਦੇ ਆ। ਬਲਕ ਆਰਡਰ। ਹਾਂਜੀ, ਕਿਉਂਕਿ ਜਿੰਨਾ ਜ਼ਿਆਦਾ ਇਹ ਬਲਕ ਆਰਡਰ ਕਰਦੇ ਉਹਨਾਂ ਡਿਸਕਾਊਂਟ ਇਹਨਾਂ ਨੂੰ ਮਿਲ ਜਾਂਦਾ ਹੈ, ਸੋ ਪੈਸੇ ਸੇਵਿੰਗਸ ਵੀ ਹੋ ਜਾਂਦੀ ਖਰੀਦਣ ਚ। ਹਾਂਜੀ, ਤੇ ਜਿੰਨੇ ਟੀਕੇ ਲਾਉਣਗੇ ਉਨੀਆਂ ਇਹਨਾਂ ਨੂੰ ਫੀਸ ਐਕਸਟਰਾ ਮਿਲਦੀ ਹੈ ਗਵਰਨਮੈਂਟ ਵੱਲੋਂ। ਠੀਕ ਹੈ। ਪਰ ਡਾਕਟਰ ਸਾਹਿਬ ਤੁਸੀਂ ਬੜੀ ਅੱਛੀ ਇੱਕ ਨਾ ਮੁੱਦਾ ਦਰ ਖੜਾ ਕੀਤਾ ਹੈ, ਕਿਉਂਕਿ ਜਦੋਂ ਤੁਸੀਂ ਰੋਂਦੇ ਹੋ, ਬੜੀ ਬਿਮਾਰ ਹੋ, ਤੁਸੀਂ ਡਾਕਟਰ ਨੂੰ ਰਿਕੁਐਸਟ ਕਰਦੇ ਹੋ, ਉਹ ਕਹਿੰਦੇ ਕਿ ਡਾਕਟਰ ਤੁਹਾਨੂੰ ਫੋਨ ਤੇ ਕੰਸਲਟੇਸ਼ਨ ਕਰੇਗਾ, ਮਿਲੇਗਾ ਨਹੀਂ। ਹਾਂਜੀ, ਤੇ ਹੁਣ ਜਦੋਂ ਸੂਏ ਦਾ ਟਾਈਮ ਆ ਗਿਆ ਤੇ ਆਓ ਜੋ ਤੇ ਫਟਾਫਟ ਲਗਾ ਲਓ, ਸਭ ਕੁਝ ਤਿਆਰ ਹੋ ਗਿਆ। ਹਾਂਜੀ, ਦੇਖੋ ਤੁਸੀਂ ਆਪੇ ਸੋਚੋ, ਇਹ ਸੋਚਣ ਵਾਲੀ ਗੱਲ ਹੈ ਸੋਚਣ ਨਾ। ਵਾਲੀ ਗੱਲ ਹੈ। ਹਾਂਜੀ, ਦੈਟਸ ਰਾਈਟ, ਵਾਟਸ ਹੈਪਨਿੰਗ। ਦੇਖੋ ਇਹ ਪ੍ਰੋਗਰਾਮ ਦਾ ਤੁਹਾਨੂੰ ਅਵੇਅਰ ਕਰਦਾ, ਤੁਹਾਨੂੰ ਜਾਗਰਣ ਕਰਦਾ ਕਿ ਤੁਸੀਂ ਜਾਗੋ ਥੋੜਾ, ਪਲੀਜ਼ ਪਲੀਜ਼ ਤੁਸੀਂ ਨਾ ਅੱਖਾਂ ਬੰਦ ਕਰਕੇ ਨਾ ਇਹਦੇ ਤੇ ਵਿਸ਼ਵਾਸ ਕਰੋ, ਕੁਝ ਆਪਣਾ ਸਟੱਡੀ ਕਰਿਆ ਕਰੋ। ਅਗਰ ਜੇ ਤੁਸੀਂ ਉਹ ਲੀਫਲੈਟ ਅੰਦਰ ਉਹਦਾ ਨਹੀਂ ਪੜ੍ਹ ਸਕਦੇ, ਕਿ ਲੋਕ ਇੰਗਲਿਸ਼ ਨਹੀਂ ਪੜ੍ਹਦੇ ਔਰ ਮੁਸ਼ਕਿਲ ਹੀ ਹੁੰਦਾ ਸਮਝਣਾ, ਇਹ ਪ੍ਰੋਗਰਾਮ ਦੇਖੋ, ਰਿੰਗ ਕਰੋ, ਹਰ ਚੀਜ਼ ਦਾ ਜਵਾਬ ਤੁਹਾਨੂੰ ਇਸ ਪ੍ਰੋਗਰਾਮ 'ਚ ਮਿਲੇਗਾ। ਜੀ ਡਾਕਟਰ ਜੀ। ਹਾਂਜੀ, ਸੋ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਸਵਾਈਨ ਫਲੂ ਦਾ ਐਪੀਸੋਡ ਹੋਇਆ ਸੀ, ਉਹ ਕਹਿੰਦੇ ਸਵਾਈਨ ਫਲੂ ਉਦੋਂ ਵੀ ਸਾਰੇ ਲੋਕੀ ਡਰਨ ਲੱਗ ਪਏ ਸੀਗੇ। ਤੇ ਫਿਰ ਉਦੋਂ ਟੋਨੀ ਬਲੇਅਰ ਦੀ ਗਵਰਨਮੈਂਟ ਸੀ, ਉਸ ਵੇਲੇ ਲੇਬਰ ਗਵਰਨਮੈਂਟ ਸੀ, ਤੇ ਇਹਨਾਂ ਨੂੰ ਕਿਸੇ ਨੇ ਅਪਰੋਚ ਕੀਤਾ, ਕਿਸੇ ਕੰਪਨੀ ਨੇ, ਵੀ ਅਸੀਂ ਸਵਾਈਨ ਫਲੂ ਬਣਾਉਣਾ ਹੈ, ਹਨਾ। ਤੇ ਉਹਨੇ ਕੀ ਕੀਤਾ, ਜਿਹੜੀ ਗਵਰਨਮੈਂਟ ਲੇਬਰ ਪਾਰਟੀ ਨੂੰ 5 ਮਿਲੀਅਨ ਪਾਉਂਡ ਦਾ ਡੋਨੇਸ਼ਨ ਦੇ ਦਿੱਤਾ ਜੀ। ਹਾਂਜੀ, ਕੰਟਰੈਕਟ ਕਿਹਨੂੰ ਮਿਲਣਾ ਸੀ ਫਿਰ? ਉਸੇ ਕੰਪਨੀ ਨੂੰ ਮਿਲਿਆ ਨਾ। ਬਿਲਕੁਲ। ਤੇ ਉਹਦੇ ਵਿੱਚੋਂ ਉਹਨੇ ਮੇਰੇ ਖਿਆਲ ਕਮਾਈ ਹੋਣੀ 50 ਮਿਲੀਅਨ। ਬਿਲਕੁਲ। ਉਹ ਸਵਾਈਨ ਫਲੂ ਇੱਥੇ ਮੁਲਕ ਵਿੱਚ ਆਈ ਵੀ ਨਹੀਂ, ਉਹ ਸਾਰੀਆਂ ਜਿੰਨੀਆਂ ਵੈਕਸੀਨ ਪਈਆਂ ਸੀਗੀਆਂ ਵੇਅਰ ਹਾਊਸ 'ਚ, ਉਦੋਂ ਹੀ ਬਾਅਦ ਸੁੱਟਣੀਆਂ ਪਈਆਂ ਬਾਅਦ 'ਚ। ਉਹ ਤਿਆਰੀ ਰੱਖਦੇ ਨਾ, ਜੇ ਲੋੜ ਪਈ ਤੇ ਅੱਗੇ ਸਮਾਨ ਪਿਆ ਹੈ। ਐਗਜ਼ੈਕਟਲੀ, ਪਰ ਲੋੜ ਪਈ ਨਹੀਂ ਉਹਦੀ, ਤੇ ਕੰਟਰੈਕਟ ਵੀ ਉਹਨੂੰ ਦਿੱਤਾ ਜੇ ਤੋਂ ਉਹਨਾਂ ਨੂੰ ਬੈਨੀਫਿਟ ਹੋਇਆ। ਸੋ ਇਹ ਗਵਰਨਮੈਂਟ ਜਿਹੜੀ ਆ ਇਦਾਂ ਚੱਲਦੀ ਹੈ ਸਾਰੇ ਕੰਮ ਜਿਹੜੇ ਇਹ ਇੰਡੀਆ ਵਿੱਚ ਤੁਸੀਂ ਦੇਖਿਆ ਨਾ, ਵੀ ਉੱਥੇ ਤਾਂ ਬ੍ਰਾਈਬਰੀ ਓਪਨਲੀ ਹੁੰਦੀ ਹੈ ਨਾ। ਬਿਲਕੁਲ। ਹਾਂਜੀ, ਸੋ ਕੋਈ ਸੀਕ੍ਰੀਟ ਨਹੀਂ ਹੁੰਦੀ ਹੈਗੀ, ਓਪਨਲੀ ਸਭ ਕੁਝ ਹੁੰਦਾ ਹੈ। ਪਰ ਪਤਾ ਕੀ ਇੱਥੇ ਹੋਰ ਲੈਵਲ ਤੇ ਹੁੰਦਾ ਹੈ ਇਸ ਡਾਕਟਰ, ਹਾਂ ਹੋਰ ਲੈਵਲ ਤੇ, ਕਿਉਂਕਿ ਇੱਕ ਲੋਕਾਂ ਨੂੰ ਵਿਸ਼ਵਾਸ ਬਹੁਤ ਹੈ। ਹਾਂਜੀ, ਵਿਸ਼ਵਾਸ ਗਵਰਨਮੈਂਟ ਬਣਾਉਂਦੀ ਹੈ, ਤੁਹਾਡਾ ਵਿਸ਼ਵਾਸ ਹੈ ਨਾ। ਹਾਂ, ਬਣਾਉਂਦੀ ਆ। ਹੁਣ ਜਿਹੜੇ ਮੈਡੀਕਲ ਅਫਸਰ ਲੱਗੇ ਆ, ਉਹਨੇ ਗਵਰਨਮੈਂਟ ਦੇ ਹੱਕ ਵਿੱਚ ਹੀ ਬੋਲਣਾ ਹੈ। ਬਿਲਕੁਲ। ਹਾਂਜੀ, ਕਿਉਂਕਿ ਉਹਨਾਂ ਦੀ ਪੇ ਤਾਂ ਉਹਨੇ ਕਰਨਾ ਉਹਨਾਂ ਨੂੰ। ਬਿਲਕੁਲ। ਹਾਂਜੀ, ਸੋ ਇੱਕ ਫਿਲਾਸਫੀ ਜਿਹੜੀ ਐਲੋਪੈਥੀ, ਉਹ ਵੀ ਗਲਤ ਹੈਗੀ ਹੈ ਨਾ ਫਿਲਾਸਫੀ। ਇਹ ਲੋ ਆਫ ਆਪੋਜ਼ਿਟਸ ਤੇ ਚੱਲਦੇ ਆ। ਇੰਡੀਆ ਕੁਝ ਜ਼ਿਆਦਾ ਬਦਨਾਮ ਹੋ ਚੁੱਕਾ ਹੈ, ਇੱਥੇ ਵੀ ਚੀਜ਼ ਹੈਗੀ ਹੈ, ਲੇਕਿਨ ਹੋਰ ਪ੍ਰੋਫੈਸ਼ਨਲੀ ਤਰੀਕੇ ਨਾਲ ਹੁੰਦੀ ਹੈ। ਫੰਡਿੰਗ ਕਿੱਦਾਂ ਹੁੰਦੀ ਹੈ, ਕੌਣ ਉਹਨੂੰ ਮੈਨੂਫੈਕਚਰ ਕਰਦਾ, ਕਿਹੜੇ ਫਾਰਮਾਸਿਊਟੀਕਲ ਆਉਂਦੀਆਂ ਨੇ, ਕਿਸ ਤਰ੍ਹਾਂ ਗਵਰਨਮੈਂਟ ਨਾਲ ਡੀਲ ਕਰਕੇ ਆਉਂਦੀ ਹੈ, ਇਹ ਬੜੀਆਂ ਦੇਖਣ ਵਾਲੀਆਂ ਚੀਜ਼ਾਂ ਹੁੰਦੀਆਂ। ਓਨੈਸਟਲੀ ਕਿ ਮੈਂ ਤਾਂ ਰੀਅਲੀ ਸ਼ੌਕਡ ਹੋ ਗਿਆ ਜਿੱਦਾਂ ਭਾਜੀ ਨੇ ਹੁਣ ਫਲੂ ਜੈਬ ਦੀ ਗੱਲ ਦੱਸੀ ਹੈ, ਕਲਸਟਰ ਗੋਲੀ ਦੀ, ਇੱਦਾਂ ਤਾਂ ਬੇਸ਼ੁਮਾਰ ਦਵਾਈਆਂ ਹੈਗੀਆਂ ਭਾਜੀ, ਕੋਈ ਨਾ ਕੋਈ ਉਹਦਾ ਇਫੈਕਟ ਹੈਗਾ ਤਰ੍ਹਾਂ ਤਰ੍ਹਾਂ ਦਾ। ਸਾਰਾ ਐਲੋਪੈਥਿਕ ਦਵਾਈਆਂ ਦਾ ਸਿਸਟਮ ਭਾਜੀ ਜਿਹੜਾ ਹੈਗਾ ਆ, ਇਹ ਬਹੁਤ ਵੱਡੀ ਬਿਗ ਬਿਜ਼ਨਸ ਆ ਇਹ। ਹਾਂਜੀ, ਬਿਗ ਬਿਜ਼ਨਸ। ਇਹਦੇ ਵਿੱਚੋਂ ਜਿੰਨੇ ਪ੍ਰੋਫਿਟ ਮਿਲਦੇ ਆ ਇਸ ਇੰਡਸਟਰੀ ਵਿੱਚੋਂ, ਹੋਰ ਕਿਸੇ ਇੰਡਸਟਰੀ ਚੋਂ ਨਹੀਂ ਮਿਲਦੇ ਹੈਗੇ। ਤੇ ਇਹ ਇੱਥੇ ਇੰਗਲੈਂਡ ਦੀ ਜਿਹੜੀ ਇੰਡਸਟਰੀ ਆ ਐਲੋਪੈਥਿਕ ਦਵਾਈਆਂ ਦੀ, ਇਹ ਖਾਸ ਬਹੁਤ ਸਟਰੋਂਗ ਆ। ਸੋ ਇਸ ਕਰਕੇ ਗਵਰਨਮੈਂਟ ਨੂੰ ਉਹਨਾਂ ਨੂੰ ਸਪੋਰਟ ਕਰਨਾ ਪੈਂਦਾ, ਕਰਕੇ ਬਾਹਰਲੇ ਮੁਲਕਾਂ ਨੂੰ ਦਵਾਈਆਂ ਇੱਥੋਂ ਬਹੁਤ ਜਾਂਦੀਆਂ, ਇਸ ਮੁਲਕ ਨੂੰ ਇਨਕਮ ਆਉਂਦੀ ਆ। ਰਾਈਟ, ਸੋ ਉਹਨਾਂ ਨੂੰ ਇੱਕ ਦੂਜੇ ਨੂੰ ਸਪੋਰਟ ਕਰਨਾ ਹੀ ਪੈਂਦਾ ਹੈ। ਪਰ ਡਾਕਟਰ ਸਾਹਿਬ ਇਹ ਮੇਰੇ ਨਾ ਪਹਿਲਾਂ ਕਾਲ ਲੈ ਲੈ, ਫਿਰ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭਾਜੀ ਕੌਣ ਬੋਲਦੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਜੀ ਸੁਰਿੰਦਰ ਸਿੰਘ ਬੋਲ ਰਿਹਾ ਜੀ, ਜਰਮਨੀ ਤੋਂ। ਬਹੁਤ ਸਵਾਗਤ ਕਰਦੇ ਹਾਂ ਭਾਜੀ, ਕੀ ਪੁੱਛਣਾ ਚਾਹੁੰਦੇ? ਡਾਕਟਰ ਸਾਹਿਬ ਸੁਣ ਰਹੇ ਨੇ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਸੀਗਾ, ਮੇਰੇ ਬ੍ਰੇਨ ਦੇ ਵਿੱਚ ਅੱਧੇ ਹਿੱਸੇ ਦੇ ਵਿੱਚ ਦਰਦ ਹੁੰਦਾ ਰਹਿੰਦਾ, ਔਰ ਟੀਨੀਟੂਸ ਚੱਲਦੀ ਰਹਿੰਦੀ ਹੈ, ਟੀਨੀਟੂਸ। ਹਾਂ। ਔਰ ਗਰਦਨ ਦੇ ਵਿੱਚ ਮੇਰੇ ਦਰਦ ਹੁੰਦਾ ਰਹਿੰਦਾ ਨਾਲ, ਤੇ ਕੰਨ ਦੇ ਵਿੱਚ ਸਾਂ ਦੀ ਆਵਾਜ਼, ਖੱਬੇ ਪਾਸੇ ਵੀ ਤੇ ਸੱਜੇ ਪਾਸੇ ਵੀ। ਮੇਰੇ ਅੱਧੇ ਤਕਰੀਬਨ ਇਹ ਕਾਫੀ ਦੇਰ ਤੋਂ 3-4 ਸਾਲ ਹੋ ਗਿਆ, ਇਹ ਠੀਕ ਨਹੀਂ ਹੋ ਰਹੀ ਹੈਗੀ। ਹਾਂਜੀ ਭਾਜੀ, ਸੋ ਤੁਸੀਂ ਦੱਸ ਸਕਦੇ ਕਿ ਤੁਹਾਨੂੰ ਸਟ੍ਰੈਸ ਕਾਹਦੀ ਰਹਿੰਦੀ ਆ? ਸਟ੍ਰੈਸ ਤਾਂ ਇੱਡੀ ਕੋਈ ਖਾਸ ਨਹੀਂ ਹੈਗੀ। ਸਟ੍ਰੈਸ ਦਾ ਚੱਕਰ ਇਹ ਆ ਵੀ ਫੈਮਿਲੀਦਾਰ ਬੰਦੇ ਆ, ਬਾਲ ਬੱਚੇ ਵਾਲੇ ਹੈਗੇ ਆ, 64-65 ਸਾਲ ਦੀ ਮੇਰੀ ਉਮਰ ਹੈ, ਤੇ ਸਟ੍ਰੈਸ ਤਾਂ ਘਰ ਦੀਆਂ ਮਾਮੂਲੀਆਂ ਹੁੰਦੀਆਂ ਨੇ, ਜਾਂ ਮਾੜੀ ਮੋਟੀ ਹੋਈ ਤਾਂ ਐਡੀ ਕੋਈ ਖਾਸ ਤਾਂ ਲੈ ਕੇ ਤੁਰੀਦਾ ਨਹੀਂ ਹੈਗਾ। ਸਟ੍ਰੈਸ ਬਸ ਇਹੀ ਹੈ, ਕਾਰੋਬਾਰ ਹੋਏ, ਘਰ ਦੇ ਸਿਲਸਿਲੇ ਹੋਏ, ਬਸ ਆਹੀ ਇੰਨਾ ਕੀ, ਹੋਰ ਤਾਂ ਕੋਈ ਚੱਕਰ ਨਹੀਂ ਹੈ, ਕੋਈ ਐਡਾ ਖਾਸ ਕੋਈ ਚੱਕਰ ਨਹੀਂ। ਹਾਂਜੀ ਹਾਂਜੀ। ਸੋ ਟਿਨੀਟਸ ਭਾਜੀ ਇਹਦੇ ਕਈ ਵਜ੍ਹਾ ਹੋ ਸਕਦੇ ਆ। ਇਹ ਮੇਨਲੀ ਹੁੰਦਾ ਵੀ ਜੇ ਥੋੜਾ ਜਿਹਾ ਡੀਜਨਰੇਸ਼ਨ ਹੋ ਜਾਂਦਾ ਹੈ, ਜਿਹੜੇ ਕੰਨ ਦੇ ਵਿੱਚ ਇਨਸਾਈਡ ਆਰਗਨ ਹੁੰਦੇ ਆ, ਜਾਂ ਬਲੱਡ ਵੈਸਲ ਜਿਹੜੇ ਆ, ਜਾਂ ਉਹ ਜੰਮ ਜਾਂਦੇ ਆ, ਬਹੁਤ ਬਰੀਕ ਹੁੰਦੇ ਬਲੱਡ ਵੈਸਲ,
ਤੇ ਹਾਂਜੀ। ਉਹ ਜੰਮ ਜਾਂਦੇ, ਫਿਰ ਪੂਰੀ ਸਰਕੂਲੇਸ਼ਨ ਨਹੀਂ ਉਸ ਏਰੀਆ ਨੂੰ ਹੁੰਦੀ ਹੈਗੀ। ਹਾਂਜੀ। ਜਾਂ ਜਿਹੜੀਆਂ ਬਰੀਕ ਬਰੀਕ ਹੱਡੀਆਂ ਹੁੰਦੀਆਂ ਉਹ ਥੋੜ੍ਹੀਆਂ ਡੈਮੇਜ ਹੋ ਜਾਂਦੀਆਂ, ਉਹ ਫਿਰ ਆਵਾਜ਼ ਆਉਣ ਲੱਗ ਪੈਂਦੀ ਹੈ। ਅੱਛਾ ਤੇ ਜੀ। ਇਹਦਾ ਕੋਈ ਪੱਕਾ ਖਾਸ ਇਲਾਜ ਨਹੀਂ ਹੈਗਾ ਇਸ ਵੇਲੇ। ਹਾਂਜੀ ਹਾਂਜੀ, ਨਹੀਂ ਹੈਗਾ ਜੀ, ਨਹੀਂ ਹੈਗਾ, ਹਾਂਜੀ। ਨਹੀਂ ਹੈਗਾ। ਠੀਕ। ਮੈਂ ਬਹੁਤ ਡਾਕਟਰਾਂ ਕੋਲੇ ਮੈਂ ਗਿਆ, ਹਾਂਜੀ ਇੱਥੇ 5-6 ਸਾਲ ਤੋਂ ਇਲਾਜ ਕਰਵਾ ਰਿਹਾ, ਪਰ ਲੇਕਿਨ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਹੈਗਾ ਵੀ ਇਹਦਾ ਇਲਾਜ ਪੱਕਾ ਹੈਗਾ। ਹਾਂਜੀ ਐਵੇਂ ਆਰਟੀਫੀਸ਼ੀਅਲ ਜਿਹਾ ਗੱਲਾਂ ਦੱਸੀ ਜਾਂਦੇ ਨੇ ਵੀ ਇਹ ਕਰ ਲਿਆ ਕਰੋ ਉੱਥੇ, ਹਾਂਜੀ ਕੋਈ ਏਡੀ ਕੋਈ ਕੁਝ ਦਵਾਈ ਨਹੀਂ ਹੈਗੀ ਡਾਕਟਰ ਕੋਈ। ਸਾਹਿਬ ਕੁਝ ਹੈ ਕਿ ਕਿਸੇ ਨਹੀਂ, ਤਰੀਕੇ ਅਸੀਂ ਇਸ ਵੇਲੇ ਦਾ ਰਿਸਰਚ ਕਰ ਰਹੇ ਹਾਂ ਹਾਂ, ਕਿ ਜਿਹੜੇ ਅੱਛਾ ਜੀ। ਮਾਈਕਰੋ ਕੈਪਿਲਰੀਜ਼ ਆ ਉਹਨਾਂ ਨੂੰ ਕਿੱਦਾਂ ਰੀਜਨਰੇਟ ਕਰਨਾ ਹੈ। ਹਾਂ ਤੇ ਕੁਝ ਹਾਂਜੀ। ਪ੍ਰੋਡਕਟ ਮੇਰੇ ਕੋਲ ਆਏ ਇਸ ਵੇਲੇ ਜਿਹੜੇ ਖਾਸ ਕਰਕੇ ਡਾਇਬੈਟਿਕਸ ਲਈ ਆ, ਜਿਨ੍ਹਾਂ ਦੇ ਮਾਈਕਰੋ ਕੈਪਿਲਰੀਜ਼ ਪੈਰਾਂ ਵਿੱਚ ਡੈਮੇਜ ਹੋ ਚੁੱਕੇ ਆ, ਤੇ ਉਹ ਅਸੀਂ ਇਸ ਵੇਲੇ ਦੇ ਰਹੇ ਹਾਂ ਕੁਝ ਪੇਸ਼ੈਂਟਸ ਨੂੰ, ਤੇ ਉਹਨਾਂ ਦਾ ਪੋਜ਼ਿਟਿਵ ਰਿਜ਼ਲਟ ਆ ਰਿਹਾ। ਹਾਂਜੀ। ਅੱਛਾ ਜੀ। ਸੋ ਹੋ ਸਕਦਾ ਅੱਛਾ ਵੀ ਅਸੀਂ ਐਕਸਟੈਂਡ ਕਰਾਂਗੇ, ਟਿਨਿਟਸ ਸਫਰਰਸ ਲਈ ਵੀ ਉਹ ਟਰਾਈ ਕਰਾਂਗੇ। ਠੀਕ ਹੈ ਜੀ। ਭਾਜੀ ਤੁਸੀਂ ਠੀਕ ਹੈ। ਪ੍ਰੋਗਰਾਮ ਦੇਖਦੇ ਰਹੋ, ਬਸ ਅਰਦਾਸ ਕਰਦੇ ਹਾਂ ਕੋਈ ਨਾ ਕੋਈ ਦਵਾਈ ਨਿਕਲੇਗੀ। ਦੁਆ ਜਦੋਂ ਵੀ ਹੋਗੀ ਪਹਿਲਾਂ ਅਸੀਂ ਕਾਲ ਚੱਲਣ ਤੇ ਡਾਕਟਰ ਸਾਹਿਬ ਅਨਾਉਂਸ ਕਰਨਗੇ ਉਹਦੇ ਬਾਰੇ। ਇੱਕ ਸਵਾਲ ਮੈਂ ਹੋਰ ਕਰਨਾ ਸੀਗਾ ਜੀ, ਜੇ ਇਹ ਇਜਾਜ਼ਤ ਹੋਵੇ ਤਾਂ। ਜਰਾ ਛੇਤੀ ਕਰ ਲਿਓ, ਫਿਰ ਹੋਰ ਵੀ ਕਾਫੀ। ਹਾਂਜੀ ਉਹ ਗੱਲ ਇਹ ਹੈ ਜੀ, ਉਹ ਤਕਰੀਬਨ ਮੇਰੇ ਕੋਲ ਇਸ ਟਾਈਮ ਨਾ ਤਕਰੀਬਨ 2 ਮਹੀਨਿਆਂ ਤੋਂ ਮੇਰੇ ਪਿਸ਼ਾਬ ਦੀ ਪ੍ਰੋਬਲਮ ਚੱਲ ਰਹੀ ਹੈ। ਉਹਦਾ ਰੁਕਦਾ ਨਹੀਂਗਾ ਹੈਗਾ। ਦਵਾਈਆਂ ਵੀ ਲੈਣਾ, ਐਂਟੀਬਾਇਓਟਿਕਮ ਹੋਰ ਵੀ ਕੈਪਸੂਲ ਵਗੈਰਾ ਵੀ ਲੈਣਾ, ਪਰ ਲੇਕਿਨ ਉਹਦਾ ਤਕਰੀਬਨ 8-10 ਹਫ਼ਤੇ ਹੋ ਚੁੱਕੇ ਆ, ਉਹਦਾ ਕੋਈ ਆਰਾਮ ਨਹੀਂ ਆ ਰਿਹਾ। ਹਾਂਜੀ ਭਾਜੀ, ਉਹ ਅਸੀਂ ਹੋਮਿਓਪੈਥੀ ਦਵਾਈ ਨਾਲ ਠੀਕ ਕਰ ਦੇਵਾਂਗੇ। ਹੋ ਸਕਦਾ ਤੁਹਾਡਾ ਪ੍ਰੋਸਟੇਟ ਗਲੈਂਡ ਥੋੜਾ ਜਿਹਾ ਐਨਲਾਰਜਮੈਂਟ ਹੋਏਗਾ। ਹਾਂਜੀ, ਇਦਾਂ ਹੀ ਹੈ। ਹਾਂਜੀ ਇਦਾਂ ਹੀ ਹੈ। ਹਾਂਜੀ, ਇਦਾਂ ਹੀ ਹੈ। ਉਹ ਅਸੀਂ ਸ਼ਰਿੰਕ ਕਰ ਦੇਵਾਂਗੇ ਹੋਮਿਓਪੈਥੀ ਦਵਾਈਆਂ ਨਾਲ। ਅਸੀਂ ਫਿਰ ਤੁਹਾਨੂੰ ਕੰਟੈਕਟ ਕਰਾਂਗੇ। ਠੀਕ ਹੈ ਜੀ। ਠੀਕ ਹੈ ਜੀ, ਠੀਕ ਹੈ ਭਾਜੀ ਜੀ, ਥੈਂਕ ਬਹੁਤ ਯੂ, ਧੰਨਵਾਦ। ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਥੈਂਕ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਆਪਣਾ ਪ੍ਰੋਗਰਾਮ ਦੇਖਦੇ ਰਹੋ, ਹਾਲੇ ਕਾਫੀ ਟਾਈਮ ਪਿਆ ਦਾ ਟਾਈਮ ਹੋ ਰਹਿੰਦਾ ਤੇ ਤੁਹਾਡਾ ਜਿਹੜਾ ਟੈਲੀਫੋਨ ਹੈ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ। ਜਿੱਦਾਂ ਮੈਂ ਕਿਹਾ ਤੁਹਾਨੂੰ ਥੋੜੀ ਦੇਰ ਤੱਕ, ਥੋੜੇ ਵੀਕ ਦੇ ਜਾਂ 1.5 ਵੀਕ ਤੁਹਾਨੂੰ ਕਾਲ ਕਰਨਗੇ, ਕਾਲ ਜ਼ਰੂਰ ਆਏਗਾ। ਥੈਂਕ ਯੂ ਤੁਹਾਡਾ ਕਾਲ ਕਰਨ ਦਾ, ਬਹੁਤ ਮਿਹਰਬਾਨੀ ਜੀ। ਜੀ ਡਾਕਟਰ ਸਾਹਿਬ। ਹਾਂਜੀ, ਸੋ ਆਪਾਂ ਐਲੋਪੈਥਿਕ ਸਿਸਟਮ ਬਾਰੇ ਕਹਿ ਰਹੇ ਸੀ ਤੇ ਐਲੋਪੈਥਿਕ ਦਵਾਈਆਂ ਬਣਾਉਣ ਵਿੱਚ ਉਹਨਾਂ ਨੂੰ ਪ੍ਰੋਫਿਟ ਹੁੰਦਾ ਆ, ਤੇ ਪ੍ਰੋਫਿਟ ਸਿਰਫ ਤਾਂ ਹੀ ਹੁੰਦਾ ਜੇ ਤੁਸੀਂ ਹਰ ਰੋਜ਼ ਉਹਨਾਂ ਦੀਆਂ ਦਵਾਈਆਂ ਖਾਈ ਜਾਓ। ਹਾਂਜੀ, ਜੇ ਤੁਸੀਂ ਜੇ ਉਹ ਦਵਾਈ ਇਦਾਂ ਦੀ ਬਣਾਉਣ ਪਏ ਜਿਹਦੇ ਨਾਲ ਤੁਹਾਡੀ ਬਿਮਾਰੀ ਕਿਉਰ ਹੋ ਜਾਵੇ, ਫਿਰ ਤੁਹਾਨੂੰ ਦਵਾਈ ਖਾਣ ਦੀ ਹੋਰ ਲੋੜ ਹੀ ਨਹੀਂ ਪੈਂਦੀ, ਫਿਰ ਉਹਨਾਂ ਦਾ ਪ੍ਰੋਫਿਟ ਨਹੀਂ ਬਣਦਾ ਹੈਗਾ। ਹਾਂਜੀ, ਫਿਰ ਉਹ ਕੰਪਨੀ ਕੀ ਕਰੇਗੀ? ਕੰਪਨੀ ਫੇਲ ਹੋ ਜਾਏਗੀ। ਤੁਸੀਂ ਇਹ ਜ਼ੁਲਮ ਨਹੀਂ ਹੈ ਇਨਸਾਨ ਦੇ ਉੱਪਰ। ਦੇਖੋ ਇਦਾਂ ਦੇ ਮੈਡੀਕਲ ਸਿਸਟਮ ਇਹ ਬਣ ਚੁੱਕਾ ਬਹੁਤ ਚਿਰਾਂ ਤੋਂ। ਪਰ ਜੀ ਮੈਨੂੰ ਫੀਲ ਹੁੰਦਾ, ਦੇਖੋ ਬੜੇ ਘੱਟ ਲੋਕ ਹੈ, ਮੈਂ ਸੋਚ ਕੇ ਇੱਕ ਲਫ਼ਜ਼ ਇੰਟੈਲੀਜੈਂਟ ਨਹੀਂ, ਮੈਂ ਗੱਲ ਇੰਟੈਲੀਜੈਂਟ ਵੀ ਗੱਲ ਕਰ ਲਵੋ ਕਿ ਲੋਕਾਂ ਪਾਸ ਟਾਈਮ ਨਹੀਂ ਹੈ, ਅੰਨਾ ਵਿਸ਼ਵਾਸ ਕਰਕੇ ਜੋ ਡਾਕਟਰ ਨੇ ਦੇ ਦਿੱਤਾ ਖਾਈ ਜਾਣਾ ਉਹ ਰੂਟੀਨ ਬਣੀ ਹੈ। ਜਿੱਦਾਂ ਤੁਸੀਂ ਦੱਸਿਆ ਕਿ ਉਹਨੂੰ ਇੱਕ ਚੀਜ਼ ਤੋਂ ਇਲਾਜ ਹੁੰਦਾ, ਦੂਜੀ ਬਿਮਾਰੀ ਕਰ ਦਿੰਦੇ ਨੇ ਕਿ ਉਹਨੂੰ ਇੱਕ ਦਫਾ ਫੜ ਲਿਆ, ਹੁਣ ਇਹਨੂੰ ਬੱਕਰਾ ਬਣਾ ਲੈਣਾ। ਹਾਂਜੀ ਬਿਲਕੁਲ, ਫॉर ਲਾਈਫ ਤੁਸੀਂ ਪੇਸ਼ੈਂਟ ਉਹਨਾਂ ਦੇ ਬਣ ਜਾਂਦੇ, ਉਹਨਾਂ ਦੇ ਇੱਕ ਤਰ੍ਹਾਂ ਤੁਸੀਂ ਉਹਨਾਂ ਦੇ ਕਸਟਮਰ ਗਾਹਕ ਬਣ ਜਾਂਦੇ ਫॉर ਲਾਈਫ। ਹਾਂਜੀ, ਉਹਨਾਂ ਦੀ ਦਵਾਈਆਂ ਤੁਸੀਂ ਚਲੋ ਖੁਦ ਤੁਸੀਂ ਨਹੀਂ ਖਰੀਦਦੇ, ਪਰ ਤੁਹਾਡਾ ਟੈਕਸ ਜਿਹੜਾ ਕੱਟ ਹੁੰਦਾ ਹੈ ਉਹੀ ਗਵਰਨਮੈਂਟ ਯੂਜ਼ ਕਰਦੀ ਹੈ ਨਾ। ਟਾਈਮ ਬ੍ਰੇਕ ਤੇ ਜਾਣਾ, ਆਪਾਂ ਕਾਲ ਲੈ ਲੈਂਦੇ ਛੇਤੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ, ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਹਾਂਜੀ, ਮੈਂ ਲੰਡਨ ਤੋਂ ਬੋਲਦੀ ਹਾਂ, ਇਲਫੁੱਟ ਤੋਂ। ਬਿਲਕੁਲ ਹਾਂਜੀ, ਟਾਈਮ ਅਸੀਂ ਬ੍ਰੇਕ ਤੇ ਜਾਣਾ, ਜਰਾ ਸਵਾਲ ਛੇਤੀ ਪੁੱਛ ਲਓ ਡਾਕਟਰ ਸਾਹਿਬ ਨੂੰ। ਹੈ ਹਾਂਜੀ, ਮੈਂ ਕਿ ਆਪਣਾ ਨੰਬਰ ਪਹਿਲਾਂ ਵੀ ਛੱਡਿਆ ਸੀਗਾ। ਮੇਰੀ ਪ੍ਰੋਬਲਮ ਇਹ ਹੈ ਕਿ ਮੇਰੇ ਆਰਥਰਾਈਟਿਸ ਜਿਹੜਾ ਨਾ ਅੱਗੇ ਦਾ ਕੰਟਰੋਲ ਸੀਗਾ ਦਾ, ਮਤਲਬ ਮੈਂ ਦਵਾਈ ਤਾਂ ਨਹੀਂ ਕੋਈ ਲੈਂਦੀ ਹੈਗੀ, ਪਰ ਮੈਨੂੰ ਆਪਣੇ ਆਪ ਕਈ ਚੀਜ਼ਾਂ ਦੇਸੀ ਖਾਣ ਦੇ ਨਾਲ ਠੀਕ ਸੀਗਾ। ਹੁਣ 1 ਮਹੀਨੇ ਤੋਂ ਮੇਰੀਆਂ ਖੱਬੇ ਹੱਥ ਦੀਆਂ 2 ਉਂਗਲਾਂ ਜਿਹੜੀਆਂ ਉਹ ਜ਼ਿਆਦਾ ਦਰਦ ਕਰਦੀਆਂ, ਉਹ ਗੰਢਾਂ ਤੋਂ ਇਹਨੂੰ ਮੂਵ ਹੋ ਰਿਹਾ ਆ, ਕਦੀ ਉੱਪਰ ਕਦੀ ਥੱਲੇ। ਤੇ ਇਸੇ ਤਰ੍ਹਾਂ ਪੈਰਾਂ ਦੇ ਵਿੱਚ ਵੀ ਜਿਹੜੀ ਛੋਟੇ ਜੁਆਇੰਟਸ ਆ ਉਹਨਾਂ ਦੇ ਵਿੱਚ ਵੀ ਜਿਹੜੀ ਇਹ ਮੈਨੂੰ ਨਾ ਪੇਨ ਬਹੁਤ ਹੋ ਰਹੀ ਆ। ਹਾਂਜੀ ਭੈਣ ਜੀ, ਸੋ ਇਹ ਬਹੁਤ ਅੱਛੀ ਗੱਲ ਆ, ਤੁਸੀਂ ਆਪਣੀ ਡਾਈਟ ਨਾਲ ਕੰਟਰੋਲ ਕਰ ਰਹੇ ਹੋ ਆਰਥਰਾਈਟਿਸ ਨੂੰ। ਹਾਂਜੀ, ਹੁਣ ਥੋੜਾ ਵੱਧਦਾ ਲੱਗਦਾ ਮੈਨੂੰ, ਉਹ ਠੀਕ ਨਹੀਂ ਹੋ ਰਹੇ ਹੈਗੇ ਹੱਥ। ਕੋਈ ਉਹਦੀ ਵਜ੍ਹਾ ਕੋਈ ਹੋ ਸਕਦੀ, ਕੋਈ ਸਟ੍ਰੈਸ ਹੋਇਆ ਹੋਵੇ ਤੁਹਾਨੂੰ, ਉਹਦੇ ਨਾਲ ਵੀ ਵੱਧ ਸਕਦਾ ਹੈ। ਹਾਂਜੀ, ਘਰ ਵਿੱਚ ਕੰਮ ਚੱਲ ਰਿਹਾ, ਉਹਦਾ ਵੀ ਹੋ ਸਕਦਾ ਸਟ੍ਰੈਸ। ਹਾਂਜੀ, ਹੋ ਜਾਂਦਾ, ਤੁਸੀਂ ਕੰਮ ਜ਼ਿਆਦਾ ਕਰ ਰਹੇ ਹੋ। ਥੋੜੀ ਜਿਹੀ ਦਵਾਈ ਰੈਗੂਲਰ ਖਾਣਾ ਚਾਹੁੰਦੀ ਤਾਂ ਕਿ ਮੇਰਾ ਇਹ ਨਾ ਚੰਗੀ ਤਰ੍ਹਾਂ ਹੋ ਜਾਵੇ ਕੰਟਰੋਲ। ਹਾਂਜੀ, ਸੋ ਕੋਈ ਸਟ੍ਰੈਸ ਹੋ ਜਾਂਦਾ, ਕੰਮ ਜ਼ਿਆਦਾ ਕਰ ਲੈਂਦੇ, ਬਾਡੀ ਥੱਕ ਜਾਂਦੀ, ਤਾਂ ਵੀ ਫਿਰ ਵੱਧ ਜਾਂਦੀ ਬਿਮਾਰੀ। ਤੇ ਫਿਰ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ, ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ, ਡਾਈਟ ਕਿੱਦਾਂ ਐਡਜਸਟ ਕਰਨੀ ਤੇ ਨਾਲ ਹੋਮਿਓਪੈਥੀ ਦਵਾਈ ਕਿਹੜੀ ਲੈਣੀ। ਠੀਕ ਹੈ ਜੀ। ਅੱਛਾ ਜੀ, ਭਾਜੀ ਥੈਂਕ ਯੂ ਕਾਲ ਕਰਨ ਦਾ, ਕਿਉਂਕਿ ਜਦੋਂ ਤੁਸੀਂ ਕਿਹਾ ਪਹਿਲਾਂ ਵੀ ਕੀਤਾ ਸੀ, ਕਈ ਦਫਾ ਨਾ ਡਾਕਟਰ ਪਾਸ ਬਹੁਤ ਟੈਲੀਫੋਨ ਹੁੰਦੇ ਕਰਨ ਵਾਲੇ, ਕਈ ਦਫਾ ਪ੍ਰਾਇੋਰਟੀ ਰੱਖ ਕੇ ਨਾ ਉਹਨਾਂ ਨੂੰ ਫੋਨ ਕੀਤਾ ਜਾਂਦਾ ਤੇ ਥੋੜਾ ਟਾਈਮ ਲੱਗ ਜਾਊਗਾ, ਲੇਕਿਨ ਤੁਹਾਨੂੰ ਫੋਨ ਪੱਕਾ ਕਰਨਗੇ।
ਪਲੀਜ਼ ਪ੍ਰੋਗਰਾਮ ਦੇਖਦੇ ਰਹੋ ਔਰ ਕਾਲ ਦੀ ਇੰਤਜ਼ਾਰ ਕਰਨਾ ਡਾਕਟਰ ਤੁਹਾਡੇ ਨਾਲ ਗੱਲ ਕਰਨਗੇ 1 to 1 ਆਫ 에ਅਰ ਗੱਲ ਹੋ ਸਕਦੀ ਹੈ ਜੀ ਡਾਕਟਰ ਜੀ ਮੈਨੂੰ ਲੱਗਦਾ ਕੁਝ ਅੱਧਾ ਕਿ ਮਿੰਟ ਰਹਿੰਦਾ ਥੋੜੀ ਜਿਹੀ ਗੱਲਬਾਤ ਕਰ ਲੈਂਦੇ ਆਪਾਂ ਹਾਂਜੀ ਹਾਂਜੀ ਠੀਕ ਹੈ ਸੋ ਆਪਾਂ ਕਹਿ ਰਹੇ ਸੀ ਵੀ ਇਹ ਜਿਹੜੇ ਐਲੋਪੈਥਿਕ ਸਿਸਟਮ ਆ ਇੱਕ ਕਮਰਸ਼ੀਅਲ ਵੈਂਚਰ ਆ ਇਹ ਤੇ ਪੇਸ਼ੈਂਟ ਜਿਹੜੇ ਉਹ ਪੱਕੇ ਗਾਹਕ ਇਹਨਾਂ ਦੇ ਬਣ ਜਾਂਦੇ ਆ ਤੇ ਹਰ ਰੋਜ਼ ਉਹਨਾਂ ਨੂੰ ਗੋਲੀਆਂ ਖਾਣੀਆਂ ਹੀ ਪੈਂਦੀਆਂ ਸੋ ਇਹ ਮੈਡੀਕਲ ਸਿਸਟਮ ਜਿਹੜਾ ਇਹ ਚਿਰਾਂ ਤੋਂ ਇਹ ਤੁਰਿਆ ਆਉਂਦਾ ਹੈ ਤੇ ਹੁਣ ਬੜਾ ਡਿਫਿਕਲਟ ਹੈ ਇਹਨੂੰ ਚੇਂਜ ਕਰਨਾ ਹਾਂਜੀ ਤੇ ਹੁਣ ਜੇ ਤੁਸੀਂ ਕਿਸੇ ਐਲੋਪੈਥਿਕ ਡਾਕਟਰ ਨਾਲ ਗੱਲ ਕਰਦੇ ਆ ਉਹਨਾਂ ਦੇ ਦਿਮਾਗ 'ਚ ਹੈ ਨਹੀਂਗਾ ਹੋਰ ਕੁਛ ਨਾ ਕਰਕੇ ਉਹਨਾਂ ਨੂੰ ਪੜ੍ਹਾਇਆ ਇਸ ਤਰੀਕੇ ਨਾਲ ਜਾਂਦਾ ਆ ਵੀ ਇਹੀ ਸਿਸਟਮ ਸਹੀ ਆ ਇਹੀ ਕੁਛ ਹੈਗਾ ਹੋਰ ਕੁਛ ਹੈ ਹੀ ਨਹੀਂਗਾ ਤੇ ਜਿਹੜੀਆਂ ਨੈਚੁਰਲ ਦਵਾਈਆਂ ਬਣਦੀਆਂ ਉਹਨਾਂ ਤੇ ਇਹ ਰਿਸਰਚ ਕਿਉਂ ਨਹੀਂ ਕਰਦੇ ਹੈਗੇ ਵੀ ਨੇਚਰ ਵਿੱਚ ਹੈਗੇ ਆ ਇਲਾਜ ਇਹਨਾਂ ਨੂੰ ਕਿਉਂਕਿ ਉਹ ਜਿਹੜੀ ਨੈਚੁਰਲ ਚੀਜ਼ ਆ ਫੂਡ ਆ ਜਾਂ ਹਰਬ ਆ ਇਹ ਪੇਟੈਂਟ ਨਹੀਂ ਕਰ ਸਕਦੇ ਉਹਨਾਂ ਨੂੰ ਪੇਟੈਂਟ ਨਹੀਂ ਮਿਲਦਾ ਹੈਗਾ ਜਦੋਂ ਪੇਟੈਂਟ ਮਿਲ ਜਾਂਦਾ ਤਾਂ ਉਹ ਤੁਹਾਡੀ ਪ੍ਰਾਪਰਟੀ ਬਣ ਜਾਂਦੀ ਹੈ ਹੋਰ ਨਹੀਂ ਕੋਈ ਚੀਜ਼ ਉਹ ਬਣਾ ਸਕਦਾ ਠੀਕ ਹੈ ਜੀ ਹੁਣ ਜਿਹੜੀ ਨੈਚੁਰਲ ਚੀਜ਼ ਹੈ ਉਹ ਤੇ ਪੇਟੈਂਟ ਨਹੀਂ ਕਰ ਸਕਦੇ ਫਿਰ ਉਧਰ ਨੂੰ ਇਹ ਰਿਸਰਚ ਕਰਦੇ ਹੀ ਨਹੀਂ ਹੈ ਵੀ ਜਿਹੜੀ ਚੀਜ਼ ਤੋਂ ਸਾਨੂੰ ਪ੍ਰੋਫਿਟ ਨਹੀਂ ਬਣਨਾ ਅਸੀਂ ਪੇਟੈਂਟ ਨਹੀਂ ਕਰ ਰਹੇ ਆਪਣੀ ਅਸੀਂ ਓਨ ਨਹੀਂ ਕਰ ਸਕਦੇ ਕੋਈ ਬੂਟੀ ਆ ਹਾਂਜੀ ਇਹ ਨੈਚੁਰਲ ਉਹਨੂੰ ਓਨ ਤਾਂ ਕਰ ਨਹੀਂ ਸਕਦੇ ਫਿਰ ਉਹ 'ਚ ਸਾਨੂੰ ਪ੍ਰੋਫਿਟ ਕੀ ਬਚਣਾ ਤਾਂ ਇਹ ਉਧਰ ਰਿਸਰਚ ਜਾਂਦੇ ਹੀ ਨਹੀਂ ਇਹ ਕੈਮੀਕਲ ਤੇ ਜਾਂਦੇ ਹਰ ਵੇਲੇ ਭਾਜੀ ਥੈਂਕ ਯੂ ਸੋ ਮਚ ਅਸੀਂ ਗੱਲਾਂ ਬਾਤਾਂ ਕਰਦੇ ਰਹਾਂਗੇ ਪਲੀਜ਼ ਮੈਨੂੰ ਕਾਫੀ ਅੱਜ ਨਾ ਪ੍ਰੋਬਲਮ ਆ ਰਹੀ ਹੈ ਜਿਹੜੇ ਵੀ ਤੁਸੀਂ ਕਾਲ ਕਰ ਰਹੇ ਹੋ ਤੁਹਾਡੀ ਟੀਵੀ ਦੀ ਆਵਾਜ਼ ਪਿੱਛੇ ਆਉਂਦੀ ਹੈ ਤੇ ਉਹ ਗੱਲ ਕਲੀਅਰ ਨਹੀਂ ਆਵਾਜ਼ ਆਉਂਦੀ ਜਦੋਂ ਵੀ ਮੈਂ ਕਹਿੰਦਾ ਪਲੀਜ਼ ਮੇਰੀ ਗੱਲ ਸੁਣੋ ਕਿ ਜਦੋਂ ਕਾਲ ਕਰਦੇ ਹੋ ਟੀਵੀ ਦੇ ਰੂਮ ਚੋਂ ਬਾਹਰ ਆ ਜਾਓ ਫਿਰ ਗੱਲ ਕਰੋ ਤੇ ਅਸੀਂ ਥੋੜੀ ਜਿਹੀ ਬ੍ਰੇਕ ਲੈਣੇ ਹਾਂ ਡੋਂਟ ਗੋ ਟੂ ਫਾਰ ਅਸੀਂ ਥੋੜੀ ਬ੍ਰੇਕ ਲੈ ਕੇ ਵਾਪਸ ਹਾਜ਼ਰ ਹੋਣਾ ਜੀ ਸਤਿ ਸ਼੍ਰੀ ਅਕਾਲ बोले सोने हाल सास भी अकाल ਵੈਲਕਮ ਬੈਕ ਇਨ ਦ ਸੈਕੰਡ ਪਾਰਟ ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ ਯੂ ਮਿਸਡ ਕੁਆਇਟ ਅ ਲੋਟ ਮੈਂ ਪਹਿਲਾਂ ਰਿਮਾਈਂਡ ਕਰਾਉਂਦਾ ਪਹਿਲਾਂ ਟੈਲੀਫੋਨ ਨੰਬਰ ਰਿਪੀਟ ਕਰਦਾ ਫਿਰ ਥੋੜੀ ਬਹੁਤੀ ਗੱਲ ਕਰਕੇ ਫਿਰ ਡਾਕਟਰ ਜੀ ਨਾਲ ਗੱਲ ਕਰਦੇ ਹਾਂ 0121 551 1001 ਜੋ ਥੱਲੇ ਸਕਰੀਨ ਤੇ ਵੀ ਆ ਰਿਹਾ ਪਲੀਜ਼ ਹੁਣੇ ਕਾਲ ਕਰਨਾ ਸ਼ੁਰੂ ਕਰੋ ਔਰ ਮੈਂ ਫਿਰ ਦੁਬਾਰਾ ਰਿਪੀਟ ਕਰਾਂਗਾ ਪਲੀਜ਼ ਮੇਕ ਸ਼ੋਰ ਜਿੱਥੋਂ ਤੁਸੀਂ ਕਾਲ ਕਰਦੇ ਹੋ ਟੈਲੀਫੋਨ ਜਿੱਥੇ ਤੁਹਾਡੀ ਟੈਲੀਵਿਜ਼ਨ ਹੈ ਉਸ ਰੂਮ ਚੋਂ ਨਾ ਕਰਿਓ ਜਾਂ ਟੀਵੀ ਬੰਦ ਕਰਕੇ ਜਾਂ ਦੂਸਰੇ ਰੂਮ ਜਾ ਕੇ ਤੁਸੀਂ ਕਾਲ ਕਰੋ ਇਹ ਅੱਜ ਜਦੋਂ ਵੀ ਸਾਡੇ ਪ੍ਰੋਗਰਾਮ ਤੇ ਨਾ ਕਿ ਅੱਜ ਹਰ ਦਫਾ ਇਹ ਸਿਰਫ ਐਡਵਾਈਸ ਹੁੰਦੀ ਹੈ ਤੁਹਾਨੂੰ ਕਿ ਕੀ ਉਹਦਾ ਨੁਕਸਾਨ ਹੈ ਤੇ ਕੀ ਉਹਦਾ ਫਾਇਦਾ ਹੈ ਡਿਸਾਈਡ ਤੁਸੀਂ ਕਰਨਾ ਹਮੇਸ਼ਾ ਆਪਣੀ ਜੀਪੀ ਦੇ ਕੰਸਲਟ ਕਰਕੇ ਅਸੀਂ ਕੰਟਰਡਿਕਟ ਕਰਦੇ ਆਪਣੀ ਸਟੇਟਮੈਂਟ ਕਿਉਂਕਿ ਜੀਪੀ ਤੋਂ ਤਾਂ ਪੁੱਛਣਾ ਪਏਗਾ ਉਥੋਂ ਤੁਹਾਨੂੰ ਸਹੀ ਐਡਵਾਈਸ ਮਿਲੇ ਨਾ ਮਿਲੇ ਉਹ ਤੁਸੀਂ ਕਿੱਦਾਂ ਫੋਲੋ ਕਰਨੀ ਹੈ ਤੁਹਾਡੇ ਆਪ ਤੇ ਡਿਪੈਂਡ ਕਰਦਾ ਡਾਕਟਰ ਜੀ ਸਹੀ ਹੈ ਕਿ ਨਹੀਂ ਹਾਂਜੀ ਬਿਲਕੁਲ ਸਹੀ ਆਪਾਂ ਇਸ ਪ੍ਰੋਗਰਾਮ ਤੇ ਮੈਂ ਕਿਸੇ ਨੂੰ ਵੀ ਨਹੀਂ ਕਹਿੰਦਾ ਹੈਗਾ ਵੀ ਤੁਸੀਂ ਇਹ ਟੀਕਾ ਲਵਾਓ ਜਾਂ ਨਾ ਲਵਾਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੁਹਾਡੀ ਜ਼ਿੰਮੇਵਾਰੀ ਆ ਤੇ ਆਪਣੇ ਆਪ ਤੁਸੀਂ ਇਹ ਜ਼ਿੰਮੇਵਾਰੀ ਸੰਭਾਲਣੀ ਆ ਸੋ ਪਲੀਜ਼ ਮੈਨੂੰ ਨਾ ਦੋਸ਼ ਦਿਓ ਬਾਅਦ ਨਹੀਂ ਪਤਾ ਕੀ ਗੱਲ ਬੜੀ ਸਹੀ ਹੈਗੀ ਅਸੀਂ ਕਿਸੇ ਨੂੰ ਕਿਉਂਕਿ ਜਿਹੜਾ ਦਵਾਵਾਂ ਨਿਕਲਦੀਆਂ ਨੇ ਨਾ ਯੂਕੇ ਦੀ ਗੱਲ ਕਰਦੇ ਆ ਅੱਜ ਉਹ ਬੜੇ ਤਰੀਕੇ ਨਾਲ ਬਹੁਤ ਪ੍ਰੋਫੈਸ਼ਨਲੀ ਮਾਰਕੀਟ ਚ ਆਉਂਦੀਆਂ ਨੇ ਸਹੀ ਤਰੀਕੇ ਨਾਲ ਆਉਂਦੀਆਂ ਨੇ ਗਲਤ ਆਉਂਦੀਆਂ ਨੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਅਸੀਂ ਉਹੀ ਗੱਲਾਂ ਕਰਦੇ ਨੇ ਤੁਹਾਨੂੰ ਲਗਾਉਣਾ ਜਾਂ ਨਾ ਲਗਾਉਣਾ ਉਹ ਅਸੀਂ ਐਡਵਾਈਸ ਨਹੀਂ ਦੇ ਸਕਦੇ ਉਹਦੇ ਫਾਇਦੇ ਵੀ ਤੁਹਾਨੂੰ ਦੱਸਦੇ ਆ ਜਾਂ ਉਹਦੇ ਨੁਕਸਾਨ ਵੀ ਦੱਸਦੇ ਆ ਇਟਸ ਨੋਟ ਡਿਫਿਕਲਟ ਟੂ ਡਿਸਾਈਡ ਭਾਜੀ ਜੇ ਤੁਸੀਂ ਫਾਇਦੇ ਤੇ ਨੁਕਸਾਨ ਦੇਖੋ ਉਹਨੂੰ ਬੈਲੈਂਸ ਕਰੋ ਤੁਹਾਨੂੰ ਪਤਾ ਵੀ ਇਹ ਤਾਂ ਨੁਕਸਾਨ ਜ਼ਿਆਦਾ ਹੈ ਮੈਨੂੰ ਉਹਦੀ ਚੀਜ਼ ਦਾ ਫਿਰ ਉਹਦਾ ਹੁਣ ਹੱਲ ਕੀ ਹੈਗਾ ਬੜੀ ਮੁਸ਼ਕਲ ਹੈਗੀ ਹੈ ਮੈਂ ਜਿੱਦਾਂ ਕਿਹਾ ਕਿ ਇਨਸਾਨ ਦੇ ਨਾਲ ਬੜਾ ਜ਼ੁਲਮ ਹੋ ਰਿਹਾ ਹੈ ਇੱਕ ਪਾਸੇ ਬਿਮਾਰੀ ਹੈ ਤੁਸੀਂ ਕਹਿੰਦੇ ਮੈਨੂੰ ਖਾਣੀ ਪੈਂਦੀ ਮੈਂ ਕੀ ਕਰਾਂ ਜੇ ਮੈਂ ਛੱਡਦਾ ਤੇ ਉਹ ਹੁੰਦਾ ਤੇ ਬੜਾ ਮੁਸ਼ਕਿਲ ਹੈ ਤੇ ਵਾਜੋ ਨੂੰ ਬੜੀ ਡਿਫਿਕਲਟ ਹੈ ਅਸੀਂ ਤਾਂ ਸਿੰਪਲ ਤੁਹਾਨੂੰ ਐਡਵਾਈਸ ਦਵਾਂਗੇ ਬਾਕੀ ਤੁਸੀਂ ਆਪ ਡਿਸਾਈਡ ਕਰਨਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਹਾਂਜੀ ਸੋ ਇਹ ਵੀ ਮੈਂ ਪਹਿਲਾਂ ਕਹਿਣਾ ਚਾਹੁੰਦਾ ਕਿ ਜਿਹੜੀਆਂ ਤੁਸੀਂ ਆਲਰੇਡੀ ਦਵਾਈਆਂ ਖਾਂਦੇ ਆਪਣੇ ਜੀਪੀ ਤੋਂ ਉਹ ਬਿਲਕੁਲ ਤੁਸੀਂ ਛੱਡਣੀਆਂ ਨਹੀਂ ਕਦੇ ਵੀ ਬਿਲਕੁਲ ਇੱਕਦਮ ਤੁਸੀਂ ਛੱਡ ਜਾਓਗੇ ਤੇ ਤੁਹਾਡੀ ਬਿਮਾਰੀ ਆਊਟ ਆਫ ਕੰਟਰੋਲ ਹੋ ਸਕਦੀ ਹੈ ਆਊਟ ਆਫ ਕੰਟਰੋਲ ਤਰੀਕੇ ਨਾਲ ਪੁੱਛ ਕੇ ਆਰਾਮ ਨਾਲ ਉਹਨੂੰ ਤੁਸੀਂ ਘਟਾ ਕੇ ਛੱਡ ਸਕਦੇ ਹੋ ਪ੍ਰੋਫੈਸ਼ਨਲ ਐਡਵਾਈਸ ਲਓ ਤੇ ਹੌਲੀ ਹੌਲੀ ਤੁਸੀਂ ਘਟਾ ਸਕਦੇ ਜੇ ਲੋੜ ਪਵੇ ਪਰ ਤੁਸੀਂ ਆਪਣੇ ਆਪ ਕਦੇ ਵੀ ਨਹੀਂ ਛੱਡਣੀਆਂ ਠੀਕ ਹੈ ਜੀ ਪਰ ਜੀ ਇੱਕ ਗੱਲ ਹੈਗੀ ਆ ਕਿਉਂਕਿ ਤੁਸੀਂ ਆਪਣੇ ਜਿਸਮ ਦੇ ਆਪ ਮਾਲਕ ਹੋ ਹੁਣ ਤੁਹਾਨੂੰ ਪਤਾ ਹੈ ਕਿ ਮੈਂ ਜੇ ਗੋਲੀ ਅੱਜ ਮੈਂ ਇੰਨੀਆਂ ਖਾਂਦਾ ਸੀ ਮੈਂ ਕਦੇ ਘਟਾ ਕੇ ਦੇਖਾਂ ਕੀ ਫਰਕ ਪੈਂਦਾ ਤੇ ਜੇ ਤੁਹਾਡੀ ਬੋਡੀ ਨੂੰ ਕੋਈ ਇਫੈਕਟ ਨਹੀਂ ਪੈਂਦਾ ਪ੍ਰੋਫੈਸ਼ਨਲ ਐਡਵਾਈਸ ਲੈ ਕੇ ਤੇ ਏਦਾਂ ਨਹੀਂ ਕਿ ਮੈਂ ਆਪ ਹੀ ਸੋਚ ਕੇ ਮੈਂ ਘੱਟ ਕਰੀ ਸ਼ੁਰੂ ਕਰਦਾ ਕਿਉਂਕਿ ਜਿਹੜੇ ਡੋਜ਼ ਦਿੱਤੇ ਜਾਂਦੇ ਨੇ ਉਹ ਵੀ ਕੁਝ ਮਕਸਦ ਹੁੰਦਾ ਕਿ ਕਿਉਂ ਦਿੱਤੇ ਜਾਂਦੇ ਨੇ ਕਿੰਨੀ ਖਾਣੀ ਹੈ ਹਾਂਜੀ ਕੋਈ ਰੀਜ਼ਨ ਹੁੰਦਾ ਹੈ ਤੇ ਉਹ ਬਿਮਾਰੀ ਨੂੰ ਫਿਰ ਵੀ ਉਹ ਕੰਟਰੋਲ ਤਾਂ ਕਰ ਰਹੇ ਹਨ ਕੰਟਰੋਲ ਤਾਂ ਕਰ ਰਹੀ ਹੈ ਬੇਸ਼ੱਕ ਕਿਉਰ ਨਹੀਂ ਕਰ ਰਹੇ ਕੰਟਰੋਲ ਤਾਂ ਕਰ ਰਹੇ ਬੇਸ਼ੱਕ ਦੇ ਹੋਰ ਨੁਕਸਾਨ ਕਰ ਰਹੇ ਨੇ ਹਾਂਜੀ ਚਲੋ ਜਿਹੜੀ ਕੰਡੀਸ਼ਨ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਹਾਂਜੀ ਹੈਲੋ ਜੀ ਹਾਂਜੀ ਭਾਜੀ ਕੌਣ ਬੋਲਦੇ ਹੋ ਜੀ ਤੇ ਕਿੱਥੋਂ ਬੋਲ ਅਸੀਂ ਲੰਡਨ
ਤੋਂ ਬੋਲਦੇ ਹੋ? ਹਾਂਜੀ ਹਾਂਜੀ, ਮੈਂ ਪੁੱਛਣਾ ਸੀ ਮੇਰੇ ਨੋਜ਼ ਬਲੀਡਿੰਗ ਬਹੁਤ ਹੁੰਦੀ ਆ, ਕਦੀ ਹਫਤੇ ਬਾਅਦ ਤੋਂ। ਸਰ ਹਾਂਜੀ ਭੈਣ ਜੀ, ਬਲੱਡ ਪ੍ਰੈਸ਼ਰ ਚੈੱਕ ਕੀਤਾ ਜੀ? ਨਹੀਂ, ਕਿੰਨਾ ਚਿਰ ਹੋ ਗਿਆ, ਬਲੱਡ ਪ੍ਰੈਸ਼ਰ ਤਾਂ ਮੇਰਾ ਠੀਕ ਆ। ਹਾਂਜੀ, ਬਲੱਡ ਪ੍ਰੈਸ਼ਰ ਤੁਸੀਂ ਦੁਬਾਰਾ ਚੈੱਕ ਕਰੋ, ਕਈ ਵਾਰੀ ਅਪ ਹੋ ਜਾਂਦਾ ਹੈ, ਪਤਾ ਨਹੀਂ ਲੱਗਦਾ, ਹਾਂਜੀ, ਤੇ ਉਹਦੇ ਨਾਲ ਬਲੀਡਿੰਗ ਇੱਕ ਸਾਈਨ ਹੁੰਦਾ ਹੈ ਬਲੱਡ ਪ੍ਰੈਸ਼ਰ ਦਾ, ਤੇ ਈਜ਼ੀ ਬਲੀਡਿੰਗ ਹੋਣ ਲੱਗ ਪੈਂਦੀ ਹੈ। ਨੋਜ਼ ਚੋਂ। ਹਾਂਜੀ, ਦੂਸਰੀ ਗੱਲ ਇਹ ਹੈ ਤੁਸੀਂ ਗਰਮ ਚੀਜ਼ਾਂ ਖਾਂਦੇ ਹੋਵੋਗੇ? ਨਹੀਂ, ਉਹ ਵੀ ਨਹੀਂ ਹੁਣ ਮੈਂ ਹਾਂ, ਕੋਈ ਗਰਮ ਚੀਜ਼ ਚੀਜ਼ਾਂ ਖਾਂਦੀ। ਨਾਲ ਵੀ ਈਜ਼ੀ ਨੋਜ਼ ਬਲੀਡਿੰਗ ਹੋਣ ਲੱਗ ਪੈਂਦਾ ਹੈ। ਅੱਛਾ ਜੀ। ਹਾਂਜੀ, ਜੇ ਛਿੱਕਾਂ ਨਾਲ ਆਉਂਦੀਆਂ ਹੈ ਤਾਂ ਹੋ ਨਹੀਂ, ਛਿੱਕ ਸਕਦਾ ਨਹੀਂ ਕਦੀ ਕੋਈ ਆਉਂਦੀ। ਐਲਰਜੀ ਨਾਲ ਵੀ ਇਦਾਂ ਹੋ ਸਕਦਾ ਨਹੀਂ, ਹੈ। ਇਹ ਨਹੀਂ ਹਾਂਜੀ, ਆਉਂਦੀ ਜਾਂਦੀ। ਤੇ ਜਿਹੜੇ ਉਹ ਵੀ ਬਰੀਕ ਬਲੱਡ ਵੈਸਲਸ ਹੁੰਦੇ ਨੱਕ ਵਿੱਚ, ਹਾਂਜੀ ਉਹ ਕਈ ਵਾਰੀ ਰਾਤ ਨੂੰ ਵੀ ਨਾ ਹੁੰਦੇ ਆ, ਦਿਨ ਵੇਲੇ ਵੀ ਜਦੋਂ ਮਰਜ਼ੀ ਹੋ ਜਾਂਦੇ ਆ। ਹਾਂਜੀ, ਕੋਈ ਨਹੀਂ, ਤੁਸੀਂ ਦੁਬਾਰਾ ਬਲੱਡ ਪ੍ਰੈਸ਼ਰ ਚੈੱਕ ਕਰੋ ਜੀ। ਓਕੇ। ਓਕੇ, ਥੈਂਕ ਯੂ। ਥੈਂਕ ਯੂ ਭੈਣ ਜੀ, ਥੈਂਕ ਯੂ ਕਾਲ ਕਰਨ ਦਾ। ਪਲੀਜ਼ ਪ੍ਰੋਗਰਾਮ ਦੇਖਦੇ ਰਹੋ। ਡਾਕਟਰ ਸਾਹਿਬ, ਆਪਾਂ ਬਿਫੋਰ ਸਟਾਰਟ ਕਰੀਏ, ਜਿਹੜੇ ਭੈਣ ਜੀ ਨੇ ਗੱਲ ਕੀਤੀ ਬਲੀਡਿੰਗ ਦੀ, ਜਦੋਂ ਤੁਸੀਂ ਆਪਣਾ ਬਲੱਡ ਥਿਨ ਕਰਨ ਨੂੰ ਲੈਂਦੇ ਹੋ ਆਪਣੀ ਐਸਪਰੀਨ ਵਗੈਰਾ ਡੇਲੀ, ਤੇ ਉਹਦੇ ਨਾਲ ਕਾਫੀ ਥਿਨ ਹੋ ਜਾਂਦਾ, ਤੇ ਉਹ ਵੀ ਰੀਜ਼ਨ ਹੋ ਸਕਦਾ? ਉਹ ਵੀ ਹੋ ਸਕਦਾ ਰੀਜ਼ਨ, ਦੈਟਸ ਰਾਈਟ। ਈਜ਼ੀ ਬਲੀਡਿੰਗ ਹੋ ਜਾਂਦੀ, ਬਲੱਡ ਈਜ਼ੀ ਬਲੀਡਿੰਗ ਹੋ ਜਾਂਦੀ ਹੈ ਨਾ? ਹਾਂਜੀ, ਤੁਸੀਂ ਕਿਤੇ ਵੀ ਏਦਾਂ ਮੜ ਜੇ ਹੱਥ ਵੀ ਮਾਰਦੇ ਹਨ ਨਾ, ਉਹ ਈਜ਼ੀ ਬਰੂਜ਼ਿੰਗ ਹੋ ਜਾਂਦਾ ਤੁਹਾਡੇ, ਕਿਉਂਕਿ ਐਕਸਟ੍ਰੀਮਲੀ ਥਿਨ ਹੋਇਆ ਹੁੰਦਾ। ਥਿਨ ਹੋਏ ਹੁੰਦੇ। ਸੋ ਇਹ ਵੀ ਡਿਪੈਂਡ ਕਰਦਾ ਵੀ ਤੁਸੀਂ ਦਵਾਈਆਂ ਜੇ ਬਲੱਡ ਥਿਨਨੈਸ ਖਾਂਦੇ ਆ, ਉਹਦੇ ਨਾਲ ਵੀ ਹੋ ਜਾਂਦਾ। ਭਾਜੀ, ਇਹ ਵੀ ਬੜੀ ਕਮਾਲ ਦੀ ਗੱਲ ਹੈ, ਕਹਿੰਦੇ ਤੁਸੀਂ ਆਪਣਾ ਬਲੱਡ ਤੇ ਉਹ ਖਾਓ ਐਵਰੀਡੇ, ਪਾਣੀ ਚ ਘੋਲ ਕੇ ਐਸਪਰੀਨ ਦਾ ਡਿਸਪਰੀਨ ਵਗੈਰਾ, ਤੇ ਉਹਦੇ ਨਾਲ ਤੁਹਾਡਾ ਬਲੱਡ ਥਿਨ ਹੁੰਦਾ। ਥਿਨ ਹੁੰਦੇ ਨਾਲ ਨੁਕਸਾਨ ਇਹ ਹੈਗਾ, ਸੋ ਇਨਸਾਨ ਕੀ ਕਰੇ, ਕੁਝ ਸਮਝ ਨਹੀਂ ਪੈਂਦੀ, ਬੜਾ ਮੁਸ਼ਕਿਲ ਵਿਦ ਹੈ। ਐਸਪਰੀਨ ਖਾਸ ਕਰਕੇ ਨਾਟ ਓਨਲੀ ਬਲੀਡਿੰਗ, ਪਰ ਉਹ ਤੁਹਾਡੀ ਜ਼ਖਮ ਵੀ ਕਰ ਦਿੰਦਾ ਅੰਦਰ, ਡਾਈਜੈਸਟਿਵ ਸਿਸਟਮ ਵਿੱਚ ਅਲਸਰ ਵੀ ਹੋ ਸਕਦਾ ਉਹਦੇ ਨਾਲ, ਐਸਪਰੀਨ ਨਾਲ। ਤੁਸੀਂ ਕਦੇ ਮੂੰਹ 'ਚ ਰੱਖ ਕੇ ਦੇਖੋ ਐਸਪਰੀਨ, ਤੁਹਾਡੇ ਇੱਕਦਮ ਅਲਸਰ ਬਣ ਜਾਏਗਾ ਮੂੰਹ 'ਚ। ਭਾਜੀ, ਰਿਲੀਜੀਅਸਲੀ ਨਾ ਕਈ ਬੰਦੇ ਰੋਜ਼ ਵਿਦਆਊਟ ਫੇਲ ਸੁਬਾਹ ਉਹ ਪੀਂਦੇ ਨੇ, ਪੀਣੀ ਹੈਗੀ ਹੈ ਉਹ ਏਦਾਂ। ਦੇਖੋ ਫਿਰ ਉਹੀ ਗੱਲ ਹੋ ਜਾਂਦੀ, ਐਡਵਾਈਸ ਨਹੀਂ ਦੇਣੀ, ਅਸੀਂ ਸਿਰਫ ਸੁਜੈਸ਼ਨ ਕਰ ਰਹੇ ਹਾਂ ਕਿ ਹੋ ਸਕਦਾ ਅਗਰ ਤੁਸੀਂ ਡੇਲੀ ਖਾਂਦੇ ਹੋ, ਉਹਨੂੰ ਇੱਕ ਦਿਨ ਛੱਡ ਕੇ ਖਾਣਾ ਸ਼ੁਰੂ ਕਰੋ, ਦੇਖੋ ਕੀ ਫਰਕ ਹੋ ਜਾਂਦਾ ਯੂ نو। ਹਾਂਜੀ, ਸੋ ਐਸਪਰੀਨ ਏਦਾਂ ਵੀ ਤੁਸੀਂ ਹਰੇਕ ਐਮਟੀ ਸਟਮਕ ਤੇ ਨਾ ਲਓ ਕਦੇ ਵੀ ਐਸਪਰੀਨ। ਹਾਂਜੀ, ਹਮੇਸ਼ਾ ਫੂਡ ਖਾ ਕੇ, ਫੂਡ ਤੋਂ ਬਾਅਦ ਫਿਰ ਲਓ, ਉਹ ਥੋੜੀ ਜਿਹੀ ਫਿਰ ਪ੍ਰੋਟੈਕਸ਼ਨ ਮਿਲ ਜਾਂਦੀ ਸਟਮਕ ਨੈਚੁਰਲੀ, ਕਿਉਂਕਿ ਫੂਡ ਹੁੰਦਾ ਉਹਦੇ ਨਾਲ, ਖਾਲੀ ਸਟਮਕ ਦੇ ਵਿੱਚੋਂ ਜ਼ਿਆਦਾ ਇਫੈਕਟ ਕਰੇਗੀ ਨਾ ਫਿਰ। ਦੈਟਸ ਰਾਈਟ। ਹਾਂਜੀ, ਤੇ ਹੁਣ ਆਪਾਂ ਚੱਲੀਏ ਵੀ ਆਪਾਂ ਆਪਣੀ ਵਾਈਟੈਲਿਟੀ ਕਿੱਦਾਂ ਬੂਸਟ ਕਰਨੀ ਹੈ ਇਮਿਊਨ ਸਿਸਟਮ ਨੂੰ। ਹਾਂਜੀ, ਤੇ ਆਪਾਂ ਅਸੀਂ ਕਈ ਦਫਾ ਸਬਜੈਕਟ ਲੈ ਕੇ ਕੋਸ਼ਿਸ਼ ਕਰਦੇ ਹਾਂ ਗੱਲ ਕਰਨ ਦੀ, ਉਹ ਕਦੀ ਹੋਈ ਨਹੀਂ ਪੂਰੀ। ਆਪਣੀ ਜਿਹੜੀ ਕਾਲ ਆਉਂਦੇ ਉਹਦੇ ਤੇ ਲੱਗ ਜਾਂਦੇ। ਚਲੋ ਕੋਈ ਨਹੀਂ, ਤੁਹਾਡੇ ਪੱਲੇ ਦੀ ਜੋ ਵੀ ਗੱਲ ਹੁੰਦੀ ਅਸੀਂ ਉਹ ਗੱਲਾਂ ਕਰਦੇ ਹਾਂ ਜੀ ਡਾਕਟਰ ਸਾਹਿਬ। ਹਾਂਜੀ, ਸੋ ਤੁਸੀਂ ਆਪਣੇ ਆਪ ਨੇਚਰਲੀ ਵਾਈਟੈਲਿਟੀ ਆਪਣੀ ਕਿੱਦਾਂ ਅਪ ਕਰਨੀ ਹੈ, ਇਮਿਊਨ ਸਿਸਟਮ ਨੂੰ ਕਿੱਦਾਂ ਅਪ ਕਰਨਾ ਹੈ। ਹਾਂਜੀ, ਸੋ ਨੰਬਰ 1 ਤਾਂ ਗੱਲ ਹੈਗੀ ਵੀ ਇਮਿਊਨ ਸਿਸਟਮ ਤੁਹਾਡਾ ਵਾਈਟੈਲਿਟੀ ਡਾਊਨ ਕਿੱਦਾਂ ਹੁੰਦੀ ਆ। ਡਾਊਨ ਹੁੰਦੀ ਖਾਸ ਕਰਕੇ ਸਟ੍ਰੈਸ ਨਾਲ, ਟੈਨਸ਼ਨ ਨਾਲ। ਇਹ ਨੰਬਰ 1 ਕੋਜ਼ ਆ। ਹਾਂਜੀ, ਹੁਣ ਤੁਸੀਂ ਹੁਣੇ ਸੁਣਿਆ ਨਾ ਵੀ ਉਹ ਬੱਚਾ ਯੂਨੀਵਰਸਿਟੀ ਪੜ੍ਹਦਾ ਸੀ, ਇਦਾਂ ਦੇ ਕਈ ਕੇਸ ਦੇਖੇ ਆ। ਯੂਨੀਵਰਸਿਟੀ ਉਹਨਾਂ ਨੂੰ ਐਗਜ਼ਾਮ ਸਟ੍ਰੈਸ ਹੋ ਜਾਂਦੀ, ਪੜ੍ਹਾਈ ਦੀ ਸਟ੍ਰੈਸ ਹੋ ਜਾਂਦੀ, ਤੇ ਉੱਥੋਂ ਬਿਮਾਰੀ ਸ਼ੁਰੂ ਹੋ ਜਾਂਦੀ ਆ। ਰਾਈਟ, ਕਿਉਂਕਿ ਉਹਨਾਂ ਦੀ ਵਾਈਟੈਲਿਟੀ ਜਿਹੜੀ ਡਾਊਨ ਹੋ ਜਾਂਦੀ ਆ ਉਹ ਸਟ੍ਰੈਸ ਦੇ ਨਾਲ। ਹਾਂਜੀ, ਸੋ ਹੋਰ ਚਾਂਸ ਹੁੰਦਾ ਵੀ ਕੋਈ ਇਨਫੈਕਸ਼ਨ ਹੋ ਜਾਵੇ ਜਾਂ ਕਿ ਹੋਰ ਬਿਮਾਰੀ ਸ਼ੁਰੂ ਉੱਥੋਂ ਹੋ ਜਾਂਦੀ ਆ। ਤੇ ਨੰਬਰ 2 ਕੋਜ਼ ਹੈਗਾ ਡਾਇਟ ਦਾ, ਨਿਊਟ੍ਰੀਸ਼ਨ। ਜੇ ਤੁਸੀਂ ਫਰੈਸ਼ ਫੂਡਸ ਖਾਂਦੇ ਹੋ, ਤੁਹਾਨੂੰ ਉਹਨਾਂ ਦੀ ਐਨਰਜੀ ਮਿਲਦੀ ਫੂਡਸ ਤੋਂ। ਹਾਂਜੀ, ਤੇ ਤੁਹਾਡੀ ਆਪਣੀ ਐਨਰਜੀ ਅਪ ਰਹਿੰਦੀ ਆ। ਜੇ ਤੁਸੀਂ ਹਰ ਵੇਲੇ ਉਹ ਸਨੈਕਸ ਖਾਂਦੇ, ਡਰਾਈਡ ਫੂਡਸ ਖਾਂਦੇ ਆ, ਜੋ ਕਿ ਆਮ ਸਟੂਡੈਂਟ ਕਰਦੇ ਆ, ਉਹਨਾਂ ਦੀ ਨਿਊਟ੍ਰੀਸ਼ਨ ਲੋ ਹੁੰਦੀ, ਉਹਨਾਂ ਦੀ ਜੇ ਸਹੀ ਖੁਰਾਕ ਨਹੀਂ ਹੁੰਦੀ ਹੈ ਨਾ, ਤੇ ਉਹਨਾਂ ਦੀ ਫਿਰ ਵਾਈਟੈਲਿਟੀ ਡਾਊਨ ਹੋ ਜਾਂਦੀ ਹੈ। ਫਿਰ ਵੀ ਹੋਰ ਚਾਂਸ ਹੈਗਾ ਵੀ ਇਨਫੈਕਸ਼ਨ ਕੋਈ ਹੋਣ ਦਾ। ਰਾਈਟ, ਤੇ ਹੋਰ ਵਜ੍ਹਾ ਉਹਦੀ ਹੋ ਸਕਦੀ ਆ ਵੀ ਕੋਈ ਐਲੋਪੈਥਿਕ ਦਵਾਈਆਂ ਜਿਹੜੀਆਂ ਉਹ ਵੀ ਐਨਰਜੀ ਡਾਊਨ ਕਰਦੀਆਂ। ਹਾਂਜੀ, ਕੋਈ ਇਮੋਸ਼ਨਲ ਅਪਸੈਟ ਹੋ ਜਾਂਦਾ ਹੈ, ਉਹਦੇ ਨਾਲ ਵੀ ਐਨਰਜੀ ਤੁਹਾਡੀ ਡਾਊਨ ਹੋ ਜਾਂਦੀ ਹੈ। ਇੱਕ ਨੈਗੇਟਿਵ ਥਿੰਕਿੰਗ। ਹਾਂਜੀ, ਤੁਸੀਂ ਹਮੇਸ਼ਾ ਨੈਗੇਟਿਵ ਸੋਚਦੇ ਆ, ਕਈਆਂ ਦੀ ਏਦਾਂ ਹੈਬਿਟ ਬਣ ਜਾਂਦੀ ਹੈ ਨਾ, ਤੇ ਉਹ ਇਹਨਾਂ ਦੇ ਕਹਾਵਤ ਹੀ ਹੈਗੀ, ਆਲਵੇਜ਼ ਸੀ ਦ ਗਲਾਸ ਇਜ਼ ਹਾਫ ਐਮਟੀ ਰਾਦਰ ਦੈਨ ਹਾਫ ਫੁੱਲ। ਬਿਲਕੁਲ ਬਿਲਕੁਲ, ਬੜੀ ਅੱਛੀ ਸੇਇੰਗ ਹੈ, ਇਟਸ ਅ ਟਰੂ ਸੇਇੰਗ ਐਜ਼ ਵੈਲ। ਬਹੁਤ ਲੋਕਾਂ ਦੀ ਹੈਬਿਟ ਬਣ ਜਾਂਦੀ ਹੈ, ਉਹ ਨਹੀਂ ਬਸ ਦੇਖਣਾ ਆ ਮੇਰਾ ਕੰਮ ਰਹਿ ਗਿਆ, ਆ ਨਹੀਂ ਹੋਇਆ, ਮੇਰੇ ਕੋ ਆ ਹੈ ਨਹੀਂਗਾ, ਮੇਰੇ ਕੋ ਆ ਹੈ ਨਹੀਂਗਾ, ਹੈਨਾ। ਉਹ ਫਿਰ ਹੈਬਿਟ ਬਣ ਜਾਂਦੀ ਹੈ, ਫਿਰ ਤੁਹਾਡਾ ਆਊਟਲੁੱਕ ਉਹੀ ਬਣ ਜਾਂਦਾ ਨੈਗੇਟਿਵ, ਹਰ ਵੇਲੇ ਤੁਸੀਂ ਨੈਗੇਟਿਵ ਦੇਖਦੇ ਆ। ਤਾਂ ਇਹਨਾਂ ਦਾ ਇੱਕ ਹੋਰ ਕਹਾਵਤ ਹੈ, ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ। ਹਾਂਜੀ, ਤੁਸੀਂ ਇਹ ਸੋਚੋ ਵੀ ਚਲੋ ਆ ਮਾੜਾ ਹੋਇਆ ਮੇਰੇ ਨਾਲ, ਪਰ ਫਿਰ ਵੀ ਇਹ ਚੋਂ ਕੋਈ ਨਾ ਕੋਈ ਫਾਇਦਾ ਹੋ ਸਕਦਾ ਹੈ। ਹਾਂਜੀ, ਜ਼ਰੂਰ ਹੁੰਦਾ ਆ, ਪਰ ਅਸੀਂ ਦੇਖਦੇ ਨਹੀਂ ਹੈਗੇ ਕਿ ਉਹ ਚੋਂ ਕਿਹੜਾ ਐਡਵਾਂਟੇਜ ਹੈ ਸਾਨੂੰ। ਜੇ ਅਸੀਂ ਉਹ ਐਡਵਾਂਟੇਜ ਲਈਏ ਤਾਂ ਵਿਲ ਬਿਕਮ ਮੋਰ ਪੋਜ਼ਿਟਿਵ। ਜਿੰਨਾ ਤੁਸੀਂ ਪੋਜ਼ਿਟਿਵ ਰਹੋਗੇ ਉਨੀ ਤੁਹਾਡੀ ਐਨਰਜੀ ਵਧੇਗੀ। ਜਿੰਨਾ ਨੈਗੇਟਿਵ ਜਾਂਦੇ ਤੁਹਾਡੀ ਐਨਰਜੀ ਘਟਦੀ ਆ, ਤੁਸੀਂ ਡਿਪਰੈਸ਼ਨ 'ਚ ਜਾਂਦੇ ਆ। ਹਾਂਜੀ, ਸੋ ਉਹਨਾਂ ਤੁਹਾਡੀ ਵਾਈਟੈਲਿਟੀ ਹੋਰ ਡਾਊਨ ਹੋ ਜਾਂਦੀ ਹੈ। ਫਿਰ ਕੋਈ ਬੜੀ ਵੱਡੀ ਗੱਲ ਹੈ, ਤੁਸੀਂ ਗੱਲਾਂ ਮੇਰੇ ਦਿਮਾਗ 'ਚ ਆਉਂਦੀਆਂ। ਮੈਂ ਬਾਰ-ਬਾਰ ਕਹਾਂਗਾ, ਅਸੀਂ ਸਿਰਫ ਐਡਵਾਈਸ ਦਿੰਦੇ ਹਾਂ,
ਉਹਦਾ ਤੁਹਾਨੂੰ ਨਹੀਂ ਕਹਿੰਦੇ ਕਿ ਆਪਣੀ ਤੁਸੀਂ ਜੋ ਦਵਾ ਖਾ ਰਹੇ ਛੱਡੋ ਜਾਂ ਵਧਾਓ ਜਾਂ ਘਟਾਓ, ਉਹ ਤੁਹਾਡੀ GP ਦੇ ਨਾਲ ਕੰਸਲਟ ਕਰਕੇ ਕਰੋ। ਲੇਕਿਨ ਇੱਕ ਬੜੀ ਕਮਾਲ ਦੀ ਗੱਲ ਹੈ, ਅਸੀਂ ਜਿਹੜੇ GP ਤੁਹਾਨੂੰ ਸਲਾਹ ਦੇਵੇ ਨਾ ਦੇਵੇ, ਅਸੀਂ ਉਹਨਾਂ ਦੇ ਮਗਰ ਬਗੈਰ ਸੋਚੇ ਤੋਂ ਲੱਗ ਜਾਂਦੇ ਆ ਭਾਜੀ। ਹਾਂਜੀ ਹਾਂਜੀ, ਆਪਣੇ ਆਪ ਸੋਚੋ ਤੁਸੀਂ, ਜਸਟ ਰਾਈਟ, ਖੁਦ ਸੋਚੋ ਵੀ ਤੁਹਾਡੇ ਲਈ ਕੀ ਸਹੀ ਹੈ ਕੀ ਨਹੀਂ ਸਹੀ ਹੈਗਾ। ਤੇ ਆਪਾਂ ਹੁਣ ਹੋਰ ਵਾਈਟੈਲਿਟੀ ਕਿੱਥੋਂ ਸਾਨੂੰ ਮਿਲਦੀ ਹੈ? ਤੁਸੀਂ ਆਪ ਖੁਦ ਦੇਖਿਆ ਹੋਣਾ, ਜਦੋਂ ਤੁਸੀਂ ਪਾਰਕ ਵਿੱਚ ਜਾਂਦੇ ਕਿਤੇ ਨੈਚੁਰਲ ਜਗ੍ਹਾ ਤੇ ਜਾਂਦੇ ਹਨਾ, ਤੁਸੀਂ ਬੜਾ ਗੁੱਡ ਫੀਲਿੰਗ ਆਉਂਦਾ ਤੁਹਾਨੂੰ। ਐਬਸੋਲੂਟਲੀ ਹਾਂਜੀ, ਕਿਉਂਕਿ ਉੱਥੇ એનર્ਜੀ ਜਿਹੜੀ ਦਰਖਤਾਂ ਦੀ એનર્ਜੀ ਆ ਉਹ ਬੜੀ ਸਟਰੋਂਗ ਹੁੰਦੀ ਉਸ ਵੇਲੇ। ਹਾਂਜੀ, ਤੇ ਪਾਰਕ ਵਿੱਚ ਜਾਂਦੇ ਤੁਹਾਨੂੰ ਉਹ એનર્ਜੀ ਐਕਸਚੇਂਜ ਹੁੰਦੀ, ਥੋੜੀ ਜਿਹੀ ਤੁਹਾਨੂੰ એનર્ਜੀ ਮਿਲਦੀ ਆਲੇ ਦੁਆਲੇ ਤੋਂ, ਤੇ ਤੁਹਾਡੀ ਵਾਈਟੈਲਿਟੀ ਅਪ ਹੋ ਜਾਂਦੀ ਉਹਦੇ ਨਾਲ। ਤੇ ਜਦੋਂ ਤੁਸੀਂ ਵਿੰਟਰ ਟਾਈਮ ਹੋ ਜਾਂਦਾ ਫਿਰ ਦਰਖਤਾਂ ਦੀ એનર્ਜੀ ਲੋ ਹੋ ਜਾਂਦੀ ਐਕਚੁਅਲੀ, ਤੇ ਉਦੋਂ ਤੁਹਾਨੂੰ ਕੇਅਰਫੁਲ ਹੋਣਾ ਚਾਹੀਦਾ, ਦਰਖਤ ਦੇ ਨਾਲ ਨਾ ਲੱਗਿਓ ਤੁਸੀਂ ਉਸ ਵੇਲੇ। ਅੱਛਾ, ਹਾਂ, ਕਿਉਂਕਿ ਟ੍ਰੀ ਨੇ ਤੁਹਾਡੀ એનર્ਜੀ ਖਿੱਚ ਲੈਣੀ ਉਸ ਵੇਲੇ। ਓ ਮਾਈ ਗॉड। ਅੱਛਾ, ਜਦੋਂ ਤੁਸੀਂ ਇੱਦਾਂ ਜਾਂਦੇ ਹੋ ਹਾਂ, ਵਿੰਟਰ ਟਾਈਮ ਜਦੋਂ ਪੱਤੇ ਝੜ ਚੁੱਕੇ ਹੁੰਦੇ ਨਾ, ਤੇ ਉਹਨਾਂ ਦੀ ਟ੍ਰੀਜ਼ ਦੀ એનર્ਜੀ ਬਹੁਤ ਕਮ ਹੋ ਜਾਂਦੀ ਆ, ਰਾਈਟ। ਜੇ ਤੁਸੀਂ ਉੱਥੇ ਜਾ ਕੇ ਟ੍ਰੀ ਦੇ ਨਾਲ ਲੱਗ ਜਾਂਦੇ ਨਾ, ਤੁਸੀਂ ਆਪਣੀ એનર્ਜੀ ਟ੍ਰੀ ਨੂੰ ਲੂਜ਼ ਕਰ ਦਿਓਗੇ। ਭਾਜੀ ਬੜੀ ਕਮਾਲ ਦੀ ਗੱਲ ਹੈ, ਬਿਕੋਜ਼ ਨੋਮ ਲੋਕੀ ਜਾ ਕੇ ਦਰਖਤ ਦੇ ਢੋਲ ਲਾ ਕੇ ਬੈਠ ਗਏ ਜਾਂ ਉਹਦੇ ਨਾਲ ਖੜੇ ਹੋ ਗਏ, ਆਪਣਾ ਮੋਢਾ ਲਗਾ ਲਿਆ, ਬੜੀ ਇੰਪੋਰਟੈਂਟ ਚੀਜ਼ ਤੇ ਆਪਣੀ એનર્ਜੀ ਉਹਨੂੰ ਦੇਈ ਜਾ ਰਹੇ ਨੇ, ਹੈ ਉਹ ਆਟੋਮੈਟਿਕਲੀ ਟ੍ਰਾਂਸਫਰ ਹੋ ਜਾਂਦੀ ਹੈ। ਇਨਕ੍ਰੈਡੀਬਲ। ਜਿੱਦਾਂ ਹੁਣ ਸਮਰ ਟਾਈਮ ਆ, ਪੱਤੇ ਲੱਗੇ ਆ ਤੇ ਐਵਰੀਥਿੰਗ ਸਨਸ਼ਾਈਨ ਹੈਗੀ ਆ, ਉਹ ਬਹੁਤ ਜ਼ਿਆਦਾ ਵਾਈਟੈਲਿਟੀ ਹੁੰਦੀ ਟ੍ਰੀ ਚ ਉਸ ਵੇਲੇ। ਉਸੋਂ ਤੁਸੀਂ ਟ੍ਰੀ ਦੇ ਨਾਲ ਹੱਥ ਲਾਓ ਨਾ, ਤੁਹਾਨੂੰ એનર્ਜੀ ਮਿਲੇਗੀ ਟ੍ਰੀ ਤੋਂ। ਸੋ ਸਮਰ ਟਾਈਮ ਤੇ ਜਦੋਂ ਲੀਵਸ ਵਗੈਰਾ, ਉਦੋਂ ਜੀ ਕੋਈ ਹਾਰਮ ਹੈ? ਉਦੋਂ ਤੁਹਾਨੂੰ ਫਾਇਦਾ ਆ, ਉਦੋਂ ਫਾਇਦਾ ਹੈ। ਹਾਂ, ਦੈਟਸ ਰਾਈਟ। ਤੇ ਉਹ એનર્ਜੀ ਕਾਫੀ ਡਿਸਟੈਂਸ ਤੇ ਹੀ ਹੁੰਦੀ ਆ, ਜਿੱਦਾਂ ਤੁਹਾਡੀ ਸੂਖਮ ਸਰੀਰ ਜਿਹੜਾ ਔਰਾ ਹੈ ਨਾ, ਉਹ ਕਾਫੀ ਡਿਸਟੈਂਸ ਤੇ ਹੀ ਹੁੰਦਾ ਹੈ। ਡਿਪੈਂਡਸ ਤੁਸੀਂ ਕਿੰਨਾ ਤੁਹਾਡੀ ਡਿਵੈਲਪ ਕੀਤੀ ਹੋ એનર્ਜੀ ਬੋਡੀ। ਹਾਂਜੀ ਭਾਜੀ, ਮੈਂ ਖੁਦ ਸੁਣਨਾ ਬੈਠ ਕੇ ਨਹੀਂ, ਮੇਰੀ ਅੱਖਾਂ ਖੁੱਲਦੀਆਂ, ਇੰਨਾ ਨੌਲੇਜ ਹੋ ਰਿਹਾ। ਆਈ ਰੀਅਲੀ ਮੈਂ ਵੀ ਰੱਖਦਾ, ਜਿੱਥੇ ਵੀ ਤੁਸੀਂ ਘਰ ਬੈਠੇ ਹੋ ਤੇ ਕੁਝ ਨਾ ਕੁਝ ਫਾਇਦਾ ਕਰੋ। ਜਿਹੜੀ ਇਦਾਂ ਦੀ ਚੀਜ਼ਾਂ ਭਾਜੀ ਦੱਸਦੇ, ਉਹਦਾ ਕੋਈ ਨੁਕਸਾਨ ਹੈਗਾ ਨਹੀਂ ਕਿਸੇ ਵੀ ਤਰ੍ਹਾਂ ਦਾ। ਸਮਰ ਦੇ ਵਿੱਚ ਤੁਸੀਂ ਦਰਖਤ ਕੋਲ ਜਾ ਕੇ ਖੜੇ ਹੋ, ਜਿੱਥੋਂ ਤੁਹਾਨੂੰ એનર્ਜੀ ਮਿਲਦੀ ਹੈ, ਇਟ ਮੇਕ ਸੈਂਸ 100%। ਦੈਟਸ ਰਾਈਟ। ਜਦੋਂ ਵੀ ਆਪਾਂ ਨੈਚੁਰਲ ਜਗ੍ਹਾ ਜਾਂਦੇ ਹਾਂ ਸਮਰ ਵਿੱਚ ਤੁਰਨ ਫਿਰਨ, ਦੈਟਸ ਵਾਈ ਵੀ ਫੀਲ ਐਨਰਜਾਈਜ਼ਡ, ਹੈ ਨਾ, ਵੀ ਫੀਲ ਰੀਅਲੀ ਗੁੱਡ। ਬਾਹਰ ਗਏ ਸੀ, ਬੜਾ ਇੰਜੋਏ ਕੀਤਾ, ਉੱਥੇ ਬੜਾ ਸੋਹਣਾ ਸੀ, ਹਵਾ ਬੜੀ ਤਾਜ਼ੀ ਸੀ, ਹੈ ਨਾ। That's why you're picking up the energy from the trees. ਕਿਆ ਬਾਤ ਹੈ। ਉਹ ਕਹਿੰਦੇ ਨਾ, ਨੋਰਮਲੀ ਨੰਗੇ ਪੈਰੀ ਤੁਸੀਂ ਸਵੇਰ ਘਾਹ ਦੇ ਉੱਪਰ ਵੀ ਫਿਰੋ, ਐਗਜ਼ੈਕਟਲੀ, ਉਹਦੇ ਨਾਲ ਵੀ ਕਾਫੀ ਫਰਕ ਪੈਂਦਾ। ਦੈਟਸ ਰਾਈਟ। ਤੁਸੀਂ ਉਹ ਅਬਜ਼ਰਵ ਕਰਦੇ ਧਰਤੀ ਤੋਂ, ਮਾਂ ਧਰਤੀ ਤੁਹਾਨੂੰ એનર્ਜੀ ਦਿੰਦੀ ਉਸ એનર્ਜੀ ਦਿੰਦੀ ਹੈ। ਹਾਂ, ਦੈਟਸ ਰਾਈਟ। ਭਾਜੀ ਕਿੰਨੇ ਬੰਦੇ ਅਸੀਂ ਇਦਾਂ ਦੀ ਗੱਲਾਂ ਹੈ ਨਹੀਂ ਟਾਈਮ ਹੈ ਨਹੀਂ ਕਿ ਸਾਡੇ ਕੋਲ ਨਾ ਟਾਈਮ ਹੈ, ਸਾਡੇ ਕੋਲ ਇਦਾਂ ਦੀਆਂ ਗੱਲਾਂ ਸੋਚਣ ਬਾਰੇ, ਨਾ ਸਾਨੂੰ ਕੋਈ ਦੱਸਦਾ ਹੀ ਇਦਾਂ ਦੀਆਂ ਗੱਲਾਂ। ਪਰ ਇਹ ਕਾਫੀ ਮੇਰਾ ਰਿਸਰਚ ਹੈਗਾ ਇਸ ਫੀਲਡ ਵਿੱਚ, ਤਾਂ ਮੈਂ ਇਹਦੇ ਬਾਰੇ ਕਾਫੀ ਫਾਈਂਡ ਆਊਟ ਕੀਤਾ। ਤੇ ਕੋਈ એનર્ਜੀ ਮਾਸਟਰ ਸੀਗੇ, ਮੈਂ ਉਹਨਾਂ ਤੋਂ ਵੀ ਸਿੱਖਿਆ ਇਦਾਂ ਦੀਆਂ ਚੀਜ਼ਾਂ, ਤੇ ਬੜੀ ਇੰਟਰਸਟਿੰਗ ਹੈ ਜੀ એનર્ਜੀ। ਤੇ ਸਿਰਫ ਤੁਸੀਂ એનર્ਜੀ ਤੇ ਸਭ ਕੁਝ ਜਾਓ ਨਾ, ਤੇ ਬੜੀ ਇੰਟਰਸਟਿੰਗ ਹੈ ਭਾਜੀ। ਇੱਕ ਤਾਂ ਇਨਸਾਨ ਦੀ ਫਿਤਰਤ ਹੈਗੀ ਹੈ, ਫਿਤਰਤ ਕਿ ਇਹ ਜਿਹੜੀਆਂ ਹੁਣ ਚੀਜ਼ਾਂ ਅਸੀਂ ਕਹਿੰਦੇ ਨਾ, ਪ੍ਰੀਕਾਸ਼ਨਸ ਇਜ਼ ਬੈਟਰ ਦੈਨ ਦ ਕਿਉਰ, ਅਸੀਂ ਨਹੀਂ ਕਰਦੇ, ਅਸੀਂ ਕਿਉਰ ਹੀ ਕਰਾਉਂਦੇ ਹਾਂ। ਹਾਂਜੀ ਹਾਂਜੀ, ਪ੍ਰੀਕਾਸ਼ਨ ਨਹੀਂ ਨਾ ਕਰਦੇ, ਪ੍ਰੀਕਾਸ਼ਨ ਨਹੀਂ ਕਰਦੇ ਅਸੀਂ। ਸਿਰਫ ਜਦੋਂ ਬਿਮਾਰੀ ਵੱਧ ਜਾਂਦੀ ਫੇਰ ਅਸੀਂ ਦੌੜੇ ਜਾਂਦੇ, ਫਿਰ ਦੌੜੇ ਜਾਂਦੇ ਹਾਂ। ਹੈ ਹੁਣ ਜਿਹੜੇ ਜਿਨ੍ਹਾਂ ਦੇ ਕਾਲ ਆਉਂਦਾ ਕਿ ਮੈਨੂੰ 2 ਸਾਲ ਹੋ ਗਏ, 3 ਸਾਲ ਹੋ ਗਏ, 5 ਸਾਲ ਹੋ ਗਏ, ਚਲੋ ਕਈ ਨੂੰ ਇਲਾਜ ਨਹੀਂ ਮਿਲਦਾ, ਤੇ ਉਹ ਮੈਂ ਮੰਨ ਸਕਦਾ ਕਿ ਜ਼ਰਾ ਡਿਫਰੈਂਟ ਹੈਗਾ। ਲੇਕਿਨ ਇਹ ਚੀਜ਼ਾਂ ਦੇ ਉੱਪਰ ਗੌਰ ਕਰ, ਪੈਨਿਕ ਨਹੀਂ ਕਰਨਾ, ਪਰ ਜਦੋਂ ਤੁਸੀਂ ਉਹਦਾ ਕੁਝ ਇਲਾਜ ਹੈਗਾ, ਉਹਦੀ ਜਾ ਕੇ ਇੰਜੋਏ। ਮੈਂ ਭਾਜੀ ਹਮੇਸ਼ਾ ਸੁਬਾਹ ਕਹਿੰਦਾ ਕਿ ਲੋਕੀ ਮੈਂ ਨਾ, ਜਦੋਂ ਬੰਦਿਆਂ ਨੂੰ ਪੁੱਛੋ ਕਿਸੇ ਨੂੰ ਤੁਸੀਂ ਫਤਿਹ ਬੁਲਾਉਂਦੇ ਹੋ, ਰੋਡ ਤੇ ਮਿਲਦੇ ਹੋ, ਕਿੱਦਾਂ ਕੀ ਹਾਲ ਹੈ, ਬਸ ਟਾਈਮ ਪਾਸ ਕਰਦੇ ਆ। ਉਹ ਮੈਨੂੰ ਬੜਾ ਭੈੜਾ ਲੱਗਦਾ। ਜੇ ਤੁਸੀਂ 15 ਸਾਲ ਹੋਰ ਜੀਣਾ, ਤੁਸੀਂ ਹੁਣ ਟਾਈਮ ਹੀ ਪਾਸ ਕਰੋ। ਹਾਂ, ਦੈਟਸ ਰਾਈਟ। ਮੇਕ ਯੂਜ਼ ਆਫ ਦਾ ਟਾਈਮ, ਕੁਝ ਕਰੋ ਤੁਸੀਂ ਉਹਨੂੰ, ਆਪਣੇ ਆਪ ਨੂੰ ਪੋਜ਼ਿਟਿਵ ਸੋਚੋ, ਅੱਗੇ ਜਾਓ, ਕਿਸੇ ਦੀ ਮਦਦ ਕਰੋ, ਕੋਈ ਕਲੱਬ ਯੂਜ਼ ਕਰੋ, ਕੋਈ ਚੈਰਿਟੀ ਨੂੰ ਹੈਲਪ ਕਰੋ। ਦੇयर ਲੋਟ ਆਫ ਥਿੰਗਸ ਵਨ ਕੈਨ ਡੂ। ਬਹੁਤ ਕੁਝ ਕਰ ਸਕਦੇ ਆ। ਦੇਖੋ, ਜਦੋਂ ਲੋਕੀ ਰਿਟਾਇਰ ਹੁੰਦੇ ਆ, ਕਈ ਲੋਕ ਇੱਕਦਮ ਡਾਊਨ ਹਿਲ ਚਲ ਜਾਂਦੀ ਉਹਨਾਂ ਸਿਹਤ, ਬਿਲਕੁਲ ਰਾਈਟ, ਕਿਉਂਕਿ ਉਹ ਕੁਝ ਕਰਦੇ ਨਹੀਂਗੇ, ਕੋਪ ਨਹੀਂ ਕਰ ਸਕਦੇ ਨਾ। ਹਾਂਜੀ, ਉਹ ਬੋਰ ਹੋ ਜਾਂਦੇ ਆ, ਪਰ ਉਹ ਕਿਸੇ ਚੀਜ਼ 'ਚ ਇੰਟਰਸਟ ਹੀ ਨਹੀਂ ਰੱਖਦੇ ਹੈਗੇ। ਇੰਨੀਆਂ ਚੀਜ਼ਾਂ ਇਸ ਮੁਲਕ ਵਿੱਚ ਹੈਗੀਆਂ, ਤੁਸੀਂ ਕੀ ਕਰ ਸਕਦੇ, ਹਨਾ। ਆਪਣੀ ਕੋਈ ਹੌਬੀਜ਼ ਕਰੋ, ਜਾਂ ਕੁਝ ਨਾ ਕੁਝ ਕਰੋ, ਕਿਸੇ ਦੀ ਹੈਲਪ ਕਰੋ, ਬਹੁਤ ਕੁਝ ਕਰ ਸਕਦੇ। ਕੀਪ ਦ ਬ੍ਰੇਨ ਗੋਇੰਗ। ਟਾਈਮ ਚਲੇਗਾ, ਆਪੇ ਕਾਲ ਲੈ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲਦੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ? ਮੈਂ ਕੈਂਟ ਤੋਂ ਬੋਲ ਰਹੀ ਹਾਂ ਜੀ। ਹਾਂਜੀ, ਸਵਾਗਤ ਕਰਦੇ ਹਾਂ। ਕੀ ਪੁੱਛਣਾ ਚਾਹੁੰਦੇ? ਡਾਕਟਰ ਸੁਣ ਰਹੇ ਨੇ। ਹਾਂਜੀ, ਮੈਂ ਨਾ ਆਪਣੀ ਬੇਟੀ ਲਈ ਪੁੱਛਣਾ ਜੀ। ਉਹਨਾਂ ਨੇ ਨਾ 에ਅਰ ਕੰਡੀਸ਼ਨ ਵਿੱਚ ਵੀ, ਜਾਂ ਮਤਲਬ ਕਿ ਠੰਡ ਵਿੱਚ ਵੀ ਨਾ, ਉਹਦੀ ਅੱਖਾਂ ਦੇ ਉੱਤੇ ਡਰਾਈ ਹੋ ਜਾਂਦਾ, ਲਿਡ ਦੇ ਉੱਤੇ ਨਾ ਡਰਾਈ ਸਕਿਨ ਹੋ ਜਾਂਦੀ ਹੈ। ਤੇ ਉਹ ਮਤਲਬ ਕਿ ਹੁਣ ਗਰਮੀ ਇੰਨੀ ਸੀਗੀ, ਫੈਨ ਦੇ ਮਤਲਬ ਸੌਣ ਵੇਲੇ ਵੀ ਨਾ ਫੈਨ ਦੇ ਨਾਲ 에ਅਰ ਨਾਲ ਨਾ ਉਹਨੂੰ ਬਿਲਕੁਲ ਸੂਟ ਨਹੀਂ ਕਰਦੀ ਹੈਗੀ।
ਤੇ ਇਸ ਵਾਸਤੇ ਨਾ ਮੈਂ ਕਰੀਮ ਤੇ ਵਗੈਰਾ ਲਗਾਉਂਦੀ ਆ, ਉਹਦੇ ਆਰਾਮ ਆ ਜਾਂਦਾ, ਪਰ ਹਰ ਵਕਤ ਏਦਾਂ ਮੁਸ਼ਕਿਲ ਆ ਹਨਾ। ਤੇ ਜੀ ਡਾਕਟਰ ਸਾਹਿਬ, ਹਾਂਜੀ, ਇਹਦਾ ਕੋਈ ਪਹਿਲੀ- ਇਲਾਜ ਹੈਗਾ ਕਿਉਂ ਏਦਾਂ ਡਰਾਈ ਸਕਿਨ ਵਜੇ? ਹਾਂਜੀ, ਪਹਿਲਾਂ ਤਾਂ ਹਾਂਜੀ 에ਅਰ ਕੰਡੀਸ਼ਨਿੰਗ ਵਿੱਚ ਨਾ ਬੈਠੋ, ਹਾਂਜੀ ਸਿੰਪਲ ਜੀ ਗੱਲ ਆ। ਹਾਂਜੀ ਹਾਂਜੀ, ਬਾਕੀ ਜੇ ਨਹੀਂ ਹੈਗਾ ਪੋਸੀਬਿਲਿਟੀ ਵੀ ਤੁਸੀਂ ਨਹੀਂ ਉੱਥੇ ਆਫਿਸ ਜਾਂ ਕੁਛ ਆ, ਫਿਰ ਤੁਸੀਂ ਇਹ ਕਰੀਮ ਲਗਾ ਸਕਦੇ ਆ ਸਕਿਨ ਤੇ, ਜਿਹੜੀ ਉਹ ਬੈਰੀਅਰ ਹੁੰਦੀ, ਬੈਰੀਅਰ ਕਰੀਮ। ਤੇ ਕੀ ਨਾਂ ਆ ਜੀ? ਬੈਰੀਅਰ ਕਰੀਮ ਤੁਸੀਂ ਕਿਸੇ ਵੀ ਕੈਮਿਸਟ ਪੁੱਛ ਲਿਓ ਜਾ ਕੇ, ਬੈਰੀਅਰ ਕਰੀਮ ਚਾਹੀਦੀ ਹੈ। ਬੈਰੀਅਰ ਕਰੀਮ, ਹਾਂਜੀ, ਉਹ ਫਿਰ ਤੁਹਾਡੀ ਸਕਿਨ ਨੂੰ ਪ੍ਰੋਟੈਕਟ ਕਰੂਗੀ, ਜਿਹੜਾ ਮੋਇਸਚਰ ਆ ਉਹ ਨਿਕਲੇਗਾ ਨਾ, ਹਾਂਜੀ ਤੇ ਉਹ ਫਿਰ ਡਰਾਈ ਨਾ ਹੋਊਗੀ ਅੱਖ, ਠੀਕ ਹੈ ਜੀ। ਹਾਂਜੀ ਹਾਂ, ਚਲੋ। ਜੇ ਆਈਲਿਡ ਆ ਹਨਾ, ਜੇ ਸਕਿਨ ਆ, ਹਾਂਜੀ ਤੇ ਜੇ ਐਕਚੁਅਲੀ ਅੱਖ ਹੋ ਰਹੀ ਡਰਾਈ, ਫਿਰ ਤੁਹਾਨੂੰ ਲੂਬਰੀਕੇਟਿੰਗ ਆਈ ਡ੍ਰੌਪਸ ਮਿਲਦੇ ਆ, ਉਹ ਵਾਰ-ਵਾਰ ਪਾਉਣੇ ਪੈਂਦੇ ਆ। ਨਹੀਂ ਅੱਖ ਨਹੀਂ ਡਰਾਈ ਹੁੰਦੀ, ਉਹਦੇ ਤੇ ਲਿਡ ਤੇ ਨਾ ਮਤਲਬ ਕਿ Skin ਆ। ਜਿੱਦਾਂ ਐਗਜ਼ੀਮਾ ਤੁਸੀਂ ਕਹਿ ਦਿੰਦੇ ਆ ਜਾਂ ਕੁਝ ਕਹਿ ਦਿੰਦੇ ਆ ਹਾਂਜੀ ਨਾ। ਠੀਕ ਹੈ, ਫਿਰ ਉਹ 에ਅਰ ਕੰਡੀਸ਼ਨਿੰਗ ਨਾਲ ਉਹ ਡਰਾਈ ਹੋਈ ਜਾਂਦਾ ਸਕਿਨ। ਹਾਂਜੀ ਨਹੀਂ, ਫੈਨ ਦੀ 에ਅਰ ਵੀ ਨਹੀਂ, ਮਤਲਬ ਕਿ ਨਾ ਰਾਤ ਨੂੰ ਸੌਣ ਲੱਗਿਆ ਸ਼ੀ ਇਜ਼ ਮੈਰਿਡ ਹਾਂਜੀ 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 ਤੇ ਫਿਰ ਇੱਕ ਜਣੇ ਨੂੰ ਘਰ ਵੀ ਲੱਗ ਜਾਂਦਾ, ਦੂਜੇ ਨੂੰ ਹਮੇਸ਼ਾ ਪ੍ਰੋਬਲਮ ਹੀ ਰਹਿੰਦੀ ਹੈ ਹਰ ਵਕਤ ਨਾ। ਜਦੋਂ ਕਿਤੇ ਹੋਲੀਡੇ ਜਿੱਥੇ ਫਰੈਸ਼ 에ਅਰ ਹੈ ਨਾ ਜਾਂ ਕਿੱਦਾਂ, ਉੱਥੇ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਈ। ਹਾਂਜੀ ਹਾਂਜੀ, ਚਲੋ ਫਿਰ ਇਹੀ ਉਹਦਾ ਇਲਾਜ ਹੈ, ਬੈਰੀਅਰ ਕਰੀਮ ਵਰਤ ਲੈਣਾ। ਹਾਂਜੀ ਬੈਰੀਅਰ ਕਰੀਮ। ਹਾਂਜੀ, ਬਾਕੀ ਭੈਣ ਜੀ ਡਾਕਟਰ ਸਾਹਿਬ ਫੋਨ ਕਰਨਗੇ, ਜੇ ਕੋਈ ਹੋਰ ਗੱਲ ਕਰਨੀ ਹੈ ਤੁਸੀਂ ਖੁੱਲ ਕੇ ਕਰ ਸਕਦੇ ਹੋ ਬਾਅਦ ਦੇ ਵਿੱਚ। ਥੋੜੀ ਦੇਰ ਤੱਕ, ਹਫਤਾ 2 ਹਫ਼ਤੇ ਦੇਰ ਤੱਕ ਤੁਹਾਨੂੰ ਕਾਲ ਕਰਨਗੇ, ਦੈਨ ਯੂ ਕੈਨ ਹੈਵ ਅ ਪਰਸਨਲ ਕਨਵਰਸੇਸ਼ਨ। ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਥੈਂਕ ਯੂ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਇਹ ਮੈਂ ਨਾ ਕਿਸੇ ਹੋਰ ਵੀ ਪ੍ਰੋਬਲਮ ਦੇਖੀ ਹੋਈ ਆ, ਦੋਨੋਂ ਕੀ ਪ੍ਰੋਬਲਮ ਸੀਗੀ, ਮੈਂ ਉਹਨੂੰ ਸਿਰਫ ਦੇਖਿਆ ਸੀ ਉਹਨਾਂ ਅੱਖਾਂ 'ਚ ਨਾ ਸਪਰੇ ਮਾਰਦੇ ਨੇ ਉਹ ਲਿਡ ਦੇ ਉੱਪਰ, ਹਾਂਜੀ ਹਾਂਜੀ, ਕਿਉਂਕਿ ਉਹਦੀ ਅੱਖਾਂ ਡਰਾਈ ਹੁੰਦੀਆਂ, ਤੇ ਉਹ ਵੀ ਕੋਈ ਇਲਾਜ ਹੈਗਾ ਸਪਰੇ ਦਾ? ਇਹ ਉਹ ਟੈਂਪਰੇਰੀ ਰਿਲੀਫ ਮਿਲ ਜਾਂਦਾ ਹੈ। Temporary ਹੈ? ਜਿਸ ਤਰ੍ਹਾਂ ਅੱਖਾਂ ਥੱਕੀਆਂ ਹੁੰਦੀਆਂ ਜਾਂ ਡਰਾਈਨੈਸ ਹੁੰਦਾ ਆ, ਹਾਂ। ਤੇ ਉਹ ਥੋੜਾ ਜਿਹਾ ਮੋਇਸਚਰਾਈਜ਼ ਕਰ ਦਿੰਦੀਆਂ, ਦੈਟਸ ਆਲ। ਟੈਂਪਰੇਰੀ ਜਦੋਂ ਲੋੜ ਪਵੇ ਤੁਸੀਂ ਵਰਤ ਸਕਦੇ, ਇਟਸ ਨਾਟ ਅ ਪ੍ਰੋਬਲਮ। ਹਾਂਜੀ, ਪਰ ਜੀ ਇਹਦਾ ਹੁਣ ਕਾਜ਼ ਕੀ ਹੁੰਦਾ? ਕੋਈ ਡਾਈਟ ਦਾ ਵੀ ਇਫੈਕਟ ਹੁੰਦਾ? ਇਹ ਡਰਾਈ ਆਈਜ਼ ਦਾ ਹੁੰਦਾ ਹੈ, ਕਈ ਕਾਜ਼ ਹੁੰਦੇ ਭਾਜੀ, ਇਹ ਇੱਕ ਕਾਜ਼ ਨਹੀਂ ਹੁੰਦਾ ਹੈਗਾ। ਤੇ ਇਹ ਡਾਈਟਰੀ ਵੀ ਹੋ ਸਕਦਾ ਆ, ਹਾਂਜੀ, ਵੀ ਖੁਸ਼ਕ ਚੀਜ਼ਾਂ ਖਾਣ ਨਾਲ। ਹਾਂਜੀ, ਤੇ ਉਹ ਕਈ ਵਾਰੀ ਟੇਅਰ ਡਕਟਸ ਜਿਹੜੇ ਉਹ ਬਲੌਕਡ ਹੋ ਜਾਂਦੇ ਆ। ਹਾਂਜੀ, ਬੱਚਿਆਂ ਦੇ ਖਾਸ ਹੁੰਦੇ ਆ, ਬਲੌਕਡ ਹੋ ਜਾਂਦੇ ਆ। ਕਈ ਵਾਰੀ ਰੇਸ਼ਾ ਰਹਿੰਦੀ, ਰੇਸ਼ਾ ਨਾਲ ਬਲੌਕ ਹੋ ਜਾਂਦੇ ਆ। ਸੋ ਦੇਰ ਲੋਟ ਆਫ ਕਾਜ਼ਸ। ਤੇ ਭਾਜੀ ਕਈ ਤਾਂ ਮੈਂ ਬੰਦਿਆਂ ਤਾਂ ਦੇਖਿਆ, ਉਹਦਾ ਬਹੁਤ ਜ਼ਿਆਦਾ ਪਾਣੀ ਨਿਕਲਦਾ ਹੈ, ਹਾਂਜੀ। ਉਹ ਹੱਥ 'ਚ ਟਿਸ਼ੂ ਰੱਖਿਆ ਹੁੰਦਾ, ਉਹਨੂੰ ਸਾਫ਼ ਹਾਂਜੀ ਕਰੀ ਹਾਂਜੀ, ਜਾਂਦੇ। ਉਹ ਵੀ ਇਹੀ ਹੈ ਨਾ, ਇੱਕ ਟਿਊਬ ਹੈ ਜਿਹੜੀ ਨੱਕ ਤੋਂ ਅੱਖ ਤੋਂ ਨੱਕ ਤਾਈਂ ਜਾਂਦੀ ਆ, ਹਾਂ ਹਾਂ, ਤੇ ਉਹ ਐਕਸੈਸ ਫਲੂਇਡ ਜਿਹੜੀ ਉਹ ਨੱਕ ਵਿੱਚ ਡਰੇਨ ਹੁੰਦੀ ਰਹਿੰਦੀ ਨੋਰਮਲੀ। ਅੱਛਾ। ਤੇ ਉਹ ਫਿਰ ਜਦੋਂ ਬਲੌਕ ਹੋ ਜਾਂਦਾ ਚੈਨਲ ਹੈ ਨਾ, ਉਹ ਫਿਰ ਅੱਖਾਂ ਰਾਹ ਪਾਣੀ ਨਿਕਲਦਾ ਰਹਿੰਦਾ ਹੈ। ਕਾਫੀ ਨਾ ਪ੍ਰੋਬਲਮ ਹੈ ਉਸ ਹਾਂਜੀ ਇਨਸਾਨ ਹਾਂਜੀ, ਨੂੰ, ਦੈਟਸ ਰਾਈਟ। ਤੇ ਉਹਦਾ ਵੀ ਇਲਾਜ ਹੈ? ਉਹਦਾ ਵੀ ਇਲਾਜ ਹੈਗਾ, ਹਾਂਜੀ। ਆਈ ਹੋਪ ਤੁਸੀਂ ਦੇਖਦੇ ਹੋ, ਪਲੀਜ਼ ਡਾਕਟਰ ਨੂੰ ਕੰਸਲਟ ਕਰਿਓ, ਕਾਲ ਕਰੋ ਐਟਲੀਸਟ, ਫਿਰ ਤੁਸੀਂ ਗੱਲ ਕਰਕੇ ਆਪਣਾ ਇਲਾਜ, ਕਿਉਂਕਿ ਮੈਂ ਦੇਖਿਆ ਬੰਦੇ ਨੂੰ ਕਾਫੀ ਦੇਰ ਦਾ ਉਹਦੇ ਹੱਥ ਵਿੱਚ ਟਿਸ਼ੂ ਹੁੰਦਾ, ਹਮੇਸ਼ਾ ਬਹੁਤ ਪਾਣੀ ਨਿਕਲਦਾ। ਹਾਂਜੀ ਹਾਂਜੀ, ਦੈਟਸ ਰਾਈਟ। ਯਾ, ਤੇ ਐਕਚੁਅਲੀ ਇਹ ਏਸੀ ਦੀ ਗੱਲ ਕਰਦੇ ਸੀ ਨਾ, ਹਾਂਜੀ। ਤੇ ਮੈਂ ਕਈ ਮਰੀਜ਼ ਦੇਖੇ ਆ ਜਿਹੜੇ ਠੰਡੀ ਜਗ੍ਹਾ ਤੇ ਕੰਮ ਕਰਦੇ ਆ ਜਾਂ ਕਰਦੇ ਰਹੇ ਆ, ਤੇ ਖਾਸ ਕਰਕੇ ਜਿੱਦਾਂ ਇਹ ਫਰੂਟ ਪੈਕਿੰਗ ਹੁੰਦੀ, ਜਿੱਥੇ ਚੀਜ਼ ਪੈਕਿੰਗ ਇਦਾਂ ਦੀ ਹੈ ਨਾ, ਕੋਲਡ ਜਗ੍ਹਾ ਦੇ ਫੈਕਟਰੀਜ਼, ਵਿੱਚ। ਹਾਂਜੀ, ਉੱਥੇ ਹਮੇਸ਼ਾ ਵੈਰੀ ਕੋਲਡ ਹੁੰਦਾ ਹੈ, ਤੇ ਉੱਥੋਂ ਕਈ ਲੋਕਾਂ ਨੂੰ ਆਰਥਰਾਈਟਿਸ ਉੱਥੋਂ ਸ਼ੁਰੂ ਹੁੰਦੀ ਮੈਂ ਦੇਖੀ ਹੈ। ਤੇ ਸਾਡੇ ਕੋਲ ਖਾਸ ਦਵਾਈਆਂ ਜਿਹੜੀਆਂ ਉੱਥੇ ਕੰਮ ਕਰਦੀਆਂ, ਵੀ ਉਹ ਐਵਰ ਸਿੰਸ ਵਰਕਿੰਗ ਇਨ ਅ ਵੈਰੀ ਕੋਲਡ এনवायरमेंट, ਉਹਨਾਂ ਦੇ ਜਾਂ ਕੋਈ ਚੈਸਟ ਵਿੱਚ ਪ੍ਰੋਬਲਮ ਸ਼ੁਰੂ ਹੋ ਗਿਆ, ਖੰਘ ਨਹੀਂ ਹਟਦੀ, ਤੇ ਜਾਂ ਰੇਸ਼ਾ ਬਣੀ ਜਾਂਦੀ, ਜਾਂ ਸਾਹ ਦਾ ਪ੍ਰੋਬਲਮ ਹੋ ਗਿਆ, ਜਾਂ ਉਹਨਾਂ ਦੇ ਜੋੜ ਦੁਖਣ ਲੱਗ ਪੈਂਦੇ ਆ। ਸੋ ਇਹ ਵਨ ਆਫ ਦਾ ਕਾਜ਼ਸ ਹੈਗੇ ਆ। ਭਾਜੀ ਬੋਡੀ ਗਰਮ ਸਰਦ ਹੋਣੀ, ਫਰਕ ਤਾਂ ਪੈਂਦਾ ਹੈ ਨਾ? ਫਰਕ ਪੈਂਦਾ ਹੈ, ਐਗਜ਼ੈਕਟਲੀ, ਦੈਟਸ ਰਾਈਟ। ਤੇ ਇਹੀ ਮੈਂ ਧਿਆਨ ਲੱਗਾ ਸੀਗਾ ਆਪਾਂ ਵੀ ਤੁਸੀਂ ਬਚਣਾ ਕਿੱਦਾਂ ਆ ਇਸ ਸੀਜ਼ਨ ਵਿੱਚ, ਜਦੋਂ ਵਿੰਟਰ ਆਉਣੀ ਆ। ਬਿਲਕੁਲ। ਤੇ ਉਹ ਗਰਮ ਸਰਦ ਹੋਣ ਦਾ ਪ੍ਰੋਬਲਮ ਹੁੰਦਾ ਆ। ਹਾਂਜੀ, ਤੇ ਤੁਸੀਂ ਇੱਕਦਮ ਅੰਦਰ ਗਰਮੀ ਹੁੰਦੀ, ਹੀਟਿੰਗ ਲੱਗੀ ਹੁੰਦੀ, ਇੱਕਦਮ ਤੁਸੀਂ ਬਾਹਰ ਜਾਂਦੇ, ਠੰਡ ਹੁੰਦੀ ਆ, ਤੇ ਉਹ ਉਸ ਵੇਲੇ ਉਹ ਵਾਇਰਸ ਜਿਹੜੇ ਸਾਡੇ ਆਲਰੇਡੀ ਹੁੰਦੇ ਆ, ਗਲੇ ਵਿੱਚ ਹੈਗੇ ਸਾਡੇ ਵਾਇਰਸ ਆਲਰੇਡੀ, ਨੱਕ ਵਿੱਚ ਹੈਗੇ ਆ, ਪਰ ਉਹ ਇਨਐਕਟਿਵ ਆ। ਜਦੋਂ ਗਰਮ ਸਰਦ ਤੁਸੀਂ ਹੁੰਨੇ ਹਨਾ, ਇੱਕਦਮ ਟੈਂਪਰੇਚਰ ਚੇਂਜ ਹੁੰਦਾ ਹੈ, ਤਾਂ ਉਹ ਐਕਟਿਵ ਹੋ ਜਾਂਦੇ ਆ, ਰਾਈਟ। ਜਦੋਂ ਐਕਟਿਵ ਹੁੰਦੇ ਫਿਰ ਤੁਹਾਨੂੰ ਕੋਲਡ ਹੋ ਜਾਂਦਾ ਜਾਂ ਫਲੂ ਹੋ ਜਾਂਦਾ। ਇਹ ਬੜਾ ਸਿੰਪਲ ਜੀ ਗੱਲ ਆ। ਹਾਂਜੀ, ਤੁਸੀਂ ਤੁਹਾਡਾ ਟੈਂਪਰੇਚਰ ਈਵਨ ਜਿਹਾ ਰਵੇ ਹੈ ਨਾ ਬੋਡੀ ਦਾ, ਤੇ ਉਹ ਉਹਨਾਂ ਨੂੰ ਚਾਂਸ ਨਹੀਂ ਮਿਲਦਾ ਤੁਹਾਨੂੰ ਅਟੈਕ ਕਰਨ ਦਾ। ਯਾ, ਮੈਂ ਫਿਰ ਜ਼ਰਾ ਕਾਲ ਰਿਪੀਟ ਕਰਦਾ, ਜੋ ਥੱਲੇ ਸਕਰੀਨ ਤੇ ਆ ਰਿਹਾ 0121 551 1001, ਪਲੀਜ਼ ਕਰੋ। ਔਰ ਤੁਸੀਂ ਡਾਕਟਰ ਨਾਲ ਗੱਲ ਕਰਨੀ ਜਾਂ ਤੁਸੀਂ ਨੰਬਰ ਚੱਲਣਾ ਚਾਹੁੰਦੇ ਹੋ, ਕੋਸ਼ਿਸ਼ ਕਰੋ ਸ਼ੋਅ ਦੇ ਦਰਮਿਆਨ ਕਾਲ ਕਰਿਆ ਕਰੋ, ਫਿਰ ਐਟਲੀਸਟ ਸਾਨੂੰ ਪਤਾ ਲੱਗ ਜਾਂਦਾ ਹੈ। ਸਾਡੇ ਕਾਲ ਸੈਂਟਰ ਵੀ ਖੁੱਲ੍ਹਾ ਹੈਗਾ, ਤੇ ਦੇ ਕੈਨ ਸਟਾਰਟ ਟੇਕ ਯੂਰ ਕਾਲਸ, ਫਿਰ ਪ੍ਰੋਫੈਸ਼ਨਲੀ ਸਾਰਾ ਹੈਂਡਲ ਕਰ ਸਕਦੇ ਨੇ। ਡਾਕਟਰ ਸਾਹਿਬ, ਇਹ ਬੜੇ ਜ਼ਰੂਰੀ ਹੈਗਾ ਹੁਣ,
ਆਪਾਂ ਸਮਰ ਤੋਂ ਵਿੰਟਰ ਵੱਲ ਜਾ ਰਹੇ ਹਾਂ ਤੇ ਉਹਦੀ ਹੁਣ ਸਾਰਿਆਂ ਨੂੰ ਬੈਸਟ ਤੁਸੀਂ ਕੀ ਪ੍ਰੀਕਾਸ਼ਨ ਕੀ ਕਰਨਾ ਚਾਹੀਦਾ ਇਨਸਾਨ ਨੂੰ? ਹਾਂਜੀ, ਬੈਸਟ ਥਿੰਗ ਇਜ਼ ਤੁਸੀਂ ਗੁੱਡ ਕੁਆਲਿਟੀ ਦੀ ਵਿਟਾਮਿਨ ਸੀ ਜ਼ਰੂਰ ਲਓ। ਹਾਂਜੀ, ਉਹ ਤਾਂ ਆਪਾਂ ਵਿਸ਼ੇ ਕਹਿੰਦੇ ਆ ਨਾ। ਦੈਟਸ ਰਾਈਟ, ਵਿਟਾਮਿਨ ਸੀ ਇਜ਼ ਸੋ ਇੰਪੋਰਟੈਂਟ ਤੇ ਇਹ ਤੁਹਾਡਾ ਖਾਸ ਵਾਈਟੈਲਿਟੀ ਨੂੰ ਔਰ ਇਮਿਊਨ ਸਿਸਟਮ ਨੂੰ ਅਪ ਕਰਕੇ ਰੱਖਦੀ ਆ ਤੇ ਕਾਫੀ ਤੁਹਾਨੂੰ ਪ੍ਰੋਟੈਕਸ਼ਨ ਮਿਲ ਜਾਂਦਾ ਵਿਟਾਮਿਨ ਸੀ ਦੇ ਨਾਲ। ਤੇ ਬਾਕੀ ਤੁਸੀਂ ਸੈਰ ਜ਼ਰੂਰ ਕਰੋ, ਐਕਸਰਸਾਈਜ਼ ਚਾਹੀਦੀ ਹੈ ਜਾਂ ਯੋਗਾ ਕਰੋ। ਹਾਂਜੀ, ਉਹਦੇ ਨਾਲ ਐਕਸਰਸਾਈਜ਼ ਜਾਂ ਯੋਗਾ ਦੇ ਨਾਲ ਕੀ ਹੁੰਦਾ, ਤੁਹਾਡੀ ਬਾਡੀ ਜਿਹੜੀ ਯੂਜ਼ਡ ਅਪ એનર્ਜੀ ਹੁੰਦੀ ਹੈ ਨਾ, ਉਹ ਯੂਜ਼ਡ ਅਪ એનર્ਜੀ ਐਕਸਪੈਲ ਹੋ ਜਾਂਦੀ ਆ। ਹਾਂਜੀ, ਜਦੋਂ ਉਹ ਐਕਸਪੈਲ ਹੋ ਜਾਂਦੀ ਫਿਰ ਤੁਸੀਂ ਫਰੈਸ਼ એનર્ਜੀ ਤੁਹਾਡੀ ਬਾਡੀ ਵਿੱਚ ਆ ਸਕਦੀ ਹੈ ਅੰਦਰ। ਰਾਈਟ, ਦੈਟਸ ਵਾਈ ਐਕਸਰਸਾਈਜ਼ ਐਂਡ ਯੋਗਾ ਥਿੰਗਸ ਲਾਈਕ ਦੈਟ ਆਰ ਵੈਰੀ ਇੰਪੋਰਟੈਂਟ। ਜੇ ਤੁਸੀਂ ਇੱਕੋ ਥਾਂ ਬੈਠੇ ਰਹਿੰਦੇ ਆ ਬਸ ਬਾਹਰ ਹੀ ਨਹੀਂ ਨਿਕਲਦੇ, ਉਹ ਜਿਹੜੀ ਯੂਜ਼ਡ ਅਪ એનર્ਜੀ ਤੁਹਾਡੀ ਬਾਡੀ ਦੀ ਉਹ ਅੰਦਰ ਹੀ ਰਹਿੰਦੀ ਤੁਹਾਡੇ। ਬਿਲਕੁਲ। ਹਾਂਜੀ, ਇਟਸ ਲਾਈਕ ਅ ਕੰਟੈਮੀਨੇਸ਼ਨ ਹੈ ਨਾ। ਜੇ ਤੁਸੀਂ ਘਰ ਦੀ ਸਫਾਈ ਕਰਦੇ ਹੋ ਹਰ ਰੋਜ਼, ਹਾਂਜੀ, ਜਿਹੜਾ ਘੱਟਾ ਹੈ ਉਹ ਇਕੱਠਾ ਕਰਕੇ ਤੁਸੀਂ ਸੁੱਟ ਦਿੰਦੇ ਬਾਹਰ, ਹੈ ਨਾ, ਤੁਹਾਡਾ ਘਰ ਫਿਰ ਫਰੈਸ਼ ਜਿਹਾ ਫੀਲ ਹੁੰਦਾ ਹੈ, ਹਵਾ ਥੋੜ੍ਹੀ ਜਿਹੀ ਪਾਉਂਦੇ ਅੰਦਰ। ਪਰ ਤੁਹਾਡਾ ਬਾਡੀ ਵੀ ਇੱਕੋ ਹੀ ਚੀਜ਼ ਸੇਮ ਆ, ਉਹਦੀ ਵੀ ਸਫਾਈ ਹੋਣੀ ਚਾਹੀਦੀ ਆ। ਹਾਂਜੀ, ਜਿਹੜੀ એનર્ਜੀ ਆ ਤੁਹਾਡੀ ਯੂਜ਼ਡ ਅਪ એનર્ਜੀ ਉਹ ਤੁਹਾਡੇ ਅੰਦਰ ਨਹੀਂ ਰਹਿਣੀ ਚਾਹੀਦੀ, ਯੂ ਹੈਵ ਟੂ ਗੈਟ ਰਿਡ ਆਫ ਇਟ। ਤੇ ਉਹ ਹੁੰਦੀ ਜਾਂ ਐਕਸਰਸਾਈਜ਼ ਨਾ ਹੁੰਦੀ ਆ ਤਾਂ ਇਹ ਜਾਂ ਹੁੰਦੀ ਆ ਵੀ ਤੁਸੀਂ ਫਰੈਸ਼ ਏਅਰ 'ਚ ਜਾਓ। ਹਾਂਜੀ, ਜਾਂ ਯੋਗਾ ਕਰੋ। ਉਹ ਤੁਸੀਂ ਜਦੋਂ ਸਕੁਈਜ਼ ਕਰਦੇ ਆਪਣੇ ਮਸਲਸ ਨੂੰ, ਹੈ ਨਾ, ਤੇ ਉਹ ਫਿਰ ਇੱਥੇ ਚੱਕਰਸ ਹੁੰਦੇ ਨਾ એનર્ਜੀ ਸੈਂਟਰਸ, ਉਹ ਜਦੋਂ ਉਹਨਾਂ ਨੂੰ ਸਕੁਈਜ਼ ਹੁੰਦਾ ਖਾਸ ਕਰਕੇ ਯੋਗਾ ਨਾਲ ਜਾਂ ਐਕਸਰਸਾਈਜ਼ ਨਾਲ, ਉਹ ਫਿਰ ਜਿਹੜੇ ਉਹ ਐਕਸਪੈਲ ਕਰਦੇ ਯੂਜ਼ਡ ਅਪ એનર્ਜੀ ਨੂੰ। ਜਦੋਂ ਬਾਹਰ ਨਿਕਲ ਜਾਂਦੀ ਹੈ ਦੈਨ ਯੂ ਕੈਨ ਅਬਜ਼ੋਰਬ ਮੋਰ ਫਰੈਸ਼ એનર્ਜੀ। ਹਾਂਜੀ ਭਾਜੀ, ਇੱਕ ਨਾ ਬੜੇ ਜਿਹਨੂੰ ਕਹਿੰਦੇ ਬੜੇ ਫਰੈਂਡ ਇਕੱਠੇ ਹੁੰਦੇ ਗੱਲਾਂ ਬਾਤਾਂ, ਕਿਉਂਕਿ ਸ਼ੋਅ ਦੇਖ ਕੇ ਫਿਰ ਕੋਈ ਚਰਚਾ ਸ਼ੁਰੂ ਹੋ ਜਾਂਦੀ ਹੈ। ਤੁਸੀਂ ਕਿੰਨੇ ਵਜੇ 9-10 ਵਜੇ ਤੁਸੀਂ ਸੌਂਦੇ ਹੋ? ਮੇਕ ਸ਼ੋਰ ਤੁਸੀਂ ਸਵੇਰ ਜਿਹੜਾ 7 ਵਜੇ 6 ਵਜੇ 8 ਵਜੇ ਉੱਠਦੇ ਹੋ। ਇਹ ਏਦਾਂ ਨਾ ਹੋਵੇ ਕਿ ਤੁਸੀਂ ਇੱਕ ਰਾਤ ਘੰਟਾ 2 ਘੰਟੇ ਲੇਟ ਸੁੱਤੇ ਤੇ ਤੁਸੀਂ ਸੋ ਮੈਂ 10 ਵਜੇ ਤੱਕ ਪਿਆ ਰਵਾਂ। ਉਹ ਹੈਬਿਟ ਬੜੀ ਖਰਾਬ ਹੈ ਭਾਜੀ। ਆਪਣਾ ਸਿਸਟਮ ਡਿਸਪਲਿਨ ਆਪਣੀ ਲਾਈਫ 'ਚ ਰੱਖੋ ਐਂਡ ਉੱਠ ਕੇ ਤੁਸੀਂ ਆਪਣਾ ਇਸ਼ਨਾਨ ਕਰੋ, ਪਾਠ ਪੂਜਾ ਕਰੋ, ਜੋ ਵੀ ਕਰਨਾ ਮੇਕ ਯੂਰਸੈਲਫ ਜਿੱਦਾਂ ਤੁਸੀਂ ਕੰਮ ਤੇ ਜਾ ਰਹੇ ਹੋ। ਯੂ نو ਐਕਟਿਵ ਲਾਈਫ ਚੱਲਣੀ ਚਾਹੀਦੀ ਹੈ। ਹਾਂਜੀ, ਐਕਟਿਵ ਰਹਿਣਾ ਚਾਹੀਦਾ। ਉਹ ਬਿਲਕੁਲ ਆਪਾਂ ਕਹਿ ਰਹੇ ਸੀ ਨਾ, ਜੇ ਤੁਸੀਂ ਬਾਹਰ ਵੀ ਨਹੀਂ ਜਾਣਾ ਕਿ ਮੈਂ ਪਜਾਮੇ 'ਚ ਫਿਰੀ ਜਾਵਾਂ ਤੇ ਉਹ ਤੇ ਫਿਰ ਬੰਦਾ ਲੇਜ਼ੀ ਹੋ ਜਾਂਦਾ ਸਾਰਾ ਇੱਕਦਮ। ਹਾਂਜੀ, ਲੇਜ਼ੀ ਹੋ ਜਾਂਦਾ, ਫਿਰ ਤੁਹਾਡੀ ਮਾਈਂਡ ਵੀ ਲੇਜ਼ੀ ਹੋ ਮਾਈਂਡ ਵੀ ਲੇਜ਼ੀ ਹੋ ਜਾਂਦਾ। ਰਾਈਟ, ਤੇ ਤੁਸੀਂ ਰਿਟਾਇਰ ਹੋ ਕੇ ਐਕਟਿਵ ਰਹੋ, ਕੁਝ ਨਾ ਕੁਝ ਐਕਟੀਵਿਟੀ ਜ਼ਰੂਰ ਕਰੋ। ਇਸੇ ਨਾਲ ਤੁਹਾਡੀ ਵਾਈਟੈਲਿਟੀ ਅਪ ਰਹੇਗੀ, ਤੁਹਾਡੀ એનર્ਜੀ ਅਪ ਰਹੇਗੀ, ਤੁਹਾਡੀ ਇਮਿਊਨਿਟੀ ਅਪ ਰਹੇਗੀ। ਹਾਂਜੀ, ਨਾਲ ਤੁਹਾਡਾ ਬ੍ਰੇਨ ਐਕਟਿਵ ਰਹੂਗਾ। ਜੇ ਤੁਸੀਂ ਬ੍ਰੇਨ ਨੂੰ ਯੂਜ਼ ਨਹੀਂ ਕਰਦੇ ਹੈਗੇ, ਉਹ ਫਿਰ ਸਲੋ ਹੋਣ ਲੱਗ ਪੈਂਦਾ, ਬ੍ਰੇਨ ਦੇ ਸੈੱਲ ਮਰਨ ਲੱਗ ਪੈਂਦੇ ਹੌਲੀ ਹੌਲੀ। ਬੁਰਾ ਨਾ ਮੰਨਿਓ, ਮੈਂ ਉਹਦਾ ਤਾਂ ਹੱਸਦਾ, ਅਸੀਂ ਬ੍ਰੇਨ ਯੂਜ਼ ਕਰਦੇ ਲੇਕਿਨ ਗਲਤ ਜਗ੍ਹਾ ਤੇ ਕਰਦੇ ਹਾਂ ਅਸੀਂ। ਇੱਕ ਦੂਜੇ ਦੀ ਲੱਤਾਂ ਖਿੱਚਦੇ ਆ, ਚੁਗਲੀ ਕਰਨੀ, ਉੱਥੇ ਪਰ ਸਾਡਾ ਬ੍ਰੇਨ ਬੜੇ ਚੱਲਦੇ ਨੇ, ਉੱਥੇ ਜ਼ਿਆਦਾ ਚੱਲਦੇ ਆ। ਆਪਣੀ ਸਿਹਤ ਤੇ ਧਿਆਨ ਨਹੀਂ ਦਿੰਦੇ, ਉੱਧਰ ਨਹੀਂ ਖਿਆਲ ਕਰਦੇ। ਹਾਂਜੀ ਹਾਂਜੀ, ਜਿਹੜੇ ਨੈਗੇਟਿਵ ਇਮੋਸ਼ਨਸ ਆ ਉਹਨਾਂ ਤੋਂ ਬਚੋ ਜ਼ਰੂਰ। ਹਾਂਜੀ, ਈਰਖਾ ਨਾ ਕਰੋ ਕਿਸੇ ਨਾਲ। ਹਾਂਜੀ, ਵੀ ਇਹਦੇ ਕੋਲ ਆ ਹੈਗਾ, ਮੇਰੇ ਕੋਲ ਛੋਟੀ ਕਾਰ, ਇਹਦੇ ਕੋਲ ਵੱਡੀ ਕਾਰ, ਇਹ ਜਿਹੜੀ ਇਦਾਂ ਦੀਆਂ ਨੈਗੇਟਿਵ ਚੀਜ਼ਾਂ ਇਹ ਤੁਹਾਨੂੰ ਬਹੁਤ ਡਰੇਨ ਕਰਦੀਆਂ ਤੁਹਾਡੀ એનર્ਜੀ। ਡਾਕਟਰ ਸਾਹਿਬ, ਇਹ ਵੀ ਇੱਕ ਮੈਡੀਕਲ ਹਿੰਟ ਹੈਗਾ, ਕਿਉਂਕਿ ਜੇ ਅਗਰ ਤੁਹਾਨੂੰ ਕੋਈ ਬੰਦਾ ਕੋਈ ਪਛਾਣ ਕਰਦਾ ਨਾ, ਉਹਦੀ ਆਪਣੇ ਦਿਮਾਗ 'ਚ ਖਿਆਲ ਨਾ ਲੈ ਕੇ ਆਵੋ। ਯੂ ਸ਼ੁਡ ਨਾਟ ਹੈਵ ਟਾਈਮ ਕਿ ਇਦਾਂ ਦੀ ਨੈਗੇਟਿਵ ਚੀਜ਼ਾਂ ਦਾ ਸੋਚਣ ਬਾਰੇ। ਦੈਟਸ ਰਾਈਟ, ਹਮੇਸ਼ਾ ਪੋਜ਼ਿਟਿਵ ਰਹੋ। ਪੋਜ਼ਿਟਿਵ ਰਹੋ। ਯਾ ਤੁਹਾਡੀ ਹੈਲਥ ਗੁੱਡ ਰਹੇਗੀ ਪੋਜ਼ਿਟਿਵ ਰਹਿਣ ਨਾਲ। ਹਾਂਜੀ, ਨੈਗੇਟਿਵ ਇਮੋਸ਼ਨਸ ਵਿਲ ਪ੍ਰੋਡਿਊਸ ਨੈਗੇਟਿਵਿਟੀ ਐਂਡ ਵਿਲ ਅਫੈਕਟ ਯੂਰ ਹੈਲਥ। ਭਾਜੀ ਬੜਾ ਜ਼ਰੂਰੀ ਹੈ, ਜਿੱਦਾਂ ਤੁਸੀਂ ਯੂ نو ਇੱਕ ਚੀਜ਼ਾਂ 2-3 ਗੱਲਾਂ ਹੋਰ ਹੁੰਦੀਆਂ। ਅਸੀਂ ਮੈਡੀਕਲੀ ਇਹ ਗੱਲ ਹੈਗੀ ਹੈ ਕਿਉਂਕਿ ਦਿਮਾਗ 'ਚ ਫਰਕ ਪੈਂਦਾ। ਮੈਂ ਡਾਕਟਰ ਜੀ ਨੂੰ ਪੁੱਛਾਂਗਾ, ਮੈਨੂੰ ਐਗਰੀ ਕਰਦੇ ਨਹੀਂ ਕਰਦੇ। ਪਰ ਜਦੋਂ ਤੁਸੀਂ ਮਕਾਨ 'ਚ ਰਹਿੰਦੇ, ਲੋਕੀ ਨੂੰ ਬੜੇ ਸਾਲ ਹੋ ਗਏ ਨੇ ਮੋਰਟਗੇਜ ਪੇ ਕਰਦੇ ਨੂੰ, 15-20 ਸਾਲ 25 ਸਾਲ ਹੋ ਗਏ, 30 ਸਾਲ ਹੋ ਗਏ ਨੇ, ਉਹਦੇ ਮਕਾਨ ਦੇ ਅੰਦਰ ਨਾ ਥੋੜੇ ਸਾਲਾਂ ਬਾਅਦ ਮਾਹੌਲ ਚੇਂਜ ਕਰਨਾ ਚਾਹੀਦਾ। ਹਾਂਜੀ, ਪੇਂਟਿੰਗ ਦੀ ਗੱਲ ਹੋਵੇ ਜਾਂ ਸੈਟਿੰਗ ਦੀ ਗੱਲ ਹੋਵੇ, ਤੁਸੀਂ ਕਿੱਦਾਂ ਸਮਾਨ ਰੱਖਿਆ ਉਹਨੂੰ ਜ਼ਰਾ ਅਦਲਾ ਬਦਲਾ ਕਰੋ। ਥੋੜੀ ਜਿਹੀ ਐਕਸਾਈਟਮੈਂਟ, ਕੋਈ এনवायरमेंट ਦਾ ਸੀਨ ਡਿਫਰੈਂਟ ਹੋਣਾ ਚਾਹੀਦਾ ਤਾਂ ਕਿ ਉਹੀ ਰੋਜ਼ ਸਵੇਰ ਉਹੀ ਦੇਖੀ ਜਾਣਾ ਉਹ ਹੈਲਦੀ ਤਾਂ ਨਹੀਂ ਹੈਗਾ। ਫਿਰ ਬੜੀ ਇੰਪੋਰਟੈਂਟ ਗੱਲ ਕੀਤੀ ਸੀ ਭਾਜੀ, ਐਕਚੁਅਲੀ ਫॉर એનર્ਜੀ ਵਿਊ ਪੁਆਇੰਟ, ਹੈ ਨਾ, ਹੈ ਨਾ, ਕਿਉਂਕਿ ਮੇਰਾ ਖਾਸ ਇੰਟਰਸਟ ਹੈਗਾ એનર્ਜੀ ਬਾਰੇ। ਤੇ ਜੇ ਤੁਸੀਂ ਉਹ ਸੇਮ ਫਰਨੀਚਰ 10 ਸਾਲ ਰੱਖ ਛੱਡਦੇ ਹੈ ਨਾ, ਉਦਾਂ ਹੀ ਪਿਆ, ਬਿਲਕੁਲ ਉਦਾਂ ਹੀ ਪਿਆ। ਪਤਾ ਕੀ ਗੱਲ ਹੁੰਦਾ, ਤੁਹਾਡੀ ਜਿਹੜੀ ਯੂਜ਼ਡ ਅਪ એનર્ਜੀ ਆ ਉਹ ਫਰਨੀਚਰ ਵਿੱਚ ਪਈ ਹੁੰਦੀ ਆ। ਰਾਈਟ, ਯੂਜ਼ਡ ਅਪ ਨੈਗੇਟਿਵ એનર્ਜੀ ਜਿਹੜੀ ਫਰਨੀਚਰ ਵਿੱਚ ਜਮ੍ਹਾਂ ਹੁੰਦੀ ਰਹਿੰਦੀ ਆ। ਓਕੇ, ਤੁਸੀਂ ਜਦੋਂ ਫੇਰ ਜਾ ਕੇ ਉੱਤੇ ਬੈਠਦੇ ਹੈ ਨਾ, ਤੁਹਾਨੂੰ ਫੇਰ ਉਹ ਥੋੜੀ ਜਿਹੀ એનર્ਜੀ ਹੋਰ ਐਬਜ਼ੌਰਬ ਹੋ ਜਾਂਦੀ ਆ। ਬਿਲਕੁਲ ਰਾਈਟ। ਕਾਰਪੇਟ ਤੁਸੀਂ 15 ਸਾਲ ਚੇਂਜ ਨਹੀਂ ਕਰਦੇ ਹੈਗੇ, ਉਹਦੇ ਵਿੱਚ ਨੈਗੇਟਿਵ એનર્ਜੀ ਇੰਬੈਡ ਹੋ ਜਾਂਦੀ ਆ। ਭਾਜੀ ਪਤਾ ਕਿ ਮੇਰੇ ਦਿਮਾਗ 'ਚ ਤਾਂ ਬੜੀਆਂ ਗੱਲਾਂ ਮੈਂ ਇਸਤੇਮਾਲ ਕਰਾਂ ਜਾਂ ਨਾ ਕਰਾਂ ਦੂਜੀ ਗੱਲ ਹੈ, ਲੇਕਿਨ ਮੈਂ ਤੁਹਾਨੂੰ ਦੱਸਿਆ ਮੇਰੇ ਦਿਮਾਗ 'ਚ ਬਹੁਤ ਪਈਆਂ ਨੇ ਗੱਲਾਂ, ਬਹੁਤ ਜ਼ਿਆਦਾ ਹੈਗੀਆਂ ਨੇ। ਜਰਾ ਰੂਮ ਦੇ এনवायरमेंट ਨਾ ਚੇਂਜ ਕਰੋ। ਪਹਿਲਾਂ ਤਾਂ ਤੁਹਾਨੂੰ ਬਿਜ਼ੀ ਰੱਖਦਾ, ਤੁਸੀਂ ਸੋਚਦੇ ਹੋ ਮੈਂ ਇਦਾਂ ਨਹੀਂ ਇਦਾਂ ਰੱਖਦਾ, ਮੈਂ ਬੈੱਡ ਨੂੰ ਇਦਾਂ ਰੱਖਦਾ, ਮੈਂ ਸੈਟਿੰਗ ਨੂੰ ਇਦਾਂ ਨੂੰ ਕਰ ਲੈਂਦਾ ਥੋੜਾ ਜਿਹਾ। ਯੂ نو ਥੋੜੇ ਜਿਹੇ 6 ਮਹੀਨੇ ਸਾਲ ਬਾਅਦ ਮੇਕ ਸ਼ੋਰ ਤੁਸੀਂ ਉਹਨੂੰ ਚੇਂਜ ਕਰੋ। ਹਾਂਜੀ ਹਾਂਜੀ,
ਹਾਂਜੀ ਇਹ ਚਾਈਨੀਜ਼ ਦੀ ਇੱਕ ਹੈਗੀ ਆ ਇਹ ਸਾਇੰਸ, ਹਾਂਜੀ ਇਹ ਫੈਂਗ ਸ਼ੂਈ। ਤੇ ਉਹਦਾ ਸਿਰਫ ਇਹੀ ਫੈਂਗ ਸ਼ੂਈ ਦਾ ਆਈਡੀਆ ਵੀ એનર્ਜੀ ਜਿਹੜੀ ਸਰਕੂਲੇਟ ਹੋਣੀ ਚਾਹੀਦੀ ਘਰ, ਸਰਕੂਲੇਟ ਹੋਣੀ ਦੈਟਸ ਚਾਹੀਦੀ। ਰਾਈਟ। ਜਿੱਥੇ ਬਲੌਕ ਹੋ ਗਈ ਉਹ એનર્ਜੀ ਉੱਥੇ ਰੁਕ ਜਾਂਦੀ ਆ, ਉਹ ਪਈ એનર્ਜੀ ਫਿਰ ਉਹ ਡੈਂਸ ਹੋ ਜਾਂਦੀ ਆ ਤੇ ਨੈਗੇਟਿਵ એનર્ਜੀ ਹੋ ਜਾਂਦੀ ਆ, ਤੇ ਉਹ ਤੁਹਾਨੂੰ ਬਹੁਤ ਇਫੈਕਟ ਕਰਦੀ ਹੈ ਸਾਨੂੰ ਹਿਊਮਨ ਬੀਇੰਗਸ ਨੂੰ। ਇੱਕ ਕੋਸ਼ਿਸ਼ ਕਰੋ ਕਿ ਨਾ ਬੰਦਾ ਕਹਿੰਦਾ ਮੈਂ ਕੱਲਾ, ਮੈਨੂੰ ਕੋਈ ਹੈਲਪ ਨਹੀਂ ਗੱਲ ਕਰਨ ਨੂੰ, ਕੱਲੇ ਤੁਸੀਂ ਹੋ, ਤੁਸੀਂ ਜੇ ਬਾਹਰ ਜਾਓਗੇ ਤੇ ਕੱਲੇ ਕਿੱਦਾਂ ਰਹਿ ਜਾਓਗੇ? ਬਿਲਕੁਲ ਬਿਲਕੁਲ, ਇਹ ਨੈਗੇਟਿਵ ਥਿੰਕਿੰਗ ਹੈ। ਨੈਗੇਟਿਵ ਥਿੰਕਿੰਗ ਹੈ ਨਾ, ਮੈਂ ਕੱਲ ਆਪਣੇ ਆਪ ਤੇ ਸੌਰੀ ਫੀਲ ਕਰੀ ਜਾਣਾ। ਅਗਰ ਤੁਹਾਡੇ ਪਾਸ ਯਾਰੀ ਦੋਸਤੀ ਕਮੀ ਹੈ, ਬਾਹਰ ਨਿਕਲੋ, ਬਣਾਓ ਦੋਸਤ ਜਾ ਕੇ। ਯੂ ਆਰ ਦਾ ਵਨ ਹੂ ਕੈਨ ਮੇਕ ਫਰੈਂਡਸ। ਫਰੈਂਡ ਤੁਹਾਡੇ ਪਾਸ ਨਹੀਂ ਆਉਂਦੇ, ਤੁਸੀਂ ਜਾਓ। ਤੁਹਾਨੂੰ ਕੋਸ਼ਿਸ਼ ਕਰਨੀ ਪੈਂਦੀ ਹੈ, ਕੋਸ਼ਿਸ਼ ਕਰਨੀ ਪੈਂਦੀ, ਬਾਹਰ ਨਿਕਲੋ, ਫਰੈਂਡਸ ਬਣਾਓ। ਬੜੇ ਅੱਛੇ ਲੋਕੀ ਵੀ ਹੈਗੇ ਆ, ਇਦਾਂ ਨਹੀਂ ਹੈ ਕਿ ਸਾਰੇ ਲੋਕੀ ਮਾੜੇ ਹੀ ਆ। ਨਹੀਂ, ਸਹੀ ਗੱਲ ਹੈ, ਬਹੁਤ ਬਹੁਤ ਅੱਛੇ ਲੋਕੀ ਆ। ਜਿੱਦਾਂ ਹੁਣ ਮੈਨੂੰ ਫੋਨ ਆਉਂਦੇ ਲੋਕਾਂ ਦੇ, ਉਹ ਇੰਨੇ ਚੰਗੇ ਲੋਕੀ ਆ ਕਈ, ਹਨਾ। ਇਟਸ ਰੀਅਲੀ ਅਮੇਜ਼ਿੰਗ। ਜਿੱਦਾਂ ਭਗਤ ਹੁੰਦੇ ਮੈਨੂੰ ਤਾਂ ਇਦਾਂ ਲੱਗਦੇ ਕਈ ਲੋਕੀ, ਹਨਾ। ਦੈਟਸ ਸੋ ਨਾਈਸ। ਬਿਲਕੁਲ ਬਿਲਕੁਲ, ਖੁਸ਼ ਹੋ ਜਾਂਦਾ ਦਿਲ, ਖੁਸ਼ ਹੋ ਜਾਂਦਾ ਦਿਲ ਇਹਨਾਂ ਨਾਲ ਗੱਲ ਕਰਕੇ। ਸੋ ਇਦਾਂ ਦੇ ਲੋਕੀ ਵੀ ਹੈਗੇ ਆ। ਪਰ ਇੱਕ ਗੱਲ ਹੈਗੀ ਭਾਜੀ, ਵਾਟ ਯੂ ਐਕਸਪੈਕਟ ਇਜ਼ ਵਾਟ ਯੂ ਗੈਟ। ਐਬਸੋਲੂਟਲੀ। ਜੇ ਤੁਸੀਂ ਹਰ ਵੇਲੇ ਨੈਗੇਟਿਵ ਸੋਚਦੇ ਪਏ ਸਿਰਫ ਬੁਰੇ ਲੋਕੀ ਇਸ ਦੁਨੀਆ 'ਚ, ਤੁਹਾਨੂੰ ਬੁਰੇ ਹੀ ਮਿਲਣੇ ਆ, ਰਾਈਟ। ਜੇ ਤੁਸੀਂ ਸੋਚਦੇ ਨਹੀਂ ਇੱਥੇ ਬਹੁਤ ਲੋਕੀ ਅੱਛੇ ਵੀ ਹੈਗੇ ਆ, ਤੁਹਾਨੂੰ ਅੱਛੇ ਲੋਕੀ ਵੀ ਮਿਲਣਗੇ। ਹੁਣ ਤੁਸੀਂ 11 ਤੋਂ 12 ਪ੍ਰੋਗਰਾਮ ਦੇਖਿਆ, ਮੇਰੀਆਂ ਗੱਲਾਂ ਡਾਕਟਰ ਸਾਹਿਬ ਦੇ ਸੁਣੀਆਂ, ਬੜੀ ਜ਼ਬਰਦਸਤ એનર્ਜੀ ਪਾਸ ਕੀਤੀ ਅਸੀਂ ਤੁਹਾਨੂੰ ਬੈਠੇ ਬੈਠੇ ਗੱਲਾਂ ਦੇ ਵਿੱਚ। ਓਨੈਸਟਲੀ ਮੈਂ ਰੀਅਲੀ ਹੋਪ, ਉਮੀਦ ਕਰਦਾ ਨਾ ਕਿ ਮੇਰਾ ਸ਼ੋਅ ਮੈਂ ਤਾਂ ਕਰਨਾ ਪਿਆ, ਕੋਸ਼ਿਸ਼ ਕਰੀ ਤੇ ਕਿ ਜੋ ਵੀ ਸਾਡੀ ਸੰਗਤ ਹੈਗੀ ਆ ਉਹਨਾਂ ਦੀ ਮਦਦ ਹੋ ਸਕੇ ਕਿਸੇ ਨਾ ਕਿਸੇ ਤਰੀਕੇ ਨਾਲ। ਯੂ نو ਕਈ ਦਫਾ ਬੰਦਾ ਕੋਈ ਗੱਲ ਕਹਿ ਜਾਂਦਾ ਹੈ, ਉਹ ਦਿਲ ਨੂੰ ਛੂ ਜਾਂਦੀ ਹੈ, ਉਹਦੇ ਨਾਲ ਬੰਦੇ ਦੀ ਲਾਈਫ ਚੇਂਜ ਹੋ ਜਾਂਦੀ ਹੈ। ਯਾਰ ਮੈਂ ਵੀ ਕਰਕੇ ਦੇਖਾਂ, ਮੈਂ ਵੀ ਕਰਕੇ ਦੇਖਾਂ। ਪਲੀਜ਼ ਗੈਟ ਅਪ। ਹੁਣ 12 ਥੋੜੀ ਦੇਰ ਤੱਕ, ਮਿੰਟ ਤੱਕ ਪ੍ਰੋਗਰਾਮ ਖਤਮ ਹੋ ਜਾਣਾ। ਪਲਾਨ ਬਣਾਓ, ਬਾਹਰ ਜਾਓ, ਜੋ ਵੀ ਕਰਨਾ ਕਰੋ, ਲੋਕਾਂ ਨੂੰ ਮਿਲ ਕੇ ਆਓ। ਬੇਸ਼ੱਕ ਦੀ ਬਾਈ ਦਾ ਭਾਈ ਤੁਹਾਨੂੰ ਪਤਾ ਲਾਕਡਾਊਨ ਹੈਗਾ, ਉਹਦਾ ਜ਼ਿਆਦਾ ਖਿਆਲ ਰੱਖਣਾ ਜ਼ਰੂਰ, ਡਿਸਟੈਂਸ ਰੱਖਣਾ। ਤੇ ਤੁਸੀਂ ਪਾਰਕ 'ਚ ਫਿਰ ਕੇ ਆ ਸਕਦੇ ਹੋ, એનર્ਜੀ ਗੇਨ ਕਰੋ ਜਿੱਥੇ ਵੀ ਜਾ ਸਕਦੇ ਹੋ। ਡਾਕਟਰ ਸਾਹਿਬ ਕੁਝ ਅੱਧਾ ਮਿੰਟ ਹੈਗਾ, ਹੋਰ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਬਸ ਇਹੀ ਹੈ ਵੀ એનર્ਜੀ ਬੜੀ ਇੰਪੋਰਟੈਂਟ ਚੀਜ਼ ਆ। ਹੁਣ ਤੁਸੀਂ ਆਪਾਂ ਦੋਨੇ ਇੱਥੇ ਬੈਠੇ, ਸਾਡੀ ਇੰਟਰੈਕਸ਼ਨ ਹੋ ਰਹੀ ਹੈ એનર્ਜੀ ਦੀ। ਹਾਂਜੀ, ਤੇ ਹੁਣ ਜਿਹੜੇ ਦਰਸ਼ਕ ਦੇਖ ਰਹੇ ਆ, ਉਹਨਾਂ ਦੀ ਵੀ એનર્ਜੀ ਸਾਡੇ ਨਾਲ ਭਾਜੀ ਮੈਨੂੰ ਤਾਂ ਤੁਹਾਡੇ ਕੋਲੋਂ ਮਿਲ ਰਹੀ ਪਈ ਬਹੁਤ। ਬਿਲਕੁਲ ਤੁਹਾਨੂੰ ਮਿਲ ਰਹੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈਗੀ। ਇਟਸ ਟਰੂ। ਤੇ ਡਿਸਟੈਂਸ ਨਾਲ ਵੀ ਹੋ ਜਾਂਦਾ ਭਾਜੀ ਇੰਟਰੈਕਸ਼ਨ એનર્ਜੀ ਦਾ, ਬਿਕੋਜ਼ ਦੇयर ਇਜ਼ ਨੋ ਲਿਮਿਟ ਟੂ એનર્ਜੀ। ਹਾਂਜੀ, ਤੇ ਜਿਹੜੇ ਦਰਸ਼ਕ ਦੇਖ ਰਹੇ ਆ, ਉਹਨਾਂ ਦੀ ਵੀ એનર્ਜੀ ਜ਼ਰੂਰ ਲਿਫਟ ਹੋਈ ਹੋਊਗੀ। ਭਾਜੀ ਥੈਂਕ ਯੂ। ਮੈਂ ਮਾਫੀ ਚਾਹੁੰਦਾ, ਟਾਈਮ ਇਜਾਜ਼ਤ ਨਹੀਂ ਦਿੰਦਾ। ਮੈਂ ਉਮੀਦ ਰੱਖਦਾ ਤੁਹਾਨੂੰ ਪ੍ਰੋਗਰਾਮ ਅੱਛਾ ਲੱਗਿਆ ਹੋਗਾ। ਪਲੀਜ਼ ਕਾਲ ਕਰਿਆ ਕਰੋ, ਫੀਡਬੈਕ ਦਿਆ ਕਰੋ। ਹਮੇਸ਼ਾ ਹੀ ਤੁਸੀਂ ਕਿਹੜੇ ਸਬਜੈਕਟ ਤੇ ਗੱਲ ਕਰਨਾ ਚਾਹੁੰਦੇ ਹੋ, ਉਹ ਸਬਜੈਕਟ ਮੈਂ ਡਾਕਟਰ ਨੂੰ ਦੱਸ ਸਕਦਾ ਹੈ, ਉਹ ਮੁੱਦੇ ਉੱਪਰ ਅਸੀਂ ਗੱਲ ਕਰ ਸਕਦੇ ਹਾਂ। ਐਂਡ ਆਫ ਦ ਡੇ ਸਾਡਾ ਮਕਸਦ ਹੈ ਕਿ ਤੁਸੀਂ ਸਿਹਤਮੰਦ ਰਹੋ। ਅਸੀਂ ਹਮੇਸ਼ਾ ਅਰਦਾਸ ਕਰਦੇ ਹਾਂ ਅਕਾਲ ਚੈਨਲ ਨੂੰ ਸਪੋਰਟ करो। नेक्स्ट वीक सेम टाइम सेम प्लेस पे मुलाकात होगी। तब रग रखा फतेह बुलाइए जी। वाहिगुरू जी का खालसा, वाहिगुरू जी की।